ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਦਾ ਅੱਜ ਦੇ ਕੈਂਪ ਦੇ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਜਾਪ ਦੀ ਸੇਵਾ ਦੀ ਆਰੰਭਤਾ ਕਰਦੇ ਹਾਂ ਜੀ। ਜਾਪ ਦੀ ਸੇਵਾ ਨਿਭਾਉਣਗੇ ਨਮਨਦੀਪ ਕੌਰ ਈਪੀਪੀ ਨੰਬਰ 15704 ਮੋਗਾ ਤੋਂ। मैम वाहिगुरु जी का खालसा वाहिगुरु जी की फतेह जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ ਨਮਨਦੀਪ ਕੌਰ ਜੀ। ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? मैम 4th क्लास च पढ़दे आ। 4th ਕਲਾਸ ਵਿੱਚ ਪੜ੍ਹਦੇ ਹੋ। ਰੋਜ਼ ਕੈਂਪ ਲੱਗਦੇ ਹੋ? हाँ जी ਰੋਜ਼ ਲੱਗਦੇ ਹੋ। ਕਿੱਦਾਂ ਦਾ हाँ जी ਲੱਗਾ ਕੇ? बहुत वधिया। ਕਿਹੜੀ ਚੀਜ਼ ਤੁਹਾਨੂੰ ਲੱਗਿਆ ਹੁਣ ਤੱਕ ਬੜੀ ਵਧੀਆ ਸਿੱਖੀ ਹੈ ਜਿਹੜੀ ਮੈਂ ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖਾਂਗੀ? जी ठीक। ਚੱਲ ਕੋਈ ਇੱਕ ਗੱਲ ਦੱਸ ਦਿਓ। हाँ जी ਦੱਸੋ। मैं हमेशा सच दा साथ देवांगी गुरबाणी नाल जुड़ांगी। एक मम्मा कह रहे ता कह रहे हो कि आपे कह रहे हो? पता वा मैम पता वा मैं फीडबैक भी भेजदे हां। दसो सारा मैम फीडबैक भी ਅਸੀਂ ਭੇਜਦੇ ਆ ਗੁਰਬਾਣੀ ਚੋਂ। ਬਹੁਤ ਵਧੀਆ ਜੀ। 4th ਕਲਾਸ ਦੇ ਵਿੱਚ ਤੁਸੀਂ ਹੈਗੇ ਹੋ, ਤੁਸੀਂ ਆਪ ਵੀ ਜੁੜੇ ਹੋ ਹਨਾ, ਤੁਹਾਡਾ ਪਰਿਵਾਰ ਵੀ ਜੁੜਿਆ। ਬਹੁਤ ਧੰਨਵਾਦ ਜੀ। ਸੋ ਹੁਣ ਆਪਾਂ ਕੀਰਤਨ ਦੀ ਸੇਵਾ ਵੱਲ ਵਧਦੇ ਹਾਂ। ਕੀਰਤਨ ਦੀ ਸੇਵਾ ਅੱਜ ਕਰਨਗੇ ਜੀ ਈਪੀਪੀ ਨੰਬਰ 11121 ਨਵਪ੍ਰੀਤ ਕੌਰ ਜੀ। ਹਾਂਜੀ ਨਵਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਨਾਮ ਵਾਹਿਗੁਰੂ। ਸਤਿਗੁਰ ਸੰਗ ਨਾਹੀ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਸਤਿਗੁਰ ਸੰਗ ਨਾਹੀ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਸਤਿਗੁਰ ਦਰਸ਼ਨ ਅਗਨ ਨਿਵਾਰੀ ਸਤਿਗੁਰ ਭੇਟਤ ਹਉਮੈ ਮਾਰੀ। ਸਤਿਗੁਰ ਸੰਗ ਨਾਹੀ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਸਭ ਜਗ ਸਾਚਾ ਜਾ ਸਚ ਮਹਿਰਾਤੇ ਸਭ ਜਗ ਸਾਚਾ ਜਾ ਸਚ ਮਹਿਰਾਤੇ। ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਸਤਿਗੁਰ ਸੰਗ ਨਾਹੀ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਸੰਤ ਪ੍ਰਸਾਦ ਜਪੈ ਹਰਿ ਨਾਉ ਸੰਤ ਪ੍ਰਸਾਦ ਹਰਿ ਕੀਰਤਨ ਗਾਓ। ਸੰਤ ਪ੍ਰਸਾਦ ਸਗਲ ਦੁਖ ਮਿਟੈ ਸੰਤ ਪ੍ਰਸਾਦ ਬੰਧਨ ਤੇ ਛੁਟੇ। ਸਤਿਗੁਰ ਸੰਗ ਨਾਹੀ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਸੰਤ ਕਿਰਪਾ ਤੇ ਮਿਟੇ ਮੋਹ ਪਰਮ ਸਾਦਰੇਨ ਮਜਨ ਸਭ ਧਰਮ। ਸਾਧ ਕਿਰਪਾਲ ਦਇਆਲ ਗੋਵਿੰਦ ਸਾਦਾ ਮਹਿ ਇਹ ਹਮਰੀ ਜਿੰਦ। ਸਤਿਗੁਰ ਸੰਗ ਨਾਹੀ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੇ।
ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਕਿਰਪਾ ਨਿਧ ਕਿਰਪਾਲ ਧਿਆਵਹੁ। ਸਾਧ ਸੰਗਤਾ ਬੈਠਨ ਪਾਵੋ। मोह निर्गुण को कीनी प्रभ दया। मोह निर्गुण को प्रभ कीनी दया। साध संग नानक नाम लया। सतगुर संग नाही मन डोले। अमृत बानी गुरमुख बोले। सतगुर संग नाही मन डोले। अमृत बानी गुरमुख बोले। सतगुर संग नाही मन डोले। अमृत बानी गुरमुख बोले। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਤੁਹਾਡਾ। ਨਵਪ੍ਰੀਤ ਕੌਰ ਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? मैम 10th क्लास 10th ਕਲਾਸ ਵਿੱਚ। ਕਿਹੜੇ ਸਕੂਲ हाँ। ਵਿੱਚ? गुरु नानक पब्लिक स्कूल बूटेवाला। ਗੁਰੂ ਨਾਨਕ ਪਬਲਿਕ ਸਕੂਲ। हाँ ਕਿੰਨੀ जी। ਦੇਰ ਕੈਂਪ ਲਗਾ ਰਹੇ ਹੋ? मैम 1 जून तो। 1 ਜੂਨ ਤੋਂ ਰੈਗੂਲਰ ਲਗਾ ਰਹੇ ਹੋ? हाँ जी। ਬਹੁਤ ਵਧੀਆ ਜੀ। ਕੀ ਸਿੱਖਿਆ ਹੁਣ ਤੱਕ ਕੈਂਪ ਚ? ਕੋਈ ਇੱਕ ਗੱਲ ਜੋ ਵੀ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਤਾਂ ਮੈਂ ਜ਼ਿੰਦਗੀ ਭਰ ਨਹੀਂ ਭੁੱਲਣੀ ਹੁਣ। ਸ਼ਾਇਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ ਪਰ ਬਹੁਤ ਪਿਆਰ ਦੇ ਨਾਲ ਉਹਨਾਂ ਨੇ ਸਾਨੂੰ ਸ਼ਬਦ ਸਰਵਨ ਕਰਵਾਇਆ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਕੀਰਤਨ ਹੁੰਦਾ ਹੈ ਉਹ ਨਹੀਂ ਹੁੰਦਾ ਕਿ ਜਿਹੜਾ ਸਾਜ਼ਾਂ ਨਾਲ ਕੀਤਾ ਜਾਵੇ। ਕੀਰਤਨ ਉਹ ਹੁੰਦਾ ਹੈ ਜਿਹੜਾ ਕਿ ਸ਼ਬਦ ਨੂੰ ਅਸੀਂ ਗਾ ਕੇ ਪੜ੍ਹਦੇ ਹਾਂ, ਦਿਲ ਨਾਲ ਪੜ੍ਹਦੇ ਹਾਂ, ਰੂਹ ਨਾਲ ਪੜ੍ਹਦੇ ਹਾਂ। ਸੋ ਬਹੁਤ ਧੰਨਵਾਦ ਜੀ ਨਵਪ੍ਰੀਤ ਕੌਰ ਜੀ ਦਾ ਜੋ ਕਿ ਲਗਾਤਾਰ 1 ਜੂਨ ਤੋਂ ਕੈਂਪ ਲਗਾ ਰਹੇ ਨੇ। ਬਹੁਤ ਸਾਰੇ ਬੱਚੇ ਨੇ ਜੋ ਕਿ ਰੈਗੂਲਰ ਕੈਂਪ ਲਗਾ ਰਹੇ ਨੇ। ਜਿੱਥੇ ਆਪ ਲਗਾ ਰਹੇ ਨੇ ਉੱਥੇ ਹੋਰਨਾਂ ਨੂੰ ਵੀ ਪ੍ਰੇਰਨਾ ਕਰਦੇ ਨੇ। ਸੋ ਬਹੁਤ ਧੰਨਵਾਦ ਜੀ ਸਾਰੇ ਬੱਚਿਆਂ ਦਾ। ਸਾਰਿਆਂ ਨੂੰ ਮੈਂ ਇੱਕ ਸਕਰੀਨ ਸ਼ੇਅਰ ਕਰਨ ਜਾ ਰਹੀ ਹਾਂ ਜੀ ਜਿਹੜਾ ਅੱਜ ਦਾ ਵਿਸ਼ਾ ਹੈ। ਸਾਰੇ ਲਿਖ ਲਓ ਜੀ। ਫਿਰ ਕਈ ਵਾਰ ਬੱਚੇ ਬਾਅਦ ਚ ਪੁੱਛਦੇ ਹੁਣ ਜੇ ਅੱਜ ਦਾ ਵਿਸ਼ਾ ਕੀ ਹੈ ਜੀ। ਅੱਜ ਦਾ ਵਿਸ਼ਾ ਹੈ ਜੀ ਫਰੀਦਾ। ਇਹ ਭਗਤ ਫਰੀਦ ਜੀ ਦੇ ਸ਼ਲੋਕਾਂ ਵਿੱਚ ਹੋਇਆ ਜੀ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ। ਅੱਜ ਸਾਡੇ ਨਾਲ ਵਿਸ਼ਾ ਲੈਣਗੇ ਵੀਰ ਜਸਵਿੰਦਰ ਸਿੰਘ ਜੀ ਮੌਲਿਓ ਤੋਂ। ਜਦ ਤੱਕ ਜੁੜਦੇ ਨੇ ਤਦ ਤੱਕ ਆਪਾਂ ਇਸ ਜੋ ਅੱਜ ਦਾ ਵਿਸ਼ਾ ਉਹਦੇ ਤੇ ਗੱਲਬਾਤ ਕਰਦੇ ਹਾਂ ਜੀ। ਸਾਰੇ ਜਣੇ ਨੋਟ ਕਰ ਲਓ ਜੀ ਅੱਜ ਦਾ ਵਿਸ਼ਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ। ਅੱਗੇ ਕੀ ਲਿਖਿਆ ਜੀ? ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ। ਇਹ ਹੈ ਜੀ ਅੱਜ ਦਾ ਵਿਸ਼ਾ। ਭਗਤ ਕਬੀਰ ਜੀ ਫਰੀਦ ਜੀ ਦੇ ਜੋ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਨੇ। ਜੋ ਅੱਜ ਦਾ ਇਸ ਵਿਸ਼ੇ ਦੇ ਉੱਪਰ ਕੋਈ ਆਪਣੇ ਵਿਚਾਰ ਰੱਖਣਾ ਚਾਹੁੰਦਾ ਹੋਵੇ ਹੈਂਡ ਰੇਜ਼ ਕਰ ਸਕਦਾ ਜੀ। ਇੱਕ ਬੱਚੀ ਦਾ ਹੈਂਡ ਰੇਜ਼ ਹੈ ਮਨਦੀਪ ਕੌਰ ਜੀ। ਮੈਂ ਸਭ ਨੂੰ ਬੇਨਤੀ ਕਰਾਂਗੀ ਕਿ ਜਦੋਂ ਵਿਸ਼ਾ ਹੋਏਗਾ ਉਸ ਤੋਂ ਬਾਅਦ ਆਪਾਂ ਸਵਾਲ ਜਵਾਬ ਵੀ ਕਰਾਂਗੇ। ਸਾਡੇ ਨਾਲ ਵੀਰ ਜਸਵਿੰਦਰ ਸਿੰਘ ਜੀ ਜੁੜ ਚੁੱਕੇ ਨੇ। ਸੋ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਵੀਰ ਜੀ ਹੈਂਡ ਰੇਜ਼ ਕਰਨਾ ਜੀ। ਵੀਰ ਜਸਵਿੰਦਰ ਸਿੰਘ ਜੀ ਮੌਲਿਓ ਤੋਂ। ਕੱਲ ਵੀ ਸਾਡੇ ਕੋਲ ਭੈਣ ਜੀ ਆਏ ਸਨ ਜਿਨ੍ਹਾਂ ਨੇ ਵਿਸ਼ਾ ਲਿਆ ਸੀ ਔਰ ਉਸ ਵਿਸ਼ੇ ਤੇ ਅੱਜ ਸਾਨੂੰ ਇੰਨੇ ਪਿਆਰੇ ਫੀਡਬੈਕ ਆਏ ਨੇ। ਬੜੇ ਸਾਰੇ ਬੱਚਿਆਂ ਦਾ ਆਇਆ ਕਿ ਅਸੀਂ ਹੁਣ ਗੁੱਸਾ ਕਰਨਾ ਛੱਡ ਰਹੇ ਹਾਂ। ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੂਰੀ ਮੌਲਿਓ ਟੀਮ ਦਾ ਕਿ ਉਹਨਾਂ ਨੇ ਇੰਨੀ ਵਧੀਆ ਵਲੰਟੀਅਰਸ ਦੀ ਟੀਮ ਹੈ, ਸੇਵਾਦਾਰਾਂ ਦੀ ਟੀਮ ਹੈ ਜੋ ਕਿ ਬੱਚਿਆਂ ਨੂੰ ਮੋਟੀਵੇਟ ਕਰਦੇ ਨੇ, ਉਹਨਾਂ ਨੂੰ ਗਾਈਡ ਕਰਦੇ ਨੇ ਬੜੇ ਪ੍ਰੇਮ ਦੇ ਨਾਲ। ਸੋ ਅੱਜ ਸਾਡੇ ਨਾਲ ਉਹਨਾਂ ਦੇ ਜੋ ਮੇਨ ਵੀਰ ਜੀ ਹੈਗੇ ਨੇ ਜਸਵਿੰਦਰ ਸਿੰਘ ਜੀ ਜੋ ਵਿਸ਼ਾ ਲੈਣ ਲੱਗੇ ਨੇ ਜੀ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗੀ ਜੀ ਵਿਸ਼ੇ ਦੀ ਆਰੰਭਤਾ ਕਰਨਗੇ। ਵਾਹਿਗੁਰੂ ਜੀ। is my voice audible? ਪਿਆਰਿਓ ਮੇਰੀ ਆਵਾਜ਼ ਠੀਕ ਆ ਰਹੀ ਸਾਰੇ ਨੂੰ? ਹਾਂਜੀ ਵੀਰ ਜੀ ਅਗਰ ਥੋੜਾ ਜਿਹਾ ਮਾਈਕ ਨੂੰ ਨੇੜੇ ਕਰ ਲਿਆ ਜਾਵੇ ਤਾਂ ਬੈਟਰ ਰਹੇਗਾ। ਹੁਣ ਠੀਕ ਹੈ ਜੀ? is it better now? ਜੀ ਜੀ। ਜੀ ਸੋ ਪਹਿਲਾਂ ਵਿਸ਼ੇ ਨੂੰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਬੇਨਤੀ ਕਰ ਲਈਏ ਨਾ before we begin। ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ।
ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰਿਓ, ਪਹਿਲਾਂ ਤੇ ਆਪ ਜੀ ਸਾਰਿਆਂ ਦੇ ਦੀਦਾਰ ਕਰਕੇ, ਆਪ ਜੀ ਸਾਰਿਆਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ। ਤੇ ਅੱਜ ਦਾ ਜਿਹੜਾ ਸਾਡਾ ਬਹੁਤ ਹੀ ਪਿਆਰਾ ਵਿਸ਼ਾ ਹੈ, ਉਸ ਨੂੰ ਆਰੰਭ ਕਰਨ ਤੋਂ ਪਹਿਲਾਂ ਆਓ ਇੱਕ ਨਿੱਕੀ ਜਿਹੀ ਕਹਾਣੀ ਸੁਣਦੇ ਹਾਂ, ਸ਼ਾਰਟ ਜਿਹੀ ਸਟੋਰੀ ਸੁਣਦੇ ਹਾਂ, ਤਾਂ ਕਿ ਸਾਨੂੰ ਸਮਝ ਆਵੇ ਕਿ ਇਹ ਜਿਹੜਾ ਵਿਸ਼ਾ ਹੈ ਇਹ ਕਿੰਨਾ ਕੁ ਡੂੰਘਾ ਹੈ ਤੇ ਕਿੰਨਾ ਕੁ ਵਾਈਡ ਸਪਰੈਡ ਵਿਸ਼ਾ ਹੈ। ਅਸਲ ਦੇ ਵਿੱਚ ਪਿਆਰਿਓ, ਇੱਕ ਵਾਰੀ ਕੀ ਹੋਇਆ, ਇੱਕ ਮਾਰਵਾੜੀ ਪਰਿਵਾਰ ਦੇ ਵਿੱਚ ਨਾ ਉਹਨਾਂ ਦੇ ਇੱਕ ਬਜ਼ੁਰਗ ਸਨ ਤੇ ਬੜੇ ਬਜ਼ੁਰਗ ਹੋ ਗਏ ਐਂਡ ਉਹਨਾਂ ਨੂੰ ਇੱਕ ਪ੍ਰੋਬਲਮ ਹੋ ਗਈ ਸੀ ਕਿ ਜੋ ਵੀ ਮੂੰਹ ਤੋਂ ਗੱਲ ਬੋਲਦੇ ਸੀ ਉਹਨਾਂ ਦੀ ਗੱਲ ਪੂਰੀ ਨਹੀਂ ਸੀ ਹੁੰਦੀ। ਤੇ ਜਿਹੜੇ ਬਾਕੀ ਲੋਕ ਸਨ ਉਹਨਾਂ ਨੂੰ ਸਮਝ ਨਹੀਂ ਸੀ ਲੱਗਦਾ ਕਿ ਕੀ ਗੱਲ ਹੈ ਐਗਜ਼ੈਕਟਲੀ, ਹੈ ਨਾ। ਤੇ ਉਹ ਸਿਰਫ ਦੋ ਸ਼ਬਦ ਬੋਲਦੇ ਸੀ, ਬਾ ਜਾ। ਬਾ ਬੋਲਦੇ ਸੀ, ਝਾ ਬੋਲਦੇ ਸੀ, ਸਿਰਫ ਦੋ ਸ਼ਬਦ ਉਹਨਾਂ ਨੇ ਕਹਿਣੇ ਤੇ ਫਿਰ ਉਹ ਸੌ ਜਾਂਦੇ ਸੀ ਜਾਂ ਕੋਮਾ ਚਲੇ ਜਾਣਾ। ਤੇ ਉਹਨਾਂ ਦੇ ਪਰਿਵਾਰ ਨੇ ਨਾ ਬੜੀ ਕੋਸ਼ਿਸ਼ ਕੀਤੀ ਕਿ ਬਈ ਕਿਸੇ ਤਰ੍ਹਾਂ, ਕੀ ਪਤਾ ਇਹਨਾਂ ਨੇ ਕੋਈ ਖਜ਼ਾਨਾ ਲੁਕਾਇਆ ਹੋਵੇ ਜਾਂ ਕੀ ਪਤਾ ਇਹਨਾਂ ਨੇ ਕੁਝ ਹੋਰ ਸਾਡੇ ਵਾਸਤੇ ਕੋਈ ਬੜੀ ਇੰਪੋਰਟੈਂਟ ਗੱਲ ਕਹਿਣੀ ਹੋਵੇ, ਤੇ ਅਸੀਂ ਇਹਨਾਂ ਨੂੰ ਪੁੱਛੇ ਤੇ ਸਹੀ ਕਿ ਅਸਲ 'ਚ ਗੱਲ ਹੈ ਕੀ, ਹੈ ਨਾ। ਤੇ ਉਹਨਾਂ ਨੂੰ ਬੜਾ ਪੁੱਛਿਆ ਤੇ ਉਹ ਕੁਝ ਬੋਲਦੇ ਨਹੀਂ ਸੀ, ਬਾਹਰ ਵਿਹੜੇ ਵੱਲ ਦੇਖਦੇ ਸੀ ਤੇ ਕਹਿੰਦੇ ਸੀ ਬਾ ਝਾ, ਬਾ ਝਾ, ਬਸ ਇਹ ਬੋਲਦੇ ਸੀ ਤੇ ਬਾਹਰ ਉਸ ਤੋਂ ਪੂਰਾ ਨਹੀਂ ਸੀ ਕਰ ਸਕਦੇ ਸ਼ਬਦ। ਫਿਰ ਉਹਨਾਂ ਨੇ ਡਾਕਟਰਸ ਨਾਲ ਕੰਸਲਟ ਕੀਤਾ, ਬੜੇ ਡਾਕਟਰਸ ਨੂੰ ਬੁਲਾਇਆ ਤੇ ਬੁਲਾ ਕੇ ਨਾ ਉਹਨਾਂ ਨੇ ਕਿਹਾ, ਕਹਿੰਦੇ ਡਾਕਟਰ ਸਾਹਿਬ ਕੋਈ ਦਵਾਈ ਦੇ ਦਿਓ, ਕੋਈ ਇੰਜੈਕਸ਼ਨ ਲਾ ਦਿਓ, ਕੋਈ ਚੀਜ਼ ਏਦਾਂ ਦੀ ਕਰ ਦਿਓ ਕਿ ਇਹਨਾਂ ਦੇ ਸ਼ਬਦ ਪੂਰੇ ਹੋ ਜਾਣ। ਤੇ ਡਾਕਟਰ ਨੇ ਕਿਹਾ ਵੀ ਠੀਕ ਹੈ, ਅਸੀਂ ਇੰਜੈਕਸ਼ਨ ਲਾ ਦਿੰਦੇ ਹਾਂ ਤੇ ਇਹਨਾਂ ਦਾ ਜਿਹੜਾ ਵਾਕ ਹੈ, ਜਿਹੜਾ ਸ਼ਬਦ ਹੈ, ਸੈਂਟੈਂਸ ਹੈ, ਉਹ ਪੂਰਾ ਹੋ ਜਾਏਗਾ। ਉਹ ਕਹਿੰਦੇ ਠੀਕ ਹੈ। ਤੇ ਜਦੋਂ ਉਹਨਾਂ ਨੇ ਲਾਇਆ, ਸਾਰਾ ਪਰਿਵਾਰ ਇਕੱਠਾ ਹੋ ਗਿਆ ਏਦਾਂ ਨਾ, ਉਹਨਾਂ ਦੇ ਪੋਤਰੇ ਦੋਤਰੇ, ਉਹਨਾਂ ਦੇ ਵੱਡੇ ਪੁੱਤਰ, ਛੋਟੇ ਪੁੱਤਰ, ਨੂੰਹਾਂ, ਹਨਾ, ਸਭ ਲੋਕ ਆ ਕੇ ਖੜੇ ਹੋ ਗਏ ਤੇ ਕਹਿੰਦੇ ਬਈ ਦੇਖੀਏ ਕੀ ਪਤਾ ਬਾਪੂ ਨੇ ਕੋਈ ਖਜ਼ਾਨਾ ਲੁਕਾਇਆ ਹੋਵੇ। ਤੇ ਉਹਨਾਂ ਨੇ ਨਾ ਜਦੋਂ ਇੰਜੈਕਸ਼ਨ ਦਾ ਅਸਰ ਹੋਇਆ ਤੇ ਉਹਨਾਂ ਨੇ ਕਿਹਾ, ਕਹਿੰਦੇ ਮੇਰੇ ਵੱਲ ਕੀ ਦੇਖਦੇ ਹੋ, ਕਹਿੰਦੇ ਬਾਹਰ ਦੇਖੋ ਬਛੜਾ ਝਾੜੂ ਖਾ ਗਿਆ। ਉਹਨਾਂ ਨੇ ਅਸਲ ਦੇ ਵਿੱਚ ਇਹ ਕਹਿਣਾ ਸੀ ਕਿ ਬਛੜਾ ਝਾੜੂ ਖਾ ਗਿਆ ਬਾਹਰ, ਤੇ ਸਾਰੇ ਇਹ ਸੋਚਦੇ ਸੀ ਕਿ ਦੇਖੋ ਪਤਾ ਨਹੀਂ ਕੀ ਬੜਾ ਬਾਪੂ ਨੇ ਖਜ਼ਾਨਾ ਲੁਕਾਇਆ ਹੈ। ਤੇ ਆਪਾਂ ਇੱਕ ਪੱਖ ਤੋਂ ਅੱਜ ਦੀ ਵਿਚਾਰ ਨੂੰ ਇਹ ਆਰੰਭ ਕਰੀਏ ਕਿ ਕਈ ਵਾਰੀ ਜੀਵਨ ਦੇ ਵਿੱਚ ਸਾਡੇ ਆਸ-ਪਾਸ ਸੱਚ ਹੁੰਦਾ ਆ, ਸਾਡੇ ਆਸ-ਪਾਸ ਰਿਐਲਿਟੀ ਹੈ, ਸਾਡੇ ਆਸ-ਪਾਸ ਉਹ ਗੁਰਬਾਣੀ ਦਾ, ਗੁਰ ਸਿਧਾਂਤ ਦਾ ਤੱਤ ਹੁੰਦਾ ਹੈ, ਪਰ ਸਾਨੂੰ ਮਿਲਦਾ ਨਹੀਂ ਕਿਉਂਕਿ ਸਾਡੀਆਂ ਅੱਖਾਂ ਉਹ ਪਰਸੈਪਸ਼ਨ ਨੂੰ ਦੇਖਦੀਆਂ ਨਹੀਂ ਗਈਆਂ। ਔਰ ਜਿਹੜੀਆਂ ਚੀਜ਼ਾਂ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਨਾ ਪਿਆਰਿਓ, ਉਹ ਚੀਜ਼ਾਂ ਉਹ ਨਹੀਂ ਹਨ ਜੋ ਗੁਰੂ ਚਾਹੁੰਦਾ ਕਿ ਮੈਨੂੰ ਮਿਲਣ। ਸੋ ਅੱਜ ਦੇ ਵਿਸ਼ੇ ਨੂੰ ਅਸੀਂ ਇਸ ਤਰ੍ਹਾਂ ਸਮਝੀਏ ਜਿੱਦਾਂ ਫਰੀਦ ਸਾਹਿਬ ਬਚਨ ਕੀਤੇ, ਫਰੀਦਾ ਜਿੰਨੀ ਕਮੀ ਨਾ ਹੈ ਗੁਣ। ਉਹਨਾਂ ਕਿਹਾ, ਕਹਿੰਦੇ ਜਿਹੜੇ ਕੰਮ ਜਿੰਨੀ ਕਮੀ ਨਾ ਹੈ ਗੁਣ, ਜਿਹੜੇ ਕੰਮ ਤੈਨੂੰ ਗੁਣ ਨਹੀਂ ਦਿੰਦੇ ਨਾ ਜੀਵਨ ਦੇ ਵਿੱਚ, ਉਹਨਾਂ ਕਿਹਾ ਤੇ ਕਮੜੇ ਵਿਸਾਰ, ਕਹਿੰਦੇ ਉਹ ਕੰਮ ਛੱਡ ਦੇ, ਉਹ ਕੰਮ ਨਾ ਕਰਿਆ ਕਰ ਜਿਹੜੇ ਕੰਮ ਤੈਨੂੰ ਜੀਵਨ 'ਚ ਕੁਝ ਦਿੰਦੇ ਨਹੀਂ ਗੇ। ਠੀਕ ਹੈ, ਹੁਣ ਤੁਸੀਂ ਦੇਖੋ ਆਪ ਜੀ ਸਾਰੇ ਗਾਰਡਨ ਵਿੱਚ ਜਾਂਦੇ ਹੋ, ਹੈ ਨਾ, ਬਗੀਚੇ ਵਿੱਚ ਜਾਂਦੇ ਹੋ, ਤੁਸੀਂ ਮੈਨੂੰ ਕੋਈ ਗੱਲ ਦੱਸੋ, ਬਗੀਚੇ ਵਿੱਚ ਬੜੇ ਏਦਾਂ ਦੇ ਫੁੱਲ ਹੁੰਦੇ ਨੇ ਜਾਂ ਬੜੇ ਏਦਾਂ ਦੇ ਰੁੱਖ ਹੁੰਦੇ ਨੇ ਜਿਨ੍ਹਾਂ ਤੇ ਕਈ ਵਾਰੀ ਫਲ ਨਹੀਂ ਲੱਗਦੇ, ਜਾਂ ਫੁੱਲ ਲੱਗਣਗੇ ਜਾਂ ਕਈ ਵਾਰੀ ਫਲ ਲੱਗਣਗੇ, ਹੈ ਨਾ। ਕਈ ਕੁਝ ਏਦਾਂ ਦੇ ਹੁੰਦੇ ਨੇ ਜਿਨ੍ਹਾਂ ਤੇ ਨਾ ਫੁੱਲ ਲੱਗਦੇ ਨਾ ਫਲ ਲੱਗਦੇ, ਔਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਮਹਾਰਾਜ ਨੇ ਬਾਣੀ 'ਚ ਉਦਾਹਰਨ ਦਿੱਤਾ, ਇੱਕ ਸਿੰਮਲ ਦਾ ਦਰਖਤ ਹੁੰਦਾ, ਤੁਸੀਂ ਦੇਖੋ ਬੜਾ ਉੱਚਾ ਲੰਮਾ ਹੁੰਦਾ ਹੈ ਨਾ, ਪਰ ਉਹਦੇ ਤੇ ਕਦੇ ਜਿਹੜੇ ਫਲ ਹੁੰਦੇ ਨੇ ਉਹਦੇ ਬਿਲਕੁਲ ਬੇਸਵਾਦੇ ਫਲ ਨਾ। ਆਪ ਜੀ ਸਾਰਿਆਂ ਵਿੱਚੋਂ ਕਿਹਨਾਂ ਨੂੰ ਉਹ ਰੁੱਖ ਯਾਦ ਹੈ? ਸਿੰਮਲ ਦਾ ਰੁੱਖ। ਮੈਨੂੰ ਲੱਗਦਾ ਸ਼ਾਇਦ ਬਹੁਤਾਤ ਵਿੱਚ ਸਾਨੂੰ ਨਹੀਂ ਪਤਾ ਹੋਏਗਾ ਕਿ ਸਿੰਮਲ ਦਾ ਰੁੱਖ ਕਿਉਂ ਹੈ। ਉਹਦਾ ਇੱਕ ਕਾਰਨ ਹੈ, ਕਿਉਂਕਿ ਉਹ ਸਿੰਮਲ ਦਾ ਰੁੱਖ ਸਾਨੂੰ ਕੁਝ ਦਿੰਦਾ ਨਹੀਂ ਗਾ। ਹੁਣ ਜੇ ਮੈਂ ਆਪ ਜੀ ਨੂੰ ਕਹਾਂ ਅੰਬ ਬਾਰੇ ਕਿਹਨਾਂ ਨੂੰ ਪਤਾ ਹੈ?
ਸਾਰੇ ਕਹਿਣਗੇ ਹਾਂਜੀ ਮੈਂ ਜਾਣਦਾ ਅੰਬ। ਫਿਰ ਮੈਂ ਪੁੱਛਾਂ ਐਪਲ ਹੈ ਨਾ, ਸੇਬ ਸਾਰਿਆਂ ਨੂੰ ਪਤਾ ਹੋਗਾ, ਬਨਾਨਾ ਸਾਰਿਆਂ ਨੂੰ ਪਤਾ ਹੋਗਾ, ਕੇਲਾ ਹੈ ਨਾ। ਹੁਣ ਇਹ ਕਿਉਂ ਪਤਾ ਨਹੀਂ? ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਗੁਣ ਨੇ। ਮੈਂਗੋ ਕਿੰਨਾ ਸਵਾਦ ਹੁੰਦਾ, ਅੰਬ ਕਿੰਨਾ ਸਵਾਦ ਹੁੰਦਾ, ਸੇਬ ਕਿੰਨਾ ਮਿੱਠਾ ਹੁੰਦਾ, ਕੇਲੇ ਕਿੰਨੇ ਨਿਊਟ੍ਰੀਸ਼ਨ ਦੇਣ ਵਾਲੇ ਨੇ ਸਾਨੂੰ, ਹੈ ਨਾ, ਤੰਦਰੁਸਤੀ ਦੇਣ ਵਾਲੇ ਨੇ। ਪਰ ਕਿਸੇ ਨੂੰ ਸਿਮਲ ਰੁੱਖ ਯਾਦ ਨਹੀਂਗਾ, ਕਿਉਂਕਿ ਸਿਮਲ ਗੁਣ ਨਹੀਂ ਦਿੰਦਾ। ਸਿਮਲ ਦੇਖਣ ਦੇ ਵਿੱਚ ਰੁੱਖਾਂ ਵਰਗਾ ਰੁੱਖ ਹੈ, ਪਰ ਉਹਦੇ ਵਿੱਚ ਗੁਣ ਨਹੀਂ ਗਏ। ਤੇ ਸਤਿਗੁਰੂ ਗੱਲ ਕਹਿੰਦੇ, ਬਾਬਾ ਫਰੀਦ ਸਾਹਿਬ ਗੱਲ ਕਹਿੰਦੇ, ਕਹਿੰਦੇ ਇੱਕ ਕੰਮ ਕਰੋ, ਉਦਾਂ ਦਾ ਜੀਵਨ ਬਣਾ ਜਿਹੜਾ ਗੁਣਾਂ ਵਰਗਾ ਹੋਵੇ। ਜਿਸ ਦੇ ਜੀਵਨ ਵਿੱਚ ਗੁਣ ਨਹੀਂ ਗਏ ਨਾ ਪਿਆਰਿਓ, ਉਹਨੂੰ ਨਾ ਸੰਸਾਰ ਪਿਆਰ ਕਰਦਾ ਹੈ ਤੇ ਨਾ ਉਹਨੂੰ ਪ੍ਰਮਾਤਮਾ ਦੇ ਦਰ ਚ ਢੋਈ ਮਿਲਦੀ, ਨਾ ਉਹਨੂੰ ਪ੍ਰਮਾਤਮਾ ਦੇ ਘਰ ਵਿੱਚ ਥਾਂ ਮਿਲੇਗੀ। ਇਹਦਾ ਅਰਥ ਇਹ ਨਹੀਂ ਗਾ ਕਿ ਅਸੀਂ ਡਿਪਰੈਸ ਹੋ ਕੇ ਬਹਿ ਜਾਈਏ ਕਿ ਮੇਰੇ ਕੋਲ ਤੇ ਕੋਈ ਗੁਣ ਨਹੀਂ ਗਏ। ਨਹੀਂ, ਸਤਿਗੁਰੂ ਨੇ ਸਾਨੂੰ ਬੜੇ ਸਾਰੇ ਗੁਣ ਦਿੱਤੇ, ਬਹੁਤ ਸਾਰੇ ਗੁਣ ਸਾਡੀ ਝੋਲੀ ਚ ਪਾਏ ਨੇ। ਪਰ the only problem is, ਦੁਬਿਧਾ ਔਰ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਮੈਨੂੰ ਪਤਾ ਨਹੀਂ ਗਾ ਕਿ ਮੇਰੇ ਕੋਲ ਗੁਣ ਕਿਹੜੇ ਕਿਹੜੇ ਨੇ। ਮੈਂ ਪਛਾਣ ਨਹੀਂ ਸਕਦਾ ਕਿ ਮੇਰੇ ਕੋਲ ਕਿਹੜੇ ਟੈਲੈਂਟਸ ਮੇਰੇ ਵਿੱਚ ਵਸਦੇ ਨੇ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਗੁਣਾਂ ਨੂੰ ਨਿਖਾਰਨਾ ਕਿਵੇਂ ਹੈ। ਮੈਨੂੰ ਇਹ ਵੀ ਨਹੀਂ ਪਤਾ ਉਹਨਾਂ ਗੁਣਾਂ ਨੂੰ ਪਛਾਣਨਾ ਕਿਵੇਂ ਹੈ। ਪਰ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿਉਂਕਿ ਮੇਰੇ ਕੋਲ ਜੀਵਨ ਦੀ ਇੱਕ ਲਿਸਟ ਹੈ। I have a list, ਔਰ ਉਸ ਲਿਸਟ ਵਿੱਚ ਮੈਨੂੰ ਕਿਹਾ ਗਿਆ ਕਿ ਦੇਖ, ਤੂੰ ਸਕੂਲ ਜਾਵੇਂਗਾ, ਤੈਨੂੰ ਇਹ ਮਿੱਤਰ ਮਿਲਣਗੇ, ਫਿਰ ਤੂੰ ਆਪਾਂ ਮਿੱਤਰਤਾ ਹੀ ਕਰ ਲੈਂਦੇ ਹਾਂ, ਜਿਹੜਾ ਵੀ ਸਾਹਮਣੇ ਆਉਂਦਾ ਉਹਦੇ ਨਾਲ ਮਿੱਤਰਤਾ ਹੀ ਕਰ ਲੈਂਦੇ ਹਾਂ। ਫਿਰ ਜੇ ਕੋਈ ਹੋਰ ਸਾਨੂੰ ਕੁਝ ਦੱਸਣ ਵਾਲਾ ਜਾਂ ਕੋਈ ਹੋਰ ਵੱਡਾ ਮਿਲਦਾ ਆ, ਅਸੀਂ ਉਹਦੇ ਨਾਲ ਸਾਂਝ ਪਾ ਲੈਂਦੇ ਹਾਂ। ਫਿਰ ਜਾਂ ਅੱਜ ਤੇ ਸਾਡੇ ਕੋਲ ਫੋਨ ਹੈਗੇ ਹੈ ਨਾ, ਤੇ ਅਸੀਂ ਫੋਨਾਂ ਤੇ ਸਭ ਕੁਝ ਕੱਢ ਲਈਦਾ ਕਿ ਇਹ ਏਦਾਂ, ਇਹ ਏਦਾਂ, ਇਹ ਏਦਾਂ। ਪਰ ਸਤਿਗੁਰੂ ਇੱਕ ਗੱਲ ਕਹਿੰਦੇ ਤੂੰ ਦੇਖ, ਤੇਰੇ ਕੋਲ ਜੀਵਨ ਵਿੱਚ ਰਿਸੋਰਸਿਸ ਬੜੇ ਸਾਰੇ ਅਵੇਲੇਬਲ ਹਨ, ਬੜੇ ਸਾਰੇ ਰਿਸੋਰਸਿਸ ਨੇ ਸਾਡੇ ਕੋਲ, ਸਿਧਾਂਤ ਬਹੁਤ ਕੁਛ ਨੇ ਸਾਡੇ ਕੋਲ। ਪਰ ਉਹਦੇ ਵਿੱਚ ਮੈਨੂੰ ਕਿੰਨਾ ਕੁ ਚਾਹੀਦਾ ਹੈ, ਇਹ ਮੈਨੂੰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਮੈਂ ਆਪ ਜੀ ਨੇ ਇੱਕ ਉਦਾਹਰਨ ਦੇਣਾ, ਇਹ ਛੋਟੀ ਜਿਹੀ ਕਹਾਣੀ ਸੁਣ ਕੇ ਸ਼ਾਇਦ ਸਾਨੂੰ ਸਮਝ ਪਵੇ। ਦੇਖੋ, ਇੱਕ ਪੁਰਖ ਸੀ, ਇੱਕ ਬੰਦਾ ਸੀ, ਉਹ ਕਿਤੇ ਜਾ ਰਿਹਾ ਸੀ ਤੇ ਜਾਣ ਲੱਗਿਆ ਨਾ ਉਹਨੇ ਸੋਚਿਆ, ਕਹਿੰਦੇ ਮੈਂ ਇਸ ਦਰਿਆ ਦੇ ਕੰਢੇ ਤੇ ਦਰਿਆ ਹੈ ਨਾ ਪਾਣੀ ਦਾ, ਤੇ ਉਹਨੇ ਕਿਹਾ ਕਹਿੰਦੇ ਪਿਆਸ ਬੜੀ ਲੱਗੀ ਹੈ, ਤੇ ਪਿਆਸ ਲੱਗੀ ਹੈ ਤੇ ਨਾਲੇ ਮੈਂ ਇਸ਼ਨਾਨ ਵੀ ਨਹੀਂ ਕੀਤਾ ਅੱਜ, ਤੇ ਕਹਿੰਦਾ ਚਲੋ ਮੈਂ ਕੋਈ ਨਹੀਂ 2 ਮਿੰਟ ਰੋਕ ਕੇ ਨਾ ਮੈਂ ਇਸ ਦਰਿਆ ਵਿੱਚ ਇਸ਼ਨਾਨ ਵੀ ਕਰ ਲੈਣਾ ਤੇ ਨਾਲ ਪਾਣੀ ਵੀ ਪੀਵਾਂਗਾ, ਸੁੱਚ ਹੋਵਾਂਗਾ ਤੇ ਫਿਰ ਅੱਗੇ ਚਲੇ ਜਾਵਾਂਗਾ। ਤੇ ਉਹਨੇ ਕੀ ਕੀਤਾ, ਕਹਿੰਦੇ ਉਹ ਨਾ ਉਸ ਦਰਿਆ ਦੇ ਕੰਢੇ ਤੇ ਆਇਆ। ਦਰਿਆ ਦੇ ਕੰਢੇ ਤੇ ਆ ਕੇ ਨਾ ਉਹਨੇ ਆਪਣੇ ਬੋਝੇ ਵਿੱਚੋਂ, ਆਪਣੇ ਬੈਗ ਵਿੱਚੋਂ, ਆਪਣੇ ਬਸਤੇ ਵਿੱਚੋਂ ਇੱਕ ਲੋਟਾ ਕੱਢਿਆ। ਲੋਟਾ ਆਪ ਜੀ ਸਮਝਦੇ, ਇੱਕ ਭਾਂਡਾ ਕੱਢਿਆ ਹੈ ਨਾ, ਤੇ ਉਹ ਭਾਂਡੇ ਦੇ ਨਾਲ ਉਹਨੇ ਦਰਿਆ ਦੇ ਵਿੱਚੋਂ ਪਾਣੀ ਭਰਿਆ ਤੇ ਉਹਨੇ ਪਾਣੀ ਪੀਤਾ। ਠੀਕ ਹੈ। ਫਿਰ ਉਹਨੇ ਕੀ ਕੀਤਾ, ਉਸੇ ਲੋਟੇ ਚੋਂ ਫਿਰ ਪਾਣੀ ਭਰਿਆ ਤੇ ਫਿਰ ਉਹਨੇ ਆਪਣੇ ਆਪ ਨੂੰ ਇਸ਼ਨਾਨ ਕਰਾਇਆ। ਇਸ਼ਨਾਨ ਕੀਤਾ, ਸੁੱਚ ਹੋਇਆ, ਚੰਗੇ ਬਸਤਰ ਨਵੇਂ ਲਿਆਂਦੇ ਸੀ ਨਾਲ ਉਹਨੇ ਪਾ ਲਏ ਤੇ ਫਿਰ ਅੱਗੇ ਚਲਾ ਗਿਆ ਜਿੱਥੇ ਜਾਣਾ ਸੀ। ਹੁਣ ਉਹਦੇ ਪਿੱਛੇ ਇੱਕ ਦੂਸਰਾ ਬੰਦਾ ਆਇਆ ਤੇ ਉਸ ਦੂਸਰੇ ਬੰਦੇ ਨੇ ਕੀ ਕੀਤਾ, ਉਹਨੇ ਵੀ ਮਨ 'ਚ ਇਹੀ ਸੋਚਿਆ, ਕਹਿੰਦੇ ਮੈਂ ਕੀ ਕਰਾਂ, ਕਹਿੰਦੇ ਮੈਂ ਵੀ ਪਾਣੀ ਪੀਣਾ, ਪਿਆਸ ਬੜੀ ਲੱਗੀ ਹੈ, ਇਸ਼ਨਾਨ ਵੀ ਕਰਨਾ। ਤੇ ਉਹਨੇ ਕੀ ਕੀਤਾ, ਉਹਨੇ ਉਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਉਹਨੇ ਦਰਿਆ 'ਚ ਛਾਲ ਮਾਰ ਦਿੱਤੀ। ਜਦੋਂ ਦਰਿਆ 'ਚ ਛਾਲ ਮਾਰੀ, ਨਾ ਤੇ ਉਹਦੀ ਪਿਆਸ ਬੁਝੀ, ਨਾ ਉਹ ਸੁੱਚ ਹੋ ਸਕਿਆ, ਸਗੋਂ ਦਰਿਆ ਦੇ ਵਿੱਚ ਡੁੱਬ ਕੇ ਉਹ ਮਰ ਗਿਆ। ਸੋ ਹੁਣ ਤੁਸੀਂ ਮੈਨੂੰ ਛੇਤੀ ਇਹ ਦੱਸ ਦਿਓ ਕਿ ਦੋਨਾਂ ਵਿੱਚੋਂ ਸਿਆਣਾ ਕੌਣ ਹੈ, ਪਹਿਲਾ ਵਾਲਾ ਕਿ ਦੂਸਰਾ ਵਾਲਾ? ਕੌਣ ਸਿਆਣਾ ਹੈ ਦੋਨਾਂ ਵਿੱਚ? ਪਹਿਲਾ ਵਾਲਾ ਕਿਉਂ ਸਿਆਣਾ ਹੈ ਪਿਆਰਿਓ? Why the first one? ਪਹਿਲਾ ਵਾਲਾ ਕਿਉਂ ਸਿਆਣਾ ਹੈ? ਕੋਈ ਅਨਮਿਊਟ ਕਰਕੇ ਕਹਿਣਾ ਚਾਹੇਗਾ ਕੁਝ? ਉਸ ਕੋਲ ਗੁਣ ਸੀ, ਬਿਲਕੁਲ, ਉਹਨੇ ਸਮਝਦਾਰੀ ਨਾਲ ਕੰਮ ਕੀਤਾ, ਹੈ ਨਾ। ਪਰ ਇਹਦੇ ਵਿੱਚ ਆਪਾਂ ਇੱਕ ਗੱਲ ਸਮਝੀਏ, ਉਹ ਜਿਹੜਾ ਲੋਟਾ ਹੈ ਨਾ,
ਉਹ ਸਭ ਤੋਂ ਵੱਡੀ ਦਾਤ ਹੈ ਜੋ ਸਾਡੇ ਕੋਲ ਹੋਣੀ ਚਾਹੀਦੀ ਹੈ। ਜੇ ਮੇਰੇ ਕੋਲ ਉਹ ਲੋਟਾ ਨਹੀਂ ਗਾ ਤੇ ਮੇਰੇ ਕੋਲ ਪਦਾਰਥ ਬੜੇ ਨੇ, ਹੈ ਨਾ। ਜੇ ਮਾਤਾ ਜੀ ਨੇ ਮੇਰੇ ਸਾਹਮਣੇ ਲਿਆ ਕੇ ਅੱਜ 5 ਪ੍ਰਸ਼ਾਦੇ ਰੱਖ ਦਿੱਤੇ ਤੇ ਮਾਤਾ ਜੀ ਨੇ ਕਿਹਾ ਪੁੱਤਰ ਉਨਾ ਖਾਈ ਜਿੰਨੀ ਦੀ ਭੁੱਖ ਹੋਵੇ, ਹੈ ਨਾ। ਪਰ ਮੈਂ ਕਹਾਂ ਮਾਤਾ ਜੀ ਸਬਜ਼ੀ ਬਹੁਤ ਸਵਾਦੀਲੀ ਬਣੀ ਅੱਜ ਤੇ ਮੈਂ ਸਾਰੀ ਦੀ ਸਾਰੀ ਖਾ ਜਾਣੀ, ਤੇ ਮੈਂ 5 ਪ੍ਰਸ਼ਾਦੇ 6 ਪ੍ਰਸ਼ਾਦੇ 7 ਪ੍ਰਸ਼ਾਦੇ ਮੈਂ ਛਕੀ ਗਿਆ, ਤੇ ਜੇ ਮੈਂ ਖਾਈ ਗਿਆ ਫਿਰ ਢਿੱਡ ਪੀੜ ਹੋਵੇਗਾ ਹੀ ਹੋਵੇਗਾ ਨਾ। ਤੇ ਜੇ ਢਿੱਡ ਪੀੜ ਹੋਵੇਗਾ, ਮੈਨੂੰ ਵੀ ਪਤਾ ਢਿੱਡ ਪੀੜ ਹੋਵੇਗਾ, ਤੇ ਮੈਨੂੰ ਇਹ ਗੱਲ ਸੁਚੇਤ ਰਹਿਣੀ ਚਾਹੀਦੀ ਹੈ ਕਿ ਜੇ ਬਹੁਤ ਕੁਛ ਮੈਨੂੰ ਪਰਮਾਤਮਾ ਨੇ ਦਿੱਤਾ ਹੈ ਤੇ ਉਸ ਬਹੁਤ ਕੁਛ ਵਿੱਚੋਂ ਕਿੰਨੇ ਦੀ ਮੈਨੂੰ ਲੋੜ ਹੈ। ਲੋੜ ਤੇ ਮੈਨੂੰ 2 ਪ੍ਰਸ਼ਾਦੀਆਂ ਸੀ, ਬਾਕੀ ਮੈਂ ਲਾਲਚ ਵਸ ਖਾਦੇ ਨੇ, ਹੈ ਨਾ। ਤੇ ਅੱਜ ਦਾ ਜਦੋਂ ਆਪਾਂ ਇਸ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਆਪਾਂ ਇਸ ਪੱਖ ਨੂੰ ਸਮਝੀਏ। ਬਾਬਾ ਫਰੀਦ ਸਾਹਿਬ ਕਹਿੰਦੇ ਤੈਨੂੰ ਪਰਮਾਤਮਾ ਨੇ ਬਹੁਤ ਕੁਛ ਦਿੱਤਾ, ਪਰ ਤੂੰ ਇਹ ਭੁੱਲ ਗਿਆ ਕਿ ਤੇਰਾ ਜੀਵਨ ਦਾ ਮੰਤਵ ਕੀ ਸੀ, ਤੇਰਾ ਪਰਪਸ ਕੀ ਸੀ ਸੰਸਾਰ ਚ ਆਉਣ ਦਾ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਨਹੀਂ, ਮਾਈ ਪਰਪਸ ਵਾਜ਼ ਕਿ ਮੈਂ ਘਰ ਇਸ ਸੰਸਾਰ ਚ ਆਇਆ, ਸੰਸਾਰ ਚ ਆ ਕੇ ਮੈਂ ਪੜ੍ਹਨਾ ਲਿਖਣਾ, ਚੰਗਾ ਸਕੂਲ ਚ ਦਾਖਲਾ ਲੈਣਾ, ਚੰਗਾ ਕਾਲਜ ਚ ਦਾਖਲਾ ਲੈਣਾ, ਚੰਗੀ ਜੌਬ ਲੈਣੀ, ਚੰਗਾ ਘਰ-ਬਾਰ ਵਸਾਉਣਾ, ਪੈਸਾ ਇਕੱਠਾ ਕਰਨਾ, ਗੱਡੀ ਚਲਾਉਣੀ, ਰੋਲਸ ਰॉयस ਲੈਣੀ, ਹੈ ਨਾ। ਐਂਡ ਦੈਨ ਆਈ ਸ਼ੁਡ ਹੈਵ, ਮੇਰੇ ਕੋਲ ਮਹਿੰਗੀ ਘੜੀ ਹੋਣੀ ਚਾਹੀਦੀ ਹੈ, ਮੇਰੇ ਕੋਲ ਨਵੀਂ ਮੋਟਰਸਾਈਕਲ ਹੋਣੀ ਚਾਹੀਦੀ ਹੈ ਨਾ। ਇਹ ਸਾਰਾ ਕੁਛ ਮੇਰੇ ਕੋਲ ਹੋਣਾ ਚਾਹੀਦਾ। ਪਰ ਜਰਾ ਪੁੱਛ ਕੇ ਦੇਖੋ ਆਸ-ਪਾਸ ਵਾਲੇ ਨੂੰ ਜਿਨ੍ਹਾਂ ਕੋਲ ਇਹ ਸਭ ਕੁਛ ਹੈਗਾ, ਕਿ ਉਹ ਖੁਸ਼ ਨੇ? ਕਿ ਉਹ ਖੁਸ਼ ਨੇ? ਉਹਨਾਂ ਨੇ ਵੀ ਇਹੀ ਜਵਾਬ ਦੇਣਾ, ਕਹਿੰਦੇ ਬਸ ਸਭ ਕੁਛ ਹੈਗਾ, ਇੱਕ ਚੀਜ਼ ਨਹੀਂ ਗੀ, ਬਸ ਉਹ ਮਿਲ ਜਾਏ ਤੇ ਮੈਂ ਖੁਸ਼ ਹੋ ਜਾਵਾਂ। ਤੇ ਜੇ ਸਭ ਕੁਛ ਮੇਰੇ ਕੋਲ ਹੈ, ਇੱਕ ਚੀਜ਼ ਨਹੀਂ ਹੈਗੀ, ਤੇ ਉਹ ਇੱਕ ਚੀਜ਼ ਕਦੇ ਪੂਰੀ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਮੇਰਾ ਉਹ ਜਿਹੜਾ ਅੰਦਰ ਦਾ ਰਜੀਵਾ ਹੈ ਉਹ ਭਰਦਾ ਹੀ ਨਹੀਂ ਗਾ, ਅੰਦਰ ਰੱਜਦਾ ਨਹੀਂ ਗਾ। ਤੇ ਫਰੀਦ ਸਾਹਿਬ ਕਹਿੰਦੇ ਤੂੰ ਦੇਖ ਕਿ ਤੇਰੇ ਕੰਮ ਜਿਹੜੇ ਨੇ ਨਾ ਉਹ ਤੈਨੂੰ ਗਲਤਾਨ ਕਰਨ ਵਾਲੇ ਨੇ। ਹੁਣ ਪ੍ਰੋਬਲਮ ਕੀ ਹੈ ਸਾਡੇ ਸਾਹਮਣੇ? ਦੇਖੋ, ਸਾਨੂੰ ਸਾਰਿਆਂ ਨੂੰ 24 ਘੰਟੇ ਮਿਲਦੇ ਆ, ਦਿਨ ਤੇ ਰਾਤ, ਹੈ ਨਾ। ਕਿਸੇ ਨੂੰ 25 ਤੇ ਨਹੀਂ ਮਿਲਦੇ, ਕਿਸੇ ਨੂੰ 24 ਵੀ ਨਹੀਂ ਮਿਲਦੇ, 23 ਵੀ ਨਹੀਂ ਮਿਲਦੇ, ਜਾਂ ਕਿਸੇ ਨੂੰ 27 ਵੀ ਨਹੀਂ ਮਿਲਦੇ। ਸਾਰਿਆਂ ਨੂੰ 24 ਘੰਟੇ ਮਿਲਦੇ। ਇੱਕ ਭਗਤ ਨੂੰ ਵੀ, ਇੱਕ ਸੰਸਾਰੀ ਨੂੰ ਵੀ, ਤੇ ਇੱਕ ਕਾਮੀ ਨੂੰ ਵੀ, ਇੱਕ ਕ੍ਰੋਧੀ ਨੂੰ ਵੀ, ਇੱਕ ਲੋਭੀ ਨੂੰ ਵੀ, ਇੱਕ ਵਿਕਾਰੀ ਨੂੰ ਵੀ, ਸਾਰਿਆਂ ਨੂੰ 24 ਘੰਟੇ ਪਰਮਾਤਮਾ ਨੇ। ਪਰ ਸਾਨੂੰ ਅੱਜ ਇਹ ਸਮਝਣਾ ਆ ਕਿ ਅਸੀਂ ਇਹ ਗੱਲ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਗਾ, ਅਸੀਂ ਬਾਣੀ ਪੜ੍ਹਨੀ ਆ, ਸਾਡੇ ਕੋਲ ਸਮਾਂ ਨਹੀਂ ਗਾ, ਅਸੀਂ ਜੀਵਨ 'ਚ ਚੰਗੇ ਗੁਣ ਕਮਾਣੇ, ਸਾਡੇ ਕੋਲ ਸਮਾਂ ਨਹੀਂ ਗਾ। ਪਰ ਬਾਬਾ ਫਰੀਦ ਸਾਹਿਬ ਇਹ ਗੱਲ ਕਹਿੰਦੇ ਤੇਰੇ ਕੋਲ ਸਮਾਂ ਬਹੁਤ ਹੈ, ਪਰ ਤੈਨੂੰ ਸਮੇਂ ਦੀ ਵਰਤੋਂ ਚੱਜ ਨਾਲ ਨਹੀਂ ਕਰਨੀ ਆਉਂਦੀ। ਤੈਨੂੰ ਇਹ ਗੱਲ ਦਾ ਪਤਾ ਨਹੀਂ, ਅੰਦਾਜ਼ਾ ਨਹੀਂ ਗਾ ਕਿ ਉਸ ਸਮੇਂ ਨੂੰ ਵਰਤਣਾ ਕਿਵੇਂ ਹੈ। ਤੈਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਗਾ ਕਿ ਜੀਵਨ ਵਿੱਚ ਜਦੋਂ ਤੂੰ ਵਰਤ ਰਿਹਾ, ਜੀਵਨ ਚਲਾ ਰਿਹਾ, ਤੇ ਤੂੰ ਬੜੇ ਏਦਾਂ ਦੇ ਕੰਮ ਕਰਦਾ ਜੋ ਤੇਰੇ ਸਿਰ ਦਾ ਭਾਰ ਬਣ ਜਾਂਦੇ ਨੇ। ਕਿਵੇਂ? ਤੁਸੀਂ ਕਦੇ ਦੇਖੋ ਆਸ-ਪਾਸ ਆਪਣੇ ਨਾ ਬੜੇ ਸੋਹਣੇ ਸੋਹਣੇ ਉਦਾਹਰਨ ਨੇ ਬਾਣੀ ਦੇ ਵਿੱਚ। ਮਹਾਰਾਜ ਨੇ ਬਾਣੀ 'ਚ ਇੱਕ ਉਦਾਹਰਨ ਦਿੱਤਾ। ਮਹਾਰਾਜ ਕਹਿੰਦੇ ਆਪਣੇ ਆਸ-ਪਾਸ ਦੇਖੋ, ਤੁਸੀਂ ਦੇਖੋ ਮਕੜਾ ਹੁੰਦਾ ਨਾ, ਜਾਲ ਬੁਣਦਾ ਆ, ਹੁੰਦਾ ਜਾਲ, ਕਦੇ ਦੇਖੋ ਉਹਨੂੰ, ਬੜਾ ਸੋਹਣਾ ਜਿਹਾ ਜਾਲ ਬਣਾਉਂਦਾ ਹੈ ਨਾ। ਬਹੁਤ ਡੈਫੀਨਿਟ ਪੈਟਰਨਸ ਹੁੰਦੇ ਨੇ ਮਕੜਿਆਂ ਦੇ ਜਾਲਾ ਬਣਾਉਣ ਦੇ। ਤੇ ਉਸ ਸਾਰੇ ਜਾਲੇ ਦੇ ਵਿੱਚ ਨਾ ਮਕੜਾ ਜਦੋਂ ਬੁਣ ਰਿਹਾ ਹੁੰਦਾ ਨਾ ਜਾਲਾ, ਤੇ ਉਹ ਇਹ ਚੀਜ਼ ਸੋਚਦਾ ਹੈ ਕਿ ਮੈਂ ਇਸ ਜਾਲੇ ਵਿੱਚ ਬੜੀ ਖੁਸ਼ੀ ਰਵਾਂਗਾ, ਬਹੁਤ ਖੁਸ਼ੀ ਰਵਾਂਗਾ। ਪਰ ਜਦੋਂ ਅੰਤਲਾ ਸਮਾਂ ਆਉਂਦਾ ਨਾ ਮਕੜੇ ਦਾ, ਤੇ ਉਹ ਬਹੁਤ ਬਿਰਧ ਹੋ ਜਾਂਦਾ ਹੈ। ਠੀਕ ਹੈ, ਜਦੋਂ ਬਿਰਧ ਹੋ ਜਾਂਦਾ ਨਾ, ਤੇ ਉਹ ਤੋਂ ਤੁਰਿਆ ਨਹੀਂ ਜਾਂਦਾ, ਤੇ ਜਦੋਂ ਤੁਰਦਾ ਤੇ ਉਸੇ ਜਾਲੇ ਵਿੱਚ ਜੋ ਉਹਨੇ ਬਣਾਇਆ ਸੀ ਉਸੇ ਵਿੱਚ ਫਸ ਜਾਂਦਾ। ਤੇ ਜਦੋਂ ਫਸ ਜਾਂਦਾ ਹੈ ਤੇ ਕੋਈ ਭੋਜਨ ਉਸ ਤੱਕ ਪਹੁੰਚਦਾ ਨਹੀਂ, ਤੇ ਉਹ ਆਪ ਉਸ ਜਾਲੇ ਤੋਂ ਨਿਕਲ ਨਹੀਂ ਸਕਦਾ, ਤੇ ਫਿਰ ਉਹ ਭੁੱਖ ਕਰਕੇ ਉਹ ਮਕੜਾ ਜਿਹੜਾ ਮਰ ਜਾਂਦਾ ਹੈ। ਠੀਕ ਹੈ, ਇਸ ਤਰ੍ਹਾਂ ਉਹਦਾ ਅੰਤ ਹੁੰਦਾ ਹੈ। ਪਰ ਸਤਿਗੁਰੂ ਜੀ ਸਾਨੂੰ ਬਾਣੀ ਸਮਝਾਉਂਦੀ, ਕਹਿੰਦੇ ਦੇਖ, ਤੂੰ ਕਿਹਾ ਸੀਗਾ ਕਿ ਤੇਰੇ ਕੋਲ ਫੋਨ ਆ ਜਾਵੇ, ਸਮਾਰਟਫੋਨ ਆ ਜਾਵੇ, ਐਂਡ ਤੂੰ ਕਿਹਾ ਸੀ ਕਿ ਮੇਰੇ ਕੋਲ ਸਮਾਰਟਫੋਨ ਆ ਜਾਏ ਨਾ, ਮੈਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਾਂਗਾ, ਹੈ ਨਾ। ਤੂੰ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਮੇਰਾ ਇਹ ਸਕੂਲੇ ਦਾਖਲਾ ਹੋ ਜਾਏ, ਮੈਂ ਰੋਜ਼ ਨਿਤਨੇਮ ਕਰਕੇ ਸਕੂਲ ਜਾਇਆ ਕਰਾਂਗਾ। ਅਸੀਂ ਇਹ ਗੱਲ ਕਹੀ ਸੀ ਮੇਰਾ ਪ੍ਰਮੋਸ਼ਨ ਹੋ ਜਾਵੇ, ਹੈ ਨਾ, ਤੇ ਮੈਂ ਰੋਜ਼ ਗੁਰਦੁਆਰੇ ਜਾ ਕੇ ਕੀਰਤਨ ਸੁਣਿਆ ਕਰਾਂਗਾ, ਕੀਰਤਨ ਕਰਿਆ ਕਰਾਂਗਾ। ਸਤਿਗੁਰੂ ਜੀ ਨੇ ਉਹ ਕੰਮ ਤੇ ਦੇ ਦਿੱਤਾ, ਸਾਨੂੰ ਫੋਨ ਦੇ ਦਿੱਤਾ, ਸਮਾਰਟਫੋਨ ਦੇ ਦਿੱਤਾ ਕਿ ਹਾਂ ਠੀਕ,
ਪਰ ਉਹ ਸਮਾਰਟਫੋਨ ਤੇ ਹੁਣ ਮੈਂ ਬਹਿ ਕੇ ਨਾ ਗੇਮਾਂ ਖੇਡਦਾ ਹੈ ਨਾ। ਐਂਡ ਫਿਰ ਸ਼ਾਮ ਨੂੰ ਜਦੋਂ ਸੰਧਿਆ ਵੇਲਾ ਆਉਂਦਾ ਹੈ, ਰਹਿਰਾਸ ਸਾਹਿਬ ਦਾ ਵੇਲਾ ਆਉਂਦਾ, ਤੇ ਮੈਨੂੰ ਮਾਤਾ ਜੀ ਮੇਰੇ ਕਹਿੰਦੇ ਪੁੱਤਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਅੱਜ? ਮੈਂ ਕਹੂੰਗਾ ਮਾਤਾ ਜੀ ਸਮਾਂ ਹੀ ਨਹੀਂ ਮਿਲਿਆ। ਸਮਾਂ ਤੇ ਸੀ ਮੇਰੇ ਕੋਲ ਸਮਾਂ ਸੀ, ਪਰ ਮੈਨੂੰ ਸਮੇਂ ਦੀ ਵਰਤੋਂ ਕਰਨੀ ਨਹੀਂ ਆਈ ਕਿ ਮੈਂ ਉਸ ਸਮੇਂ ਨੂੰ ਵਰਤਣਾ ਕਿਵੇਂ ਹੈ, ਸਮੇਂ ਨੂੰ ਸਫਲਾ ਕਿਵੇਂ ਕਰਨਾ। ਸੋ ਮੇਰੇ ਸਾਹਮਣੇ ਇਹ ਵਿਸ਼ਾ ਨਹੀਂ ਗਾ ਹੁਣ ਕਿ ਸਹੀ ਕੀ ਆ ਤੇ ਗਲਤ ਕੀ ਹੈ। ਮੇਰੇ ਸਾਹਮਣੇ ਹੁਣ ਵਿਸ਼ਾ ਇਹ ਆ ਕਿ ਸਹੀ ਕੀ ਹੈ ਔਰ ਜ਼ਿਆਦਾ ਸਹੀ ਕੀ ਹੈ। ਅੱਜ ਇਹ ਚੁਣਨਾ ਹੈ ਨਾ। ਮੇਰੇ ਕੋਲ ਬੜੇ ਸਾਰੇ ਮਿੱਤਰ ਹੋਣਗੇ, ਪਰ ਅੱਜ ਮੈਨੂੰ ਚੁਣਨਾ ਆ ਕਿ ਉਹਨਾਂ ਮਿੱਤਰਾਂ ਦੇ ਵਿੱਚੋਂ ਗੁਰਸਿੱਖ ਕਿਹੜੇ ਕਿਹੜੇ ਹੈ ਨਾ। ਉਹਨਾਂ ਮਿੱਤਰਾਂ ਵਿੱਚੋਂ ਚੁਣੋ ਕੌਣ ਤੁਹਾਨੂੰ ਦੁਨਿਆਵੀ ਰਸਤੇ ਵੱਲ ਤੋਰਦਾ ਹੈ, ਕੌਣ ਤੁਹਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਂਦਾ। ਉਹਨਾਂ ਦੋਸਤਾਂ ਦੇ ਕੋਲ ਬਹਿ ਕੇ ਗੁਰੂ ਦੀਆਂ ਗੱਲਾਂ ਕਰੋ, ਉਹਨਾਂ ਦੇ ਨਾਲ ਬਹਿ ਕੇ ਸਤਿਗੁਰੂ ਜੀ ਦੀਆਂ ਬਾਤਾਂ, ਸਤਿਗੁਰੂ ਜੀ ਦੀਆਂ ਸਾਖੀਆਂ, ਸਤਿਗੁਰੂ ਜੀ ਦੇ ਇਤਿਹਾਸ ਬਾਣੀ ਦੀ ਵਿਚਾਰ ਕਰਨੀ ਸ਼ੁਰੂ ਕਰੋ। ਜੋ ਮੈਨੂੰ ਪਤਾ ਆ ਮੈਂ ਉਹਨੂੰ ਦੱਸਾਂ, ਜੋ ਉਹਨੂੰ ਪਤਾ ਆ ਉਹ ਮੈਨੂੰ ਦੱਸੇ। ਹਾਂ, ਪਰ ਇੱਕ ਕੰਮ ਆਪਾਂ ਇਹ ਬੜਾ ਵਕਤੀ ਤੌਰ ਤੇ ਸਮਾਂ ਗਵਾਉਂਦੇ ਆ, ਉਹ ਹੈ ਗੱਲਾਂ ਕਰਕੇ। ਦੇਖੋ ਬਹੁਤ ਪਿਆਰ ਜੀ, ਮੈਂ ਆਪ ਜੀ ਨੂੰ ਉਦਾਹਰਨ ਦੇਣ ਲੱਗਾ, ਔਰ ਇਹ ਬੜੀ ਵੱਡੀ ਜੁਗਤ ਹੈ ਬਾਣੀ ਦੀ। ਸਾਡੇ ਮੁੱਖ ਦਾ ਕੰਮ ਕੀ ਹੈ ਦੱਸੋ? ਮੂੰਹ ਕੀ ਕਰਦਾ? ਮੂੰਹ ਕੀ ਕਰਦਾ? ਕੰਨ ਕੀ ਕਰਦੇ ਨੇ? ਅੱਖਾਂ ਕੀ ਕਰਦੀਆਂ? ਦੱਸੋ ਫਟਾਫਟ। ਮੂੰਹ ਦੇ ਨਾਲ ਅਸੀਂ ਕੀ ਕਰਦੇ ਹਾਂ? ਅਸੀਂ ਬੋਲਦੇ ਹਾਂ, ਹੈ ਨਾ। ਮੂੰਹ ਦੇ ਨਾਲ ਅਸੀਂ ਬੋਲਦੇ ਹਾਂ, ਅੱਖਾਂ ਦੇ ਨਾਲ ਅਸੀਂ ਦੇਖਦੇ ਹਾਂ, ਕੰਨਾਂ ਦੇ ਨਾਲ ਅਸੀਂ ਸੁਣਦੇ ਹਾਂ, ਹੈ ਨਾ। ਹੁਣ ਜੇ ਮੈਂ ਇਹ ਗੱਲ ਕਵਾਂ ਕਿ ਮੇਰੀਆਂ ਅੱਖਾਂ ਬੰਦ ਕਰ ਦੇਵਾਂ ਤੇ ਮੈਂ ਸੰਸਾਰ ਏਦਾਂ ਹੀ ਜਿਉਣਾ ਚਾਹੁੰਦਾ, ਕੀ ਮੈਂ ਕਰ ਸਕਦਾ? ਨਹੀਂ, ਮੈਨੂੰ ਦੇਖਣਾ ਪਵੇਗਾ ਸੰਸਾਰ ਨੂੰ। ਜੇ ਮੈਂ ਕੰਨ ਬੰਦ ਕਰ ਦੇਵਾਂ ਤੇ ਕਵਾਂ ਮੈਂ ਏਦਾਂ ਹੀ ਸੰਸਾਰ ਨੂੰ ਜਿਉਣਾ ਚਾਹੁੰਦਾ, ਮੈਂ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਦਾ ਇਹ ਐਨਰਜੀਜ਼ ਨੇ, ਹੈ ਨਾ। ਮੇਰੀਆਂ ਅੱਖਾਂ ਦੇਖਣਾ ਚਾਹੁੰਦੀਆਂ ਨੇ। ਤੁਸੀਂ ਅੱਜ ਬੜਾ ਸੋਹਣਾ ਜਿਹਾ ਕੋਈ ਚੀਜ਼ ਲਿਆ ਕੇ ਅੱਖਾਂ ਦੇ ਸਾਹਮਣੇ ਰੱਖੋ ਤੇ ਅੱਖਾਂ ਦੇਖਣਾ ਚਾਹਣਗੀਆਂ, ਹੈ ਨਾ। ਹੋਰ ਕਹਿਣਗੀਆਂ ਹੋਰ ਦਿਖਾਓ, ਹੋਰ ਦਿਖਾਓ, ਹੈ ਨਾ। ਫਿਰ ਤੁਸੀਂ ਕੰਨਾਂ ਦੇ ਵਿੱਚ ਕੋਈ ਚੀਜ਼ ਸੁਣਨ ਵਾਸਤੇ ਪਾਓ ਤੇ ਉਹ ਕੰਨ ਕਹਿੰਦੇ ਨੇ ਹੋਰ ਸੁਣਾਓ, ਹੋਰ ਸੁਣਾਓ। ਫਿਰ ਮੂੰਹ ਨਾਲ ਬੋਲਣ ਲੱਗੋ ਤੇ ਮੂੰਹ ਕਹਿੰਦਾ ਬੋਲੀ ਜਾਵੋ, ਬੋਲੀ ਜਾਵੋ। ਸਮਝਣਾ ਸਾਡੇ ਵਾਸਤੇ ਕਿ ਇਹ ਐਨਰਜੀਜ਼ ਨੇ ਸਾਡੇ ਜੀਵਨ ਦੀਆਂ। ਸਤਿਗੁਰੂ ਇੱਕ ਗੱਲ ਸਾਨੂੰ ਸਮਝਾਉਂਦੇ, ਪੁੱਤਰ ਆ ਤੇਰੇ ਜਿਹੜੇ ਇੰਦਰੇ ਨੇ ਨਾ, ਆ ਇੰਦਰੇ ਜੀਵਨ ਦੇ ਵਿੱਚ ਗਲਤਾਨ ਹੁੰਦੇ ਨੇ, ਖਰਾਬ ਹੋ ਜਾਂਦੀਆਂ ਅੱਖਾਂ। ਕਿਵੇਂ ਖਰਾਬ ਹੁੰਦੀਆਂ? ਮੰਨ ਕਿਹਾ ਧੰਨ ਗੁਰੂ ਰਾਮਦਾਸ ਸੱਚੀ ਸਰਕਾਰ ਸਤਿਗੁਰਾਂ ਦਾ ਬਚਨ ਆ, ਮਨ ਕਹਿੰਦੇ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲੇ ਆ। ਆਪਾਂ ਬੜਾ ਮਾਣ ਕਰਦੇ ਨਾ ਇਹਨਾਂ ਅੱਖਾਂ ਤੇ। ਮਹਾਰਾਜ ਕਹਿੰਦੇ ਇਹ ਅੱਖਾਂ ਮਾੜੀਆਂ ਨੇ ਜਿਨ੍ਹਾਂ ਅੱਖਾਂ ਦੇ ਨਾਲ ਤੂੰ ਗੁਰਸਿੱਖਾਂ ਦੇ ਦਰਸ਼ਨ ਨਹੀਂ ਕਰਦਾ। ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ। ਕਹਿੰਦੇ ਜਿਨ੍ਹਾਂ ਕੰਨਾਂ ਦੇ ਨਾਲ ਤੂੰ ਗੁਰ ਸ਼ਬਦ ਨਹੀਂ ਸੁਣਦਾ ਨਾ, ਭਲਿਆ ਦੇਖ ਇਹ ਤੇਰੇ ਕੰਨ ਖਰਾਬ ਹੋ ਜਾਣਗੇ, ਤੇਰਾ ਸਾਥ ਛੱਡ ਦੇਣਗੇ ਵਕਤੀ ਸੇ। ਫਿਰ ਉਹਨਾਂ ਕਿਹਾ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਏ। ਕਹਿੰਦੇ ਜਿਹੜੇ ਮੂੰਹ ਦੇ ਨਾਲ ਤੂੰ ਲੋਕਾਂ ਦੀ ਨਿੰਦਿਆ ਕਰਦਾ ਹੈ, ਤੂੰ ਮਾੜੇ ਸ਼ਬਦ ਬੋਲਦਾ ਹੈ, ਤੂੰ ਗੁੱਸਾ ਕਰਦਾ ਹੈ ਇਸ ਜੇਬਾਂ ਦੇ ਨਾਲ, ਹੈ ਨਾ, ਤੂੰ ਫਿੱਕਾ ਬੋਲਦਾ ਆ। ਮਹਾਰਾਜ ਕਹਿੰਦੇ ਨਹੀਂ, ਇਸ ਰਸਨਾ ਤੂੰ ਬਾਣੀ ਨਹੀਂ ਜਪੀ ਨਾ, ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਹੈ ਨਾ, ਤੂੰ ਸਹਿਜ ਪਾਠ ਨਹੀਂ ਕੀਤਾ। ਸਤਿਗੁਰੂ ਨੇ ਕਿਹਾ, ਕਹਿੰਦੇ ਦੇਖ ਤਿਲ ਤਿਲ ਕਰ ਕੱਟੀਏ। ਕਹਿੰਦੇ ਰਸਨਾ ਕੱਟੀ ਜਾਵੇਗੀ। ਉਹਨਾਂ ਕਿਹਾ ਹਰ ਹਾਂ ਜਬ ਬਿਸਰੈ ਗੋਬਿੰਦ ਨਾਮ ਦਿਨੋਂ ਦਿਨ ਘਟੀਐ। ਅਸੀਂ ਕਹਿੰਦੇ ਹਾਂ ਅਸੀਂ ਵੱਡੇ ਹੋ ਰਹੇ ਹਾਂ, ਹੈ ਨਾ। ਪਿਛਲੇ ਸਾਲ ਅਸੀਂ ਲੈਟਸ ਸੇ 15 ਸਾਲਾਂ ਦੇ ਸੀ, ਹੁਣ ਅਸੀਂ 16 ਦੇ ਹੋ ਗਏ ਹਾਂ। ਮਹਾਰਾਜ ਕਹਿੰਦੇ ਨਹੀਂ, ਦੇਖ ਤੂੰ ਘਟਦਾ ਪਿਆ ਹੈ। ਕਿਉਂ? ਕਿਉਂਕਿ ਤੂੰ ਇਹ ਕੰਮ ਨਹੀਂ ਕਰਦਾ। ਤੂੰ ਨਾ ਕੰਨਾਂ ਤੋਂ ਬਾਣੀ ਸੁਣੀ, ਨਾ ਅੱਖਾਂ ਤੋਂ ਦੀਦਾਰ ਗੁਰਸਿੱਖਾਂ ਦੇ ਸਤਿਗੁਰੂ ਜੀ ਦੇ ਕੀਤੇ, ਤੇ ਨਾ ਤੂੰ ਮੁਖ ਦੇ ਨਾਲ ਗੁਰਸ਼ਬਦ ਬੋਲਿਆ, ਬਾਣੀ ਬੜੀ ਸਹਿਜ ਪਾਠ ਬੋਲਿਆ ਨਾ। ਤੇ ਆਪਾਂ ਇਸ ਕਰਕੇ ਸਾਡਾ ਜੀਵਨ ਘਟਦਾ ਹੈ। ਕੇਵਲ ਫਿਜ਼ੀਕਲ ਤੌਰ ਤੇ ਨਹੀਂ, ਅਸੀਂ ਘਟਦੇ ਜਾਂਦੇ ਹਾਂ ਅੰਦਰ ਦੇ ਤੌਰ ਤੇ, ਅਸੀਂ ਖਾਲੀ ਹੁੰਦੇ ਜਾਂਦੇ ਹਾਂ ਅੰਦਰੋਂ। ਤੇ ਅਸੀਂ ਕਿਵੇਂ ਚਾਰਜ ਹੋਵਾਂਗੇ? ਜਦੋਂ ਅਸੀਂ ਗੁਣ ਧਾਰਨ ਕਰਾਂਗੇ। ਉਹ ਇਹ ਚੀਜ਼ ਆਪਾਂ ਸਮਝੀਏ ਕਿ ਇੱਕ ਸੰਸਾਰੀ ਮਨੁੱਖ ਹੈ ਨਾ, ਜਿਹਨੂੰ ਕੋਈ ਮੰਤਵ ਨਹੀਂ ਗਾ ਕਿ ਮੈਂ ਬਾਣੀ ਨਹੀਂ ਪੜ੍ਹਨੀ, ਮੈਂ ਜੀਵਨ ਨਹੀਂ ਕਰਨਾ। ਇੱਕ ਵਿਕਾਰੀ ਹੈ ਜਿਹੜਾ ਵਿਕਾਰਾਂ ਦੇ ਵਿੱਚ ਪਿਆ ਹੋਇਆ, ਇੱਕ ਭਗਤ ਹੈ
ਜਿਹੜਾ ਗੁਰਸਿੱਖ ਹੈ ਉਹ ਭਗਤ ਹੈ। ਕਿਉਂ? ਕਿਉਂਕਿ ਗੁਰਸਿੱਖ ਗੁਰੂ ਦੇ ਰਸਤੇ ਤੇ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰਦਾ ਹੈ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਇਹ ਕਰਦੇ ਹਾਂ ਕਿ ਜਦੋਂ ਕਿਸੇ ਨੇ ਸਾਨੂੰ ਕਿਹਾ ਨਾ ਆ ਚੱਲ ਘੁੰਮਣ ਚੱਲਦੇ ਹਾਂ, ਹੈ ਨਾ, ਚੱਲ ਉੱਥੇ ਆ ਮਾੜਾ ਕੰਮ ਕਰਨ ਚੱਲਦੇ ਹਾਂ, ਚਲ ਉੱਥੇ ਬੈਠ ਕੇ ਆਪਾਂ ਤਾਸ਼ ਖੇਡਾਂਗੇ, ਵੀਡੀਓ ਗੇਮਸ ਖੇਡਾਂਗੇ, ਇਹ ਕਰਾਂਗੇ ਉਹ ਕਰਾਂਗੇ, ਤੇ ਅਸੀਂ ਬੜੀ ਛੇਤੀ ਉੱਠ ਕੇ ਬਹਿ ਜਾਂਦੇ ਹਾਂ। ਬੜੀ ਛੇਤੀ ਉੱਠ ਕੇ ਉਦੋਂ ਪਤਾ ਨਹੀਂ ਕਿੱਥੋਂ ਸਾਡੇ 'ਚ ਐਨਰਜੀ ਆ ਜਾਂਦੀ ਹੈ। ਤੇ ਜਦੋਂ ਕੋਈ ਕਵੇ ਆ ਵੀ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰੀ ਫਿਰ, ਨਹੀਂ ਮੈਨੂੰ ਨੀਂਦ ਆਉਂਦੀ ਪਈ ਹੈ, ਸਿਰ ਦੁਖਦਾ ਪਿਆ, ਹੁਣ ਪੈਰ ਦਰਦ ਹੁੰਦੇ ਪਏ ਨੇ, ਢਿੱਡ ਦੁਖਦਾ ਪਿਆ ਹੈ, ਕਰਦੇ ਆ ਨਾ ਸਾਰੇ ਅਸੀਂ। ਮਹਾਰਾਜ ਨੇ ਬਾਣੀ 'ਚ ਕਿਹਾ, ਕਹਿੰਦੇ ਦੇਖ ਤੇਰੀ ਬਿਰਤੀ ਕਿਹੋ ਜਿਹੀ ਹੈ, ਤੇਰੀ ਬਿਰਤੀ ਆ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਹਿੰਦੇ ਜਦੋਂ ਬਾਣੀ ਪੜ੍ਹਨ ਦੀ ਗੱਲ ਆਉਂਦੀ ਹੈ, ਸੇਵਾ ਕਰਨ ਦੀ ਗੱਲ ਆਉਂਦੀ, ਤੇ ਅਸੀਂ ਇੱਧਰ ਉੱਧਰ ਕਹਿੰਦੇ ਆ ਬਈ ਆਹ ਵੀ ਦੁਖਦਾ ਹੈ, ਆਹ ਵੀ ਦੁਖਦਾ, ਸਮਾਂ ਨੀ ਗਾ, ਵਕਤ ਨੀ ਗਾ, ਹੈ ਨਾ, ਆਮ ਬਿਜ਼ੀ, ਆਫਿਸ ਦਾ ਕੰਮ ਆ, ਸਕੂਲ ਦਾ ਹੋਮਵਰਕ ਪਿਆ, ਇੰਨਾ ਕੁਛ ਪਿਆ ਆ, ਸਾਰਾ ਕੁਛ ਅਸੀਂ ਗਿਣਾ ਦਿੰਦੇ। ਤੇ ਜਿਸ ਵੇਲੇ ਸਭ ਕੁਛ ਸਾਡੇ ਸਾਹਮਣੇ ਆ ਜਾਂਦਾ ਆ, ਹੈ ਨਾ, ਤੇ ਮਹਾਰਾਜ ਕਹਿੰਦੇ ਦੇਖ ਹੁਣ ਬੋਲ। ਸਾਹਮਣੇ ਸਾਡੇ ਸਾਹਮਣੇ ਕੋਈ ਆ ਕੇ ਕਹਿੰਦਾ ਅੱਛਾ ਚੱਲ ਵੀਡੀਓ ਗੇਮ ਖੇਡਣ ਚੱਲੀਏ, ਚਲ ਇੱਧਰ ਆਪਾਂ ਮਾੜੇ ਕੰਮ ਕਰਨ ਚੱਲਦੇ ਹਾਂ। ਅਸੀਂ ਕਹਿੰਦੇ ਹਾਂ ਠੀਕ, ਬੜਾ ਸਮਾਂ ਆ ਸਾਡੇ ਕੋਲ, ਤੂੰ ਦੱਸ ਸਹੀ ਕਿੰਨਾ ਕੁ ਕੰਮ, ਮੈਂ ਫ੍ਰੀ ਹਾਂ। ਮਹਾਰਾਜ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ। ਔਰ ਇਸੇ ਚੀਜ਼ ਵਿੱਚ ਹੁਣ ਸਾਨੂੰ ਕੀ ਕਰਨਾ ਆ? ਅਸੀਂ ਸਿੱਖਦੇ ਹਾਂ ਤੇ ਸਿੱਖਣਾ ਚਾਹੀਦਾ ਆ, ਪਰ ਸਿੱਖਣ ਦੇ ਨਾਲ ਨਾਲ ਇੱਕ ਕੰਮ ਕਰੀਏ, ਜਿਹੜਾ ਮਾੜਾ ਚੀਜ਼ਾਂ ਸਿੱਖ ਗਏ ਆ ਨਾ ਉਹਨਾਂ ਨੂੰ ਛੱਡਣਾ ਸ਼ੁਰੂ ਕਰੀਏ, ਅਨਲਰਨ ਕਰੀਏ ਆਪਣੇ ਆਪ ਨੂੰ। ਅਸੀਂ ਇੱਕ ਪਾਸੇ ਕਹਿੰਦੇ ਹਾਂ ਬਾਣੀ ਪੜ੍ਹਨੀ ਸਿੱਖੀਏ, ਦੂਸਰੇ ਪਾਸੇ ਇੱਕ ਕੰਮ ਹੋਰ ਕਰੀਏ, ਮਾੜੇ ਗੰਦੇ ਬੋਲ ਜਿਹੜੇ ਸੁਣੇ ਆ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਾਡੇ ਅੰਦਰ ਵੜ ਗਏ ਨੇ, ਸਾਡੇ ਅੰਦਰ ਵੜ ਜਾਂਦੇ। ਜੋ ਵੀ ਅਸੀਂ ਸੁਣਦੇ ਹਾਂ ਨਾ ਮਾੜਾ ਕਿਸੇ ਦਾ, ਸਾਡੇ ਅੰਦਰ ਬਹਿ ਜਾਂਦਾ ਹੈ ਜਾ ਕੇ। ਇੱਕ ਪਾਸੇ ਚੰਗੇ ਗੁਣ ਧਾਰਨ ਕਰੀਏ। ਆਪਾਂ ਕੱਲ ਭੈਣ ਜੀ ਹੋਰਾਂ ਨੇ ਆਪ ਜੀ ਦੇ ਨਾਲ ਗੱਲ ਕੀਤੀ ਸੀ ਨਾ ਕਿ ਫਿੱਕਾ ਬੋਲ ਨਹੀਂ ਬੋਲਣਾ, ਤੇ ਬਾਬਾ ਫਰੀਦ ਸਾਹਿਬ ਵੀ ਗੱਲ ਕਹਿੰਦੇ, ਇੱਕ ਫਿੱਕਾ ਨਾ ਗਾਲ ਆਏ ਸਭਨਾ ਮੈਂ ਸੱਚਾ ਤੈਨੂੰ। ਤੂੰ ਫਿੱਕਾ ਬੋਲ ਨਾ ਬੋਲ, ਸਾਰਿਆਂ ਵਿੱਚ ਪਰਮਾਤਮਾ ਹਿਆਉ ਨਾ ਕਹੀ ਠਾਏ, ਮਾਣਕ ਸਭ ਅਮੋਲ ਵੈ। ਕਹਿੰਦੇ ਕਿਸੇ ਦਾ ਹਿਰਦਾ ਨਾ ਢਾਈ, ਕਿ ਸਾਰਿਆਂ ਵਿੱਚ ਉਹ ਪਰਮਾਤਮਾ ਬੈਠਾ ਹੈ। ਇਹ ਗੁਣ ਧਾਰਨ ਕਰਨੇ ਜੋ ਬਾਣੀ 'ਚ ਦਿੱਤੇ, ਉਹ ਸਾਰੇ ਗੁਣ ਧਾਰਨ ਕਰਨੇ। ਅੰਮ੍ਰਿਤ ਵੇਲੇ ਉੱਠਣਾ, ਹੈ ਨਾ, ਸਹਿਜ ਪਾਠ ਕਰਨਾ, ਬਾਣੀ ਪੜ੍ਹਨਾ, ਇਤਿਹਾਸ ਪੜ੍ਹਨਾ, ਗੁਰਸਿੱਖਾਂ ਕੀ ਸੰਗਤ ਕਰਨੀ, ਇਹ ਸਾਰਾ ਕੁਛ ਚੰਗਾ ਕਰਨਾ। ਪਰ ਦੂਜੇ ਪਾਸਿਓਂ ਅਸੀਂ ਇੱਕ ਕੰਮ ਇਹ ਵੀ ਕਰੀਏ, ਦੇਖੋ ਆਪਾਂ ਕੰਨਾਂ ਤੋਂ ਬਾਣੀ ਤੇ ਸੁਣਦੇ ਹਾਂ, ਪਰ ਇਹਨਾਂ ਕੰਨਾਂ ਤੋਂ ਹੀ ਮਾੜੇ ਗੰਦੇ ਗੀਤ ਵੀ ਸੁਣਦੇ ਆ ਨਾ। ਇਹਨਾਂ ਨੂੰ ਛੱਡੀਏ, ਇੱਕ ਪਾਸੇ ਬਾਣੀ ਸੁਣੀਏ ਤੇ ਦੂਜੇ ਪਾਸੇ ਆਪਣੇ ਇਹ ਜਿਹੜੇ ਗੰਦੇ ਗੀਤ ਨੇ ਇਹਨਾਂ ਤੋਂ ਸੁਣਨ ਤੋਂ ਪਰਹੇਜ਼ ਕਰੀਏ, ਨਹੀਂ ਸੁਣੀਏ ਇਹਨਾਂ ਨੂੰ। ਫਿਰ ਇੱਕ ਪਾਸੇ ਅਸੀਂ ਜਿਹੜਾ ਆ ਸਤਿਗੁਰ ਜੀ ਦੇ ਗੁਰਸਿੱਖਾਂ ਦੇ ਦੀਦਾਰ ਕਰਦੇ ਹਾਂ, ਬਾਣੀ ਦੇ ਦੀਦਾਰ ਕਰਦੇ ਹਾਂ, ਤੇ ਦੂਸਰੇ ਪਾਸੇ ਅਸੀਂ ਇਹਨਾਂ ਅੱਖਾਂ ਦੇ ਨਾਲ ਹੀ ਪਰ ਤਨ ਤੇ ਪਰ ਧਨ ਵੱਲ ਦੇਖਦੇ ਹਾਂ। ਇਹਨਾਂ ਨੂੰ ਛੱਡੀਏ, ਪਰ ਤਨ ਪਰ ਧਨ ਛੱਡੀਏ, ਤੇ ਦੂਸਰੇ ਪਾਸੇ ਅਸੀਂ ਜਿਹੜਾ ਹੈ ਗੁਰਸਿੱਖਾਂ ਦੇ ਦੀਦਾਰ ਕਰੀਏ। ਫਿਰ ਕੀ ਹੋਵੇਗਾ? ਤੁਸੀਂ ਦੇਖੋ, ਤੁਸੀਂ ਕਦੇ ਬੈਟਰੀ ਦੇਖਦੇ ਹੋ? ਬੈਟਰੀ, ਹੈ ਨਾ, ਸੈੱਲ ਹੁੰਦਾ ਹੈ, ਉਹਦੇ ਵਿੱਚ ਪੋਜ਼ੀਟਿਵ ਤੇ ਨੈਗੇਟਿਵ ਹੁੰਦਾ ਹੈ ਨਾ, ਆਪ ਜੀ ਸਾਰੇ ਜਾਣਦੇ ਹੋਣਗੇ। ਹੁਣ ਜਦੋਂ, ਜਾਂ ਇਹਨੂੰ ਇਸ ਤਰ੍ਹਾਂ ਸਮਝੋ ਕਿ ਮੂੰਹ ਦਾ ਸਵਾਦ ਕੌੜਾ ਹੋਇਆ, ਜੇ ਮੂੰਹ ਦਾ ਸਵਾਦ ਕੌੜਾ ਹੋ ਗਿਆ, ਹੁਣ ਮੈਨੂੰ ਇਹਦਾ ਜਵਾਬ ਦਿਓ ਆਪ ਜੀ ਸਾਰੇ, ਹੈ ਨਾ, ਕਿ ਜੇ ਮੂੰਹ ਦਾ ਸਵਾਦ ਕੌੜਾ ਹੋਇਆ ਤੇ ਮੂੰਹ ਦਾ ਸਵਾਦ ਠੀਕ ਕਰਨ ਜਾਂ ਮਿੱਠਾ ਕਰਨ ਦੇ ਕੀ ਤਰੀਕੇ ਹੋ ਸਕਦੇ ਨੇ? ਕੀ ਕਰ ਸਕਦੇ ਹੋ? ਤੁਸੀਂ ਕੌੜਾ ਖਾ ਰਹੇ ਸੀ ਤੇ ਮੂੰਹ ਦਾ ਸਵਾਦ ਕੌੜਾ ਹੋ ਗਿਆ, ਹੁਣ ਕੀ ਕਰਨਾ ਚਾਹੀਦਾ ਮੂੰਹ ਦਾ ਸਵਾਦ ਮਿੱਠਾ ਕਰਨ ਵਾਸਤੇ? ਦੱਸੋ। ਬਿਲਕੁਲ, ਦੇਖੋ ਹੁਣ ਸਾਡੇ ਕੋਲ ਦੋ ਰਸਤੇ ਨੇ। ਇੱਕ ਰਸਤਾ ਹੈ ਕਿ ਕੌੜਾ ਖਾਣਾ ਛੱਡ ਦਿਓ, ਹੈ ਨਾ, ਕੌੜਾ ਖਾਣਾ ਛੱਡ ਦੇਈਏ। ਦੂਜਾ ਰਸਤਾ ਆ ਕਿ ਇੱਕਦਮ ਮਿੱਠਾ ਖਾ ਲਓ, ਤੇ ਜੇ ਮਿੱਠਾ ਖਾ ਲਵਾਂਗੇ ਤੇ ਕੌੜਾ ਰਸ ਆਪੇ ਹੀ ਸਹਿਜੇ ਛੇਤੀ ਚਲਾ ਜਾਏਗਾ। ਅਸੀਂ ਕੀ ਕਰਦੇ ਹਾਂ? ਅਸੀਂ ਇਹ ਕਰਦੇ ਹਾਂ, ਅਸੀਂ ਕਹਿੰਦੇ ਹਾਂ ਨਹੀਂ ਮੇਰਾ ਮਨ ਨਹੀਂ ਟਿਕਦਾ, ਹੈ ਨਾ, ਅਸੀਂ ਇਹ ਗੱਲ ਕਹਿੰਦੇ ਹਾਂ ਨਹੀਂ ਮਾੜੇ ਕੰਮ ਨਹੀਂ ਕਰਨੇ, ਮਾੜੇ ਕੰਮਾਂ ਤੋਂ ਪਰਹੇਜ਼ ਕਰਨਾ ਆ। ਪਰ ਸਾਨੂੰ ਦੋਵੇਂ ਪੱਖ ਵਾਚਣੇ ਪੈਣਗੇ, ਮਾੜਾ
ਕੌੜਾ ਖਾਣਾ ਛੱਡਣਾ ਪਵੇਗਾ ਤੇ ਫਿਰ ਇੱਕਦਮ ਮਿੱਠਾ ਖਾਣਾ ਪਵੇਗਾ, ਤਾਂ ਜੋ ਉਹ ਜਿਹੜਾ ਕੌੜਾ ਰਸ ਮੂੰਹ ਚ ਆਇਆ ਹੈ ਇਹ ਸਹਿਜੇ ਨਹੀਂ ਛੇਤੀ ਛੇਤੀ ਚਲਾ ਜਾਵੇ, ਹੈ ਨਾ। ਤੇ ਸਤਿਗੁਰ ਦੀ ਬਾਣੀ ਮਿੱਠਾ ਰਸ ਹੈ, ਮੇਰੇ ਕੀਤੇ ਕਮਾਏ ਹੋਏ ਔਗਣ ਜਿਹੜੇ ਨੇ ਉਹ ਕੌੜਾ ਹੈ, ਕੌੜੇ ਔਗਣ ਮੈਂ ਕਮਾਏ ਨੇ, ਤੇ ਕੌੜੇ ਔਗਣ ਕਰਨੇ ਛੱਡ ਦਈਏ, ਸਤਿਗੁਰ ਦੀ ਬਾਣੀ ਦਾ ਮਿੱਠਾ ਰਸ ਲੈ ਲਈਏ, ਤਾਂ ਕਿ ਉਹ ਮੂੰਹ ਜਿਹੜਾ ਛੇਤੀ ਮਿੱਠਾ ਹੋ ਜਾਏ। ਹੁਣ ਇਸੇ ਚੀਜ਼ ਨੂੰ ਆਪਾਂ ਜੇ ਸਮਝੀਏ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਦੇਖ ਮਾੜੇ ਕੰਮ ਨਾ ਕਰ ਜੀਵਨ ਦੇ ਵਿੱਚ, ਔਰ ਆਪਣੇ ਆਪ ਦਾ ਜਿਹੜੀ ਪੰਡ ਅਸੀਂ ਚੁੱਕਦੇ ਆ ਨਾ, ਉਸੇ ਪੰਡ ਨੂੰ ਲੈ ਕੇ ਮੈਂ ਸਾਰੀ ਉਮਰ ਤੁਰਦਾ ਰਹਿਣਾ। ਬਾਬਾ ਫਰੀਦ ਸਾਹਿਬ ਦਾ ਇੱਕ ਹੋਰ ਸ਼ਲੋਕ ਆਉਂਦਾ, ਉੱਥੇ ਉਹ ਕਿਆ ਕਹਿੰਦੇ, ਦੇਖ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਜਦੋਂ ਮੈਂ ਪੈਦਾ ਹੋਇਆ ਸੀ ਨਾ ਪਿਆਰਿਓ, ਮੈਂ ਸੰਸਾਰ ਚ ਆਇਆ, ਪ੍ਰਮਾਤਮਾ ਨੇ ਉਹਨੂੰ ਬੜੇ ਸਾਰੇ ਗੁਣ ਦਿੱਤੇ। ਉਹਨੇ ਮੈਨੂੰ ਮਿੱਠ ਬੋਲਣਾ ਸੁਭਾਅ ਦਿੱਤਾ ਸੀ, ਉਹਨੇ ਮੈਨੂੰ ਸਹਿਜ ਸ਼ਾਂਤ ਰਸ ਦਿੱਤਾ ਸੀ, ਪ੍ਰਮਾਤਮਾ ਨੇ ਮੈਨੂੰ ਇੱਕਦਮ ਨਿਮਰਤਾ ਸਰੂਪ ਦਿੱਤਾ ਸੀ ਨਾ। ਜਦੋਂ ਇੰਨਾ ਕੁਛ ਪ੍ਰਮਾਤਮਾ ਨੇ ਮੈਨੂੰ ਦਿੱਤਾ ਸੀ, ਸਿਮਰਨ ਦਿੱਤਾ ਸੀ, ਨਾਮ ਦਿੱਤਾ ਸੀ, ਇੰਨਾ ਕੁਛ ਦਿੱਤਾ, ਮੈਂ ਉਹਨਾਂ ਸਭ ਨੂੰ ਗਵਾ ਕੇ ਨਾ ਮੈਂ ਕੌੜੇ ਰਸ ਨੂੰ ਚੁਣ ਲਿਆ। ਹੁਣ ਮੈਂ ਕੀ ਚੁਣਦਾ, ਹੁਣ ਮੈਂ ਲਾਲਚੀ ਹੋ ਗਿਆ, ਮੈਂ ਕਹਿੰਦਾ ਮੈਨੂੰ ਇਹ ਵੀ ਚਾਹੀਦਾ ਹੈ, ਮੈਂ ਕਹਿੰਦਾ ਮੈਨੂੰ ਇਹ ਵੀ ਦੇ ਦਿਓ, ਮੈਂ ਕਹਿੰਦਾ ਇਹ ਮੇਰਾ ਆ, ਫਿਰ ਮੈਂ ਦਾਵਾ ਕਰਨ ਲੱਗ ਜਾਣਾ, ਫਿਰ ਮੈਂ ਇਹ ਗੱਲ ਕਹਿੰਦਾ ਆਹ ਪੈਨਸਿਲ ਮੇਰੀ ਆ, ਆਹ ਸ਼ਾਰਪਨਰ ਮੇਰਾ ਆ, ਆਹ ਮੈਂ ਬਣਾਇਆ ਆ, ਆਹ ਨੋਟਬੁੱਕ ਤੇ ਲਿਖਿਆ ਹੋਇਆ ਜਿਹੜੀ ਚੀਜ਼ ਆ ਮੇਰੀ ਆ। ਨਹੀਂ, ਜਿਹਨੇ ਸੰਸਾਰ ਬਣਾਇਆ ਉਹਨੇ ਤੇ ਅੱਜ ਤੱਕ ਕਿਹਾ ਨਹੀਂ ਮੇਰਾ ਆ, ਤੇ ਅਸੀਂ ਨਿੱਕੀ ਜਿਹੀ ਚੀਜ਼ ਦੇ ਪਿੱਛੇ ਕਹਿੰਦੇ ਆ ਮੇਰਾ ਆ। ਇਹ ਔਗਣ ਨੇ। ਹੁਣ ਅਸੀਂ ਤਾਂ ਕਰਕੇ ਅਸੀਂ ਆਪਣੇ ਪੁਰਾਣੇ ਸਰੂਪ ਵੱਲ ਜਾਣਾ ਹੈ, ਅਸੀਂ ਖਿਮਾ ਦਾ ਗੁਣ ਧਾਰਨ ਕਰਨਾ ਹੈ। ਸਤ, ਸੰਤੋਖ, ਦਇਆ, ਧਰਮ ਤੇ ਖਿਮਾ, ਇਹ 5 ਗੁਣ ਧਾਰਨ ਕਰਨਾ। तो आप जी फटाफट इन्हों नोट कर लो। सत है ट्रूथफुलनेस, के मैं सच बोलना है, झूठ नहीं बोलना। बोली है सच धर्म, झूठ ना बोली, बिल्कुल झूठ नहीं बोलना। भावें सानू डांट पवे, भावें कोई गुस्सा होवे, असी झूठ का सहारा कदे नहीं लेना अपनी गलतियां नूं लुकाउण वास्ते। सच बोलना, क्योंकि सच बोले आ सतगुरु जी खुश हुंदे ने, है ना। ते असीं सतगुरु नूं खुश करना है, ते असीं पहली गल ये करनी है कि असीं सच बोलना है। फिर संतोख, संतोख का मतलब आ कंटेंटेड रहना, जिन्ना मैनू मिलिया आ उस विच खुश रहना, है ना। जे मैनू अज एक पेंसिल मिली है तो मैं ये नहीं कहना मैनू 4 चाहिदियां सी। तुसीं परमात्मा दा खुश शुक्र करना कि मैनू एक मिल गई। उन्हां वाल देखो जिन्हां कोल एक भी नहीं गई, है ना। ਆਪਾਂ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ, ਸਤਿਗੁਰੂ ਨੇ ਬਚਨ ਕਹੇ 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਵੀ ਨਾ ਦੇ 10 ਵੀ ਹਿਰਲੇ ਤੋਂ ਮੂੜਾ ਕੋ ਕਹਾ ਕਰੇ। ਕਹਿੰਦੇ ਜੇ ਉਹ ਇੱਕ ਵੀ ਨਾ ਦਵੇ ਤੇ ਜਿਹੜੀਆਂ 10 ਦਿੱਤੀਆਂ ਸੀਗੀਆਂ ਉਹ ਵੀ ਲੈ ਲਵੇ, ਕਹਿੰਦੇ ਫੇਰ ਕੀ ਕਰੇਗਾ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰਾ, ਕਿ ਜਿਹਦੇ ਅੱਗੇ ਚਲਦੀ ਨਹੀਂ ਕਿ ਉਹਨੂੰ ਨਮਸਕਾਰ ਕਰ ਦੇਣਾ ਭਲਾਈ ਹੈ। तो ਅਸੀਂ दावा ना करिए कि ਇਹਦੇ ਤੇ ਮੇਰਾ ਹੱਕ, संतोखी रहिए, है ना। तो ਇਹਦੇ ਵਿੱਚ मैं 3 ਬੇਨਤੀਆਂ ਆਪ ਜੀ ਨੂੰ ਕਰਨੀਆਂ ਕਿ ਜਿਹੜਾ ਗੁਰਸਿੱਖ ਹੈ ਨਾ ਪਿਆਰਿਓ, ਉਹ ਨਾ ਲੋੜੈ, ਨਾ ਮੋੜੈ ਤੇ ਨਾ ਜੋੜੈ ਦੀ ਬਿਰਤੀ ਤੇ ਰਵੇ। ਪਹਿਲਾ ਆ ਨਾ ਲੋੜੈ, ਨਾ ਲੋੜੈ ਭਾਵ ਬਹੁਤੀ ਦੀ ਇੱਛਾ ਨਾ ਕਰੇ, ਹੈ ਨਾ। ਬੜਾ ਕੁਛ ਨਾ ਮੰਗ ਲਵੇ। ਇਹ ਨਹੀਂ ਕਿ ਬਈ ਮੈਨੂੰ ਹੁਣ ਗੱਡੀ ਚਾਹੀਦੀ ਹੈ। ਦੇਖੋ ਗੱਡੀ ਇਜ਼ ਅ ਨੈਸੈਸਿਟੀ, ਹੈ ਨਾ। ਜੇ ਤੁਸੀਂ ਇੱਧਰੋਂ ਉੱਧਰੋਂ ਜਾਣਾ ਆ इज अ नैसेसिटी, पर जे तुसी कहो मैनू फरारी ही चाहिदी है, मैनू रोल्स रॉयस ही चाहिदी है, मैनू BMW ही चाहिदी है, ये गल ठीक नहीं गी। बहुती दी इच्छा ना करे। हाँ ये जरूर मंगे कि महाराज मैनू जाण वास्ते कोई सवारी दे दिओ, कोई कन्वीनस दे दिओ। फिर ना लोड़ै ना मोड़ै, कि जिद्दां हुण परमात्मा ने तैनू दे दिता, तू 5 पेंसिलां मंगियां सी, परमात्मा ने तैनू एक दे दित्ती ते हुण तू कवे मैनू एक भी नहीं चाहिदी, मैं नहीं लैनी, आई डोंट वांट दैट। नहीं, जिन्ना परमात्मा ने दिता उस विच शुक्र करे कि चलो आप जी का शुक्र है इन्ना भी दे दिता, है ना। फिर ना जोड़े, ना जोड़े का मतलब यह कि बहुत सारा जमा करके ना रखे अपने पास, जे कोई लोड़वंद आवे उन्होंने वंडण की जाच सिख। मेरे कोल अज मैं मंगिया सीगिया 5 पेंसिलां, मैनू 10 मिल गईयां ते मैं कहां हुण ते बस साल भर मैं इहनूं जमा करके रखांगा, किसी नूं नहीं देवांगा। भावें मेरा मित्र आया होवे, भावें मेरा दोस्त जिहदे कोल अज पेंसिल खरीदण जोगे पैसे ना होण,
ਤੇ ਮੈਂ ਉਹਨੂੰ ਵੀ ਨਹੀਂ ਦੇਣੀ, ਮੈਂ ਦੇਣੀ ਨਹੀਂ ਗੀ, ਮੈਂ ਤੇ ਜਮਾ ਕਰਕੇ ਆਪਣੇ ਵਾਸਤੇ ਰੱਖੀ ਹੈ ਨਾ, ਮੈਂ ਅਗਲੇ ਸਾਲ ਇਹਨੂੰ ਵਰਤਾਂਗਾ। ਨਹੀਂ, ਬਹੁਤੀ ਜੋੜੇ ਦੀ ਬਿਰਤੀ ਨਾ ਰੱਖੇ। ਜੋ ਚੀਜ਼ ਉਸ ਕੋਲ ਹੈ ਜੇ ਵਾਧੂ ਆ ਤਾਂ ਉਹਨੂੰ ਵੰਡ ਦੇਵੇ, ਲੋਕਾਂ ਦਾ ਭਲਾ ਕਰੇ। ਇਹ ਗੁਣ ਨੇ। ਇਹ ਤਿੰਨ ਚੀਜ਼ਾਂ ਤੇ ਭਰੋਸਾ ਰੱਖੇ, ਨਾ ਲੋੜ ਹੈ, ਨਾ ਮੋੜ ਹੈ ਤੇ ਨਾ ਜੋੜ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਅੱਗੇ ਚਲੀਏ, ਸੰਤੋਖ ਆ ਗਿਆ। ਫਿਰ 7 ਸੰਤੋਖ ਦਇਆ। ਤੀਸਰਾ ਗੁਣ ਆ ਦਇਆ, ਕੰਪੈਸ਼ਨ। ਜਿਸ ਗੁਰਸਿੱਖ ਦੇ ਹਿਰਦੇ 'ਚ ਦਇਆ ਨਹੀਂ ਗੀ ਨਾ ਪਿਆਰਿਓ, ਉਹ ਕਦੇ ਸਿੱਖ ਨਹੀਂ ਹੋ ਸਕਦਾ, ਉਹ ਧਰਮੀ ਨਹੀਂ ਹੋ ਸਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਪੜ੍ਹਦੇ ਆ ਨਾ, ਆਪਾਂ ਰੋਜ਼ ਇਹ ਸ਼ਬਦ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ। ਆਪਾਂ ਪੜ੍ਹਦੇ ਹਾਂ ਧੌਲ ਧਰਮ ਦਇਆ ਕਾ ਪੂਤ, ਕਿ ਧਰਮ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ, ਤੇ ਦਇਆ ਜਿਹੜੀ ਹੈ ਉਹ ਸਭ ਤੋਂ ਮੁੱਢਲਾ ਸਿਧਾਂਤ ਹੈ ਸਿੱਖੀ ਦਾ। ਹੁਣ ਜਦੋਂ ਤੁਸੀਂ ਕਿਸੇ ਰਾਹਗੀਰ ਤੇ ਰਸਤੇ ਤੇ ਗਏ, ਕਿਸੇ ਰਾਹਗੀਰ ਨੂੰ ਦੇਖਿਆ ਭੋਜਨ ਨਹੀਂ ਖਾਦਾ ਹੋਇਆ, ਭੁੱਖਾ ਆ, ਤੇ ਜੇ ਉਹਨੂੰ ਦੇਖ ਕੇ ਤੁਹਾਡੇ ਹਿਰਦੇ 'ਚ ਦਇਆ ਨਹੀਂ ਨਾ ਪੈਦਾ ਹੁੰਦੀ ਕਿ ਮੈਂ ਇਹਨੂੰ ਭੋਜਨ ਛਕਾਵਾਂ, ਤੇ ਇਹ ਚੀਜ਼ ਸਮਝ ਲੈਣਾ ਤੁਸੀਂ ਹਲੇ ਔਗਣ ਦੀ ਪੰਡ ਚੁੱਕੀ ਹੋਈ ਹੈ, ਹਲੇ ਗੁਣ ਨਹੀਂ ਆਏ, ਹੈ ਨਾ। ਕਿ ਆਪਾਂ ਔਗਣ ਦੀ ਪੰਡ ਚੁੱਕੀ ਤਾਂ ਮੇਰੇ ਹਿਰਦੇ 'ਚ ਉਹ ਗੁਣ ਜਿਹੜੇ ਨੇ ਉਹ ਪ੍ਰਬਲ ਨਹੀਂ ਹੋ ਸਕੇ। ਸੋ ਇਟਸ ਲਾਈਕ ਜਿੱਦਾਂ ਆਪਾਂ ਗੱਲ ਕਰੀਏ ਨਾ, ਨੈਗੇਟਿਵ ਐਂਡ ਪੋਜ਼ਿਟਿਵ ਹੈ ਨਾ, ਤੇ ਜੇ ਮੇਰੇ ਜੀਵਨ ਵਿੱਚ ਨੈਗੇਟਿਵ ਜ਼ਿਆਦਾ ਹੋਵੇਗਾ ਤੇ ਮੈਨੂੰ ਪੋਜ਼ਿਟਿਵ ਮਹਿਸੂਸ ਨਹੀਂ ਹੋਵੇਗਾ। ਉਹ ਦਇਆ ਦਾ ਗੁਣ, 7 ਸੰਤੋਖ ਦਇਆ, ਇਹ ਸਾਰਾ ਕੁਝ ਮੇਰੇ ਹਿਰਦੇ 'ਚ ਹੈ, ਪਰ ਮੈਨੂੰ ਮਹਿਸੂਸ ਨਹੀਂ ਹੋਵੇਗਾ ਕਿਉਂਕਿ ਔਗਣ ਜ਼ਿਆਦਾ ਵੱਧ ਗਏ, ਈਰਖਾ ਵੱਧ ਗਈ ਹੈ, ਲੋਭ ਵੱਧ ਗਿਆ ਹੈ, ਜੈਲਸੀ ਵੱਧ ਗਈ ਹੈ ਨਾ। ਇਹ ਸਾਰੀਆਂ ਮਾੜੀਆਂ ਬਿਰਤੀਆਂ ਵੱਧ ਗਈਆਂ ਤੇ ਪੋਜ਼ਿਟਿਵ ਘੱਟ ਹੋ ਗਿਆ। ਹੁਣ ਮੈਨੂੰ ਕੀ ਕਰਨਾ ਹੈ? ਮੈਨੂੰ ਇਹਨਾਂ ਨੈਗੇਟਿਵ ਨੂੰ ਘੱਟ ਕਰਨਾ ਹੈ ਤੇ ਨਾਲ ਦੇ ਨਾਲ ਦਇਆ ਰੂਪ ਘਰ ਵਿੱਚ ਆ ਕਰਕੇ ਲੋਕਾਂ ਦੀ ਸੇਵਾ ਕਰੋ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਇਸ ਵਿੱਚ ਹੈ ਸੇਵਾ ਕਰੋ, ਹੱਥੀ ਸੇਵਾ। ਜਦੋਂ ਆਪ ਜੀ ਦੇ ਨੇੜੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਪ੍ਰਸ਼ਾਦਾ ਤਿਆਰ ਹੁੰਦਾ ਹੈ, ਲੰਗਰ ਭੋਜਨ ਤਿਆਰ ਹੁੰਦਾ ਹੈ, ਤੇ ਜਾ ਕੇ ਉੱਥੇ ਸੇਵਾ ਕਰਿਆ ਕਰੋ। ਇਹ ਸੋਚ ਕਰਕੇ ਨਹੀਂ ਮੈਂ ਕਿਸੇ ਨੂੰ ਦਿਖਾਉਣਾ ਹੈ, ਨਹੀਂ, ਸਤਿਗੁਰ ਦੀਆਂ ਖੁਸ਼ੀਆਂ ਲੈਣ ਵਾਸਤੇ। ਜਦੋਂ ਗੁਰੂ ਖੁਸ਼ ਹੁੰਦਾ ਹੈ ਨਾ, ਉਹ ਸਭ ਕੁਝ ਦਿੰਦਾ ਹੈ। ਤਾਂ ਤੀਸਰਾ ਗੁਣ ਹੈ ਦਇਆ। ਫਿਰ ਚੌਥਾ, ਪਹਿਲਾ 7 ਸੰਤੋਖ ਦਇਆ, ਤੇ ਜਦੋਂ ਦਇਆ ਆ ਜਾਏਗੀ ਫਿਰ ਚੌਥਾ ਹੈ ਧਰਮ। ਫਿਰ ਧਰਮ ਨੂੰ ਕਮਾਉਣਾ। ਧਰਮ ਕਿਵੇਂ ਕਮਾਇਆ ਜਾਵੇਗਾ? ਗੁਰੂ ਕੇ ਬਚਨ ਕਮਾ ਲੈਣੇ, ਹੈ ਨਾ। ਫਿਰ ਜਦੋਂ ਆਪ ਜੀ ਨੂੰ ਲੱਗੇ ਆਪ ਜੀ ਤਿਆਰ ਹੋ, ਫਿਰ ਅੰਮ੍ਰਿਤ ਛਕਣਾ, ਹੈ ਨਾ। ਅੰਮ੍ਰਿਤ ਛਕ ਕੇ ਫਿਰ 5 ਬਾਣੀਆਂ ਦਾ ਨਿਤਨੇਮ ਕਰਨਾ, ਸਤਿਗੁਰ ਦੀ ਰਹਿਤ ਧਾਰਨ ਕਰਨੀ, ਇਹ ਉਦੋਂ ਆਉਂਦਾ ਹੈ ਨਾ, ਚੌਥਾ। ਫਿਰ ਪੰਜਵਾਂ ਕੀ ਹੈ? ਪੰਜਵਾਂ ਹੈ ਖਿਮਾ, ਫੋਰਗਿਵਨੈਸ। ਜੇ ਫੋਰਗਿਵਨੈਸ ਹੋਵੇ ਨਾ ਤੇ ਮੇਰੇ ਜਿੰਨੇ ਇਹ ਕਮਾਏ ਹੋਏ ਗੁਣ ਨੇ ਨਾ, ਇਹ ਟਿਕ ਜਾਂਦੇ। ਜੇ ਮੈਨੂੰ ਕਿਸੇ ਨੇ ਆ ਕੇ ਅੱਜ ਮਾਰਿਆ, ਹੈ ਨਾ, ਤੇ ਮੈਂ ਜਾ ਕੇ ਉਹਨੂੰ ਮਾਰਨ ਦਾ ਯਤਨ ਕਰਨੀ, ਉਹਨੇ ਮੈਨੂੰ ਮਾਰਿਆ ਮੈਂ ਵੀ ਉਹਨੂੰ ਮਾਰਾਂ, ਹੁੰਦਾ ਹੈ ਨਾ। ਆਪਾਂ ਜਦੋਂ ਨਿਆਣੇ ਹੁੰਦੇ ਏਦਾਂ ਕਰਦੇ ਆ ਨਾ ਆਪਾਂ, ਪਰ ਇਹ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਸਤਿਗੁਰੂ ਜੀ ਨਾਰਾਜ਼ ਹੁੰਦੇ। ਖਿਮਾ ਜਿਹੜਾ ਨਹੀਂ ਕਰਦਾ ਉਸ ਤੋਂ ਸਤਿਗੁਰੂ ਨਾਰਾਜ਼ ਹੁੰਦੇ। ਪਹਿਲਾ ਹੈ 7, ਫਿਰ ਦੂਸਰਾ ਸੰਤੋਖ, ਤੀਸਰਾ ਦਇਆ, ਚੌਥਾ ਧਰਮ ਤੇ ਪੰਜਵਾਂ ਖਿਮਾ, ਫੋਰਗਿਵਨੈਸ। ਖਿਮਾ ਦਾ ਗੁਣ ਮੈਂ ਧਾਰਨ ਕਰ ਲਵਾਂਗਾ ਨਾ, ਤੇ ਸਭ ਤੋਂ ਵੱਡਾ ਦਾਨ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਕਿਹਾ, ਕਹਿੰਦੇ ਕਰਨੀ ਛਿਮਾ ਮਹਾ ਤਪ ਜਾਨ, ਖਿਮਾ ਕਰਤ ਹੀ ਦੇਵੋ ਦਾਨ। ਕਹਿੰਦੇ ਸਭ ਤੋਂ ਵੱਡਾ ਤਪ ਹੈ ਖਿਮਾ, ਸਭ ਤੋਂ ਵੱਡਾ ਗੁਰਸਿੱਖ ਦੇ ਜੀਵਨ ਦਾ ਗਹਿਣਾ ਆ ਖਿਮਾ। ਕਿ ਜੇ ਕੋਈ ਤੇਰੇ ਕੋਲ ਆ ਕੇ ਮਾਫੀ ਮੰਗੇ, ਇਹ ਨਾ ਕਹੇ ਕਿ ਨਹੀਂ, ਮੈਂ ਹੁਣ ਤੂੰ ਮੈਨੂੰ ਇੰਨਾ ਤੰਗ ਕੀਤਾ ਸੀ, ਮੈਂ ਵੀ ਤੈਨੂੰ ਇੰਨਾ ਤੰਗ ਕਰਾਂ। ਤੂੰ ਕੱਲ ਮੇਰੀ ਪੈਨਸਿਲ ਚੁੱਕ ਕੇ ਭੱਜਿਆ ਸੀ, ਅੱਜ ਮੈਂ ਤੇਰੀ ਪੈਨਸਿਲ ਤੋੜ ਦਿਆਂਗਾ, ਹੈ ਨਾ। ਤੂੰ ਮੇਰੀ ਕਿਤਾਬ ਤੇ ਆਹ ਕਾਲਾ ਪੈਨਸਿਲ ਨਾਲ ਖਰਾਬ ਕੀਤੀ, ਮੈਂ ਵੀ ਤੇਰੀ ਕਿਤਾਬ ਤੇ ਕਰਾਂਗਾ। ਏਦਾਂ ਨਹੀਂ। ਜੇ ਉਹਨੇ ਕੁਝ ਕੀਤਾ, ਉਹਦੇ ਗੁਣ ਔਗਣ ਨੇ। ਤੇ ਮੈਂ ਕੀ ਕਰਨਾ? ਮੈਂ ਆਪਣੇ ਜ਼ਿੰਦਗੀ ਵਿੱਚ ਖਿਮਾ ਦਾ ਸਭ ਤੋਂ ਵੱਡਾ ਗੁਣ ਧਾਰਨ ਕਰਨਾ। ਜੇ ਉਹਨੇ ਗਲਤੀ ਕੀਤੀ, ਉਹਨੂੰ ਮਾਫ਼ ਕਰ। ਜਿਹੜਾ ਮਾਫ਼ ਕਰਨ ਵਾਲਾ ਹੁੰਦਾ ਨਾ, ਉਹ ਵੱਡਾ ਹੋ ਜਾਂਦਾ। ਹੁਣ ਇਹ 5 ਗੁਣ ਮੈਂ ਧਾਰਨ ਕਰਾਂ ਤੇ ਨਾਲ ਦੇ ਨਾਲ ਮੇਰੇ ਜਿਹੜੇ ਜੀਵਨ ਦੇ ਔਗਣ ਨੇ ਉਹ ਸਹਿਜੇ ਜਾਂਦੇ ਲੱਗਣ। ਫਿਰ ਮੈਨੂੰ ਉਹਨਾਂ ਨੂੰ ਆਪ ਨਹੀਂ ਛੱਡਣ ਦੀ ਲੋੜ, ਮੈਂ ਆਪ ਨਹੀਂ ਉਹਨਾਂ ਨੂੰ ਕਹਿਣਾ ਕਿ ਨਹੀਂ ਤੁਸੀਂ ਜਾਓ। ਮੈਂ ਇੰਨਾ ਕੁ ਕਰ ਸਕਾਂ ਕਿ ਮੇਰੇ ਜੀਵਨ ਵਿੱਚ ਇਹ ਗੁਣ ਜਿਹੜੇ ਨੇ, ਇਹਨਾਂ ਦਾ ਪ੍ਰਭਾਵ ਵਧਾ ਦਾਂ, ਤੇ ਸਤਿਗੁਰੂ ਜੀ ਦੀ ਕਿਰਪਾ ਬਾਣੀ ਸਦਕਾ
ਔਗਣ ਆਪਣੇ ਆਪ ਘੱਟ ਹੋਣੇ ਜਾਣ। ਤੇ ਇੱਕ ਛੋਟੀ ਜਿਹੀ ਮੈਂ ਬੇਨਤੀ ਕਰਕੇ ਫਿਰ ਅਸੀਂ ਸਮਾਪਤੀ ਵੱਲ ਆਉਣਾ ਕਿ ਇੱਕ ਪੱਖ ਅਸੀਂ ਦੇਖੀਏ। ਆਪਾਂ ਇਹ ਗੱਲ ਕਹਿੰਦੇ ਕਿਹੜੇ ਕੰਮ ਕਰਾਂ ਕਿ ਮੈਂ, ਜਿੱਦਾਂ ਬਾਬਾ ਫਰੀਦ ਸਾਹਿਬ ਬਚਨ ਕਹਿੰਦੇ ਨਾ ਕਿ ਜਿੰਨੀ ਕਮੀ ਨਾਏ ਗੁਣ ਤੇ ਕਮੜੇ ਵਿਸਾਰ। ਕਹਿੰਦੇ ਜਿੰਨਾ ਕੰਮਾਂ ਕਰਕੇ ਤੈਨੂੰ ਗੁਣ ਨਹੀਂ ਮਿਲਦੇ ਉਹ ਗੁਣ ਛੱਡ ਦੇ। ਹੁਣ ਪਤਾ ਕਿਵੇਂ ਲੱਗੇਗਾ ਕਿ ਕਿਹੜੇ ਗੁਣ ਕਿਹੜੇ ਕੰਮ ਕਰਨੇ, ਕਿਹੜੇ ਕੰਮ ਨਹੀਂ ਕਰਨੇ? ਵਾਜਬ ਸਵਾਲ ਆ ਨਾ। ਸਤਿਗੁਰ ਨੇ ਬਾਣੀ ਦੇ ਵਿੱਚ ਇੱਕੋ ਗੱਲ, ਇੱਕੋ ਪੰਕਤੀ ਦੇ ਵਿੱਚ ਸਭ ਕੁਝ ਮੁਕਾ ਦਿੱਤਾ। ਮੰਨ ਕੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਸਿਰਫ ਇੱਕੋ ਗੱਲ, ਇਹ ਸਾਡੀ ਕਸਵੱਟੀ ਆ ਜਿੱਥੇ ਸਾਨੂੰ ਪਤਾ ਲੱਗੇਗਾ ਕਿ ਕਿਹੜਾ ਕੰਮ ਕਰਨਾ, ਕਿਹੜਾ ਨਹੀਂ ਕਰਨਾ। ਮਹਾਰਾਜ ਨੇ ਕਿਹਾ ਜਿਹੜਾ ਕੰਮ ਕਰਦੀਆਂ ਤੈਨੂੰ ਪ੍ਰਮਾਤਮਾ ਭੁੱਲੇ ਉਹ ਕੰਮ ਨਾ ਕਰ, ਬਿਲਕੁਲ ਸਿਰੇ ਤੋਂ ਨਾ ਕਰ। ਜਿਹੜਾ ਕੰਮ ਕਰਦੀਆਂ ਤੈਨੂੰ ਪ੍ਰਮਾਤਮਾ ਯਾਦ ਆਵੇ ਉਹ ਕੰਮ ਕਰੀ ਚੱਲ। ਜਿਹੜਾ ਮਿੱਤਰ ਬਣਾਉਂਦੇ ਆ ਤੈਨੂੰ ਪ੍ਰਮਾਤਮਾ ਯਾਦ ਆਵੇ ਉਹ ਮਿੱਤਰ ਬਣਾ ਲੈ। ਜਿਹੜਾ ਮਿੱਤਰ ਤੈਨੂੰ ਪ੍ਰਮਾਤਮਾ ਤੋਂ ਦੂਰ, ਸਿੱਖੀ ਤੋਂ ਦੂਰ ਲੈ ਕੇ ਜਾਵੇ ਉਹ ਮਿੱਤਰ ਛੱਡ ਦੇ। ਜਿਹੜੀ ਚੀਜ਼ ਦੇਖਦੇ ਆ ਤੈਨੂੰ ਪ੍ਰਮਾਤਮਾ ਚੇਤੇ ਆਵੇ ਉਹ ਚੀਜ਼ ਦੇਖ ਲੈ। ਜਿਹੜੀ ਚੀਜ਼ ਤੈਨੂੰ ਪ੍ਰਮਾਤਮਾ ਭੁਲਾ ਦੇਵੇ ਉਹ ਚੀਜ਼ ਦੇਖਣੀ ਬੰਦ ਕਰ। ਮਹਾਰਾਜ ਨੇ ਸਿੱਧੀ ਇੱਕ ਐਗਜ਼ਾਮਪਲ ਦੇ ਦਿੱਤੀ। ਮਹਾਰਾਜ ਕਹਿੰਦੇ ਤੂੰ ਇੱਕ ਕੰਮ ਕਰ, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਫਿਰ ਕੀ ਹੋਵੇਗਾ? ਹਰ ਕੀਰਤਨ ਮੈਂ ਇਹੋ ਮਨ ਜਾਗੇ। ਤੇਰਾ ਮਨ ਜਾਗਣਾ ਸ਼ੁਰੂ ਹੋ ਜਾਏਗਾ, ਕੌਨਸ਼ੀਅਸ ਹੋਣਾ ਸ਼ੁਰੂ ਹੋ ਜਾਏਗਾ, ਤੈਨੂੰ ਸਹੀ ਤੇ ਗਲਤ ਦਾ ਭੇਦ ਸਮਝ ਆ ਜਾਵੇਗਾ। ਸੋ ਆਪਾਂ ਇਸ ਚੀਜ਼ ਵਿੱਚ ਸਮਝ ਲਈਏ ਕਿ ਆਪਾਂ ਗੁਣਾਂ ਦੀ ਗੰਠੜੀ ਨੂੰ ਸੰਭਾਲ ਕੇ ਰੱਖਣਾ ਹੈ। ਸਾਡੇ ਜਿਹੜੇ ਪਰਮ ਗੁਣ ਨੇ ਇਹਨਾਂ ਨੂੰ ਸਾਂਭ ਕੇ ਗੁਣਾਂ ਕੀ ਸਾਂਝ ਕਰਨੀ ਹੈ ਨਾ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀ ਜੈ। ਸਾਂਝ ਕਰ ਲੈਣੀ, ਕਿਹਨਾਂ ਦੀ ਸਾਂਝ ਕਰੀ ਜੈ? ਗੁਣਾ ਕੇਰੀ। ਤੂੰ ਗੁਣਾ ਕੀ ਸਾਂਝ ਕਰ, ਔਗਣ ਦੀ ਸਾਂਝ ਨਾ ਕਰੀ। ਗੁਣਾ ਕੀ ਸਾਂਝ ਕਰ, ਫਿਰ ਕੀ ਹੋਵੇਗਾ? ਛੋੜ ਅਵਗੁਣ ਚੱਲੀਏ। ਜੇ ਤੈਨੂੰ ਕੋਈ ਆ ਕੇ ਮਾੜਾ ਕੰਮ ਸਿਖਾਉਂਦਾ ਵੀ ਹੈ ਨਾ, ਤੈਨੂੰ ਦੱਸਦਾ ਵੀ ਹੈ, ਉਹਨੂੰ ਇੱਕ ਕੰਨ ਤੋਂ ਸੁਣ, ਦੂਜੇ ਤੋਂ ਕੱਢ ਕੇ ਛੱਡ ਦੇ। ਉਹਨੂੰ ਛੱਡ ਦੇ ਉੱਥੇ ਹੀ, ਤਾਂ ਕਿ ਉਹ ਚੀਜ਼ ਤੇਰੀ ਜਿਹੜੀ ਅੱਗੇ ਤੋਂ ਸਹਿਜੇ ਸਹਿਜੇ ਤੈਨੂੰ ਜੀਵਨ ਚ ਵਾਪਰ। ਮੈਂ ਇੱਕ ਛੋਟੀ ਜਿਹੀ ਆਪ ਜੀ ਨੂੰ ਇੱਕ ਸਾਖੀ ਸੁਣਾਉਣੀ ਆ। ਅਰਬ ਦੇ ਦੇਸ਼ ਦੇ ਵਿੱਚ ਨਾ ਇੱਕ ਬਹੁਤ ਵੱਡਾ ਰਾਜਾ ਹੋਇਆ ਤੇ ਉਹ ਰਾਜਾ ਨਾ ਆਪਣੇ ਜਿਹੜਾ ਉਹਦੀ ਰਿਹਾਇਸ਼ ਸੀ, ਜਿੱਥੇ ਉਹ ਆਰਾਮ ਕਰਦਾ ਸੀ, ਉਹਦੀ ਆਰਾਮਗਾਹ, ਉੱਥੇ ਲੇਟਿਆ ਹੋਇਆ ਸੀ, ਆਰਾਮ ਨਾਲ ਲੇਟਿਆ ਹੋਇਆ ਸੀ। ਤੇ ਜਦੋਂ ਲੇਟਿਆ ਹੋਇਆ ਉਹਨੂੰ ਨਾ ਏਦਾਂ ਲੱਗਿਆ ਜਿਵੇਂ ਛੱਤ ਤੇ ਕੋਈ ਹੈ, ਉਹਦੇ ਮਹਿਲ ਦੀ ਛੱਤ ਦੇ ਉੱਪਰ ਕੋਈ ਹੈ। ਤੇ ਉਹ ਇੱਕਦਮ ਉੱਠਿਆ ਤੇ ਉੱਠ ਕੇ ਬਾਹਰ ਆਇਆ ਤੇ ਉਹਨੇ ਆਵਾਜ਼ ਮਾਰੀ, ਕਹਿੰਦੇ ਕੌਣ ਹੈ? ਤੇ ਉਹ ਛੱਤ ਤੋਂ ਆਵਾਜ਼ ਆਈ, ਕਹਿੰਦੇ ਤੂੰ ਮੈਨੂੰ ਜਾਣਦਾ ਹੈ? ਕਹਿੰਦੇ ਤੂੰ ਮੈਨੂੰ ਜਾਣਦਾ ਹੈ, ਮੈਂ ਕੌਣ ਹਾਂ? ਤੇ ਮੈਂ ਕਹਿੰਦਾ ਉੱਪਰ ਛੱਤ ਤੇ ਕੀ ਕਰ ਰਹੇ? ਉਹ ਕਹਿੰਦਾ ਮੈਂ ਆਪਣਾ ਊਂਠ ਲੱਭ ਰਿਹਾ। ਕਹਿੰਦਾ ਮੈਂ ਆਪਣਾ ਊਂਠ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰਾ ਊਂਠ ਕਿੱਥੇ ਗਿਆ। ਊਂਠ ਭਾਵ ਕੈਮਲ ਹੈ ਨਾ। ਤੇ ਕਹਿੰਦਾ ਮੈਂ ਊਂਠ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਮੇਰਾ ਊਂਠ ਕਿੱਥੇ ਗਿਆ? ਤੇ ਉਹ ਕਹਿੰਦਾ ਤੂੰ ਇੱਕ ਗੱਲ ਦੱਸ, ਤੂੰ ਸਿਆਣਾ ਹੈ? ਕਹਿੰਦੇ ਮਹਿਲ ਦੀ ਛੱਤ ਤੇ ਕਦੇ ਤੁਸੀਂ ਦੇਖੋ ਕੋਠੇ ਤੇ ਕਿਤੇ ਊਂਠ ਚੜ ਸਕਦਾ? ਕਹਿੰਦੇ ਨਹੀਂ ਚੜ ਸਕਦਾ। ਕਹਿੰਦੇ ਤੂੰ ਕਮਲਾ, ਮਹਿਲ ਦੀ ਛੱਤ ਤੇ ਊਂਠ ਨਹੀਂ ਮਿਲਦੇ ਹੁੰਦੇ। ਕਹਿੰਦੇ ਜੇ ਤੈਨੂੰ ਊਂਠ ਲੱਭਣਾ ਇੱਕ ਕੰਮ ਕਰ, ਬਾਹਰ ਰੇਗਿਸਤਾਨ ਤੇ ਜਾ, ਖੁੱਲੇ ਮੈਦਾਨ ਤੇ ਜਾ, ਤੈਨੂੰ ਉੱਥੇ ਮਿਲੇਗਾ। ਤੇ ਉਹਨੇ ਇੱਕ ਗੱਲ ਕਹੀ, ਕਹਿੰਦੇ ਅੱਛਾ ਤੈਨੂੰ ਇਹ ਤੇ ਪਤਾ ਹੈ ਮਹਿਲ ਦੀ ਛੱਤ ਤੇ ਊਂਠ ਨਹੀਂ ਹੁੰਦੇ, ਪਰ ਤੈਨੂੰ ਇਹ ਨਹੀਂ ਪਤਾ ਕਿ ਜਿਹੜੇ ਕੰਮ ਤੂੰ ਕਰਦਾ ਪਿਆ ਇਹਨਾਂ ਕੰਮਾਂ ਨੂੰ ਕਰਕੇ ਖੁਸ਼ੀ ਨਹੀਂ ਮਿਲਦੀ। ਕਹਿੰਦੇ ਤੂੰ ਰਾਜਾ ਹੈ, ਤੇ ਜਿਹੜਾ ਰਾਜਾ ਹੋਵੇ ਤੇ ਉਹ ਮਾੜੇ ਕੰਮ ਕਰਦਾ ਹੋਵੇ ਤੇ ਕਵੇ ਮੈਨੂੰ ਜੀਵਨ ਚ ਖੁਸ਼ੀ ਮਿਲ ਜਾਏ, ਖੁਸ਼ੀ ਨਹੀਂ ਮਿਲਦੀ। ਅਸੀਂ ਰਾਜੇ ਹਾਂ, ਸਤਿਗੁਰ ਨੇ ਸਾਨੂੰ ਰਾਜਾ ਬਣਾਇਆ। ਸਾਨੂੰ ਚੁਣਨਾ ਪਵੇਗਾ ਕਿ ਕਿਹੜਾ ਰਸਤਾ ਮੈਂ ਚੁਣਨਾ ਹੈ, ਕਿਹੜਾ ਸਹੀ ਰਾਹ ਹੈ, ਕਿਹੜਾ ਗਲਤ ਰਾਹ ਹੈ। ਤੇ ਜੇ ਮੈਂ ਕਹਾਂ ਗਲਤ ਰਾਹ ਤੇ ਤੁਰਦੇ ਤੁਰਦੇ ਵੀ ਮੈਨੂੰ ਮੰਜ਼ਿਲ ਮਿਲ ਜਾਏਗੀ, ਇਹ ਨਹੀਂ ਹੋਏਗਾ ਨਾ। ਮਹਿਲ ਦੀ ਛੱਤ ਤੇ ਊਂਠ ਨਹੀਂ ਮਿਲਦੇ, ਇਸੇ ਤਰ੍ਹਾਂ ਮਾੜੇ ਕੰਮ ਕਰਦਿਆਂ ਕਦੇ ਸੁੱਖ ਨਹੀਂ ਮਿਲਦਾ, ਕਦੇ ਵੀ ਨਹੀਂ ਸੁੱਖ ਮਿਲਦਾ। ਸ਼ਾਇਦ ਕੁਝ ਸਮੇਂ ਵਾਸਤੇ ਤੁਹਾਨੂੰ ਲੱਗੇ ਹਾਂ ਬੜਾ ਅੱਛਾ ਹੋ ਗਿਆ, ਮੈਂ ਚੋਰੀ ਕਰ ਆਇਆ, ਕਿਸੇ ਦੀ ਨੋਟਬੁੱਕ ਚੁੱਕ ਲਿਆ, ਸ਼ਾਇਦ ਬੜਾ ਅੱਛਾ ਹੋ, ਕਿਸੇ ਨੂੰ ਕੀ ਪਤਾ ਲੱਗੇਗਾ। ਸ਼ਾਇਦ ਕੁਝ ਟਾਈਮ ਵਾਸਤੇ ਤੁਹਾਨੂੰ ਉਹ ਅੱਛਾ ਲੱਗੇ, ਪਰ ਥੋੜੇ ਚਿਰ ਬਾਅਦ ਤੁਹਾਨੂੰ ਆਪ ਨੂੰ ਇਹ ਬੁਰਾ ਫੀਲ ਹੋਣਾ ਸ਼ੁਰੂ ਹੋਏਗਾ ਕਿ ਮੈਂ ਗਲਤੀ ਕੀਤੀ ਹੈ। ਤੇ ਜਿਸ ਵੇਲੇ ਰਿਅਲਾਈਜ਼ ਹੋ ਜਾਏ ਮੈਂ ਗਲਤੀ ਕੀਤੀ ਹੈ, ਉਸੇ ਵੇਲੇ ਉਸ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ ਨਾ। ਸੋ ਇਹ ਸਮਝਣਾ ਸਾਡੇ ਵਾਸਤੇ ਕਿ ਉਹ ਜਿਹੜਾ ਭਾਰ ਮੈਂ ਜੀਵਨ ਦਾ ਬਣਾ ਦਿੱਤਾ ਨਾ, ਸਮਾਂ ਮੇਰੇ ਕੋਲ ਬੜਾ ਆ, ਪਰ ਉਸ ਸਮੇਂ ਦੀ ਸਹੀ ਚੋਣ ਔਰ ਸਹੀ ਵਰਤੋਂ
ਉਹਨਾਂ ਮਿੱਤਰਾਂ ਨਾਲ ਬੈਠਾਂ ਜਿਹੜੇ ਮੈਨੂੰ ਗੁਣ ਦੇਣ, ਉਹ ਕੰਮ ਕਰਾਂ ਜਿਹੜੇ ਮੈਨੂੰ ਗੁਣ ਦੇਣ, ਤੇ ਜਿਹੜੀਆਂ ਚੀਜ਼ਾਂ ਗੁਣ ਨਹੀਂ ਦਿੰਦੀਆਂ ਉਹਨਾਂ ਚੀਜ਼ਾਂ ਨੂੰ ਛੱਡਣ ਦਾ ਯਤਨ ਕਰੀਏ। ਫॉर एग्जांपल ਅਸੀਂ WhatsApp ਚਲਾਉਂਦੇ ਹਾਂ, ਬੜੇ ਸਾਰੇ ਗਰੁੱਪਸ ਹੋਣਗੇ, ਬੜੇ ਸਾਰੇ ਗਰੁੱਪਸ ਨੇ ਨਾ। ਜਿਹੜੇ ਗਰੁੱਪ ਵਿੱਚ ਤੁਹਾਨੂੰ ਜੀਵਨ ਦੀ ਸੇਧ ਮਿਲਦੀ ਹੋਵੇ, ਤੁਹਾਡੇ ਜੀਵਨ ਵਿੱਚ ਕੋਈ ਕਿਸੇ ਪੱਖ ਤੋਂ ਭਲਾ ਹੁੰਦਾ ਹੋਵੇ, ਉਸ ਗਰੁੱਪ ਦਾ ਭਾਗ ਰਵੋ। ਜਿਹੜਾ ਗਰੁੱਪ ਤੁਹਾਨੂੰ ਕੁਝ ਨਹੀਂ ਦਿੰਦਾ, ਸਿਰਫ ਕੋਈ ਚੁਟਕਲਾ ਭੇਜਦਾ ਜੀ, ਕਿਸੇ ਦੀ ਨਿੰਦਿਆ ਕਰ ਲਈ ਜੀ, ਏਦਾਂ ਕਰ ਲਿਆ ਜੀ, ਚੰਗਾ ਫਰਜ਼ ਕਰੋ ਉਸ ਗਰੁੱਪ ਨੂੰ ਛੱਡ ਦਿਓ। ਉਸ ਨੂੰ ਛੱਡ ਦਿਓ ਕਿਉਂਕਿ ਉਹ ਤੁਹਾਡੇ ਜੀਵਨ ਦਾ ਭਾਰ ਹੈ। ਆਪਣੇ ਆਪ ਨੂੰ ਹਲਕਾ ਕਰੀਏ ਥੋੜਾ ਜਿਹਾ, ਤੇ ਜਦੋਂ ਹਲਕਾ ਕਰਾਂਗੇ ਨਾ ਤੁਸੀਂ ਆਪ ਮਹਿਸੂਸ ਕਰੋਗੇ ਕਿ ਬਹੁਤ ਕੁਝ ਜੀਵਨ ਦੇ ਵਿੱਚ ਈਜ਼ੀਲੀ ਹੁੰਦਾ ਪਿਆ। ਤੇ ਜਿਵੇਂ ਅਸੀਂ ਗੱਲ ਕਹਿੰਦੇ ਹਾਂ ਨਾ, ਜਦੋਂ ਫੋਨ ਭਰ ਜਾਂਦਾ, ਆਪਣਾ ਫੋਨ ਭਰ ਜਾਂਦਾ ਨਾ, ਜਾਂ ਕੰਪਿਊਟਰ ਭਰ ਜਾਂਦਾ, ਤੇ ਉਹਨੂੰ ਅਸੀਂ ਡਿਲੀਟ ਕਰਦੇ ਹਾਂ ਫੋਟੋਜ਼, ਹੈ ਨਾ। ਡਿਲੀਟ ਕਰਦੀਆਂ ਫੋਟੋਜ਼ ਦਾ ਕੰਮ ਇਹ ਆ ਕਿ ਪਹਿਲਾਂ ਤੇ ਚੰਗੀਆਂ ਫੋਟੋਜ਼ ਲਿਆਉਣੀਆਂ, ਤੇ ਜਿਹੜੀਆਂ ਪਿਛਲੀਆਂ ਮਾੜੀਆਂ ਆ ਗਈਆਂ ਉਹਨਾਂ ਨੂੰ ਡਿਲੀਟ ਕਰ ਦਿਓ, ਜਿਨ੍ਹਾਂ ਦਾ ਹੁਣ ਕੋਈ ਗੁਣ ਨਹੀਂ, ਜਿਹੜਾ ਹੁਣ ਮੈਨੂੰ ਕੁਝ ਨਹੀਂ ਦੇ ਰਹੀਆਂ। ਸੋ ਇਹ ਚੀਜ਼ ਆਪਾਂ ਜੀਵਨ ਦੇ ਵਿੱਚ ਵਾਚਣ ਦਾ ਯਤਨ ਕਰੀਏ ਕਿ ਚੰਗੇ ਕੰਮ ਕਰੀਏ ਤੇ ਮਾੜੇ ਕੰਮਾਂ ਨੂੰ ਨਾਲ ਦੇ ਨਾਲ ਛੱਡਦੇ ਜਾਈਏ। ਚੰਗੇ ਥਾਂ ਵਕਤ ਲਾਈਏ ਤੇ ਜਿਹੜੀ ਮਾੜੀ ਥਾਂ ਤੇ ਵਕਤ ਲਾ ਰਹੇ ਆ ਉੱਥੋਂ ਸੰਕੋਚ ਲਈਏ, ਉਹ ਕੰਮ ਕਰਨੇ ਛੱਡ ਦੇਈਏ ਨਾ। ਸੋ ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਜੀਆਂ ਦੇ ਜੋ ਵੀ ਸਵਾਲ ਨੇ ਉਹਨਾਂ ਨੂੰ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਜੀ ਦਾ। ਵੀਰ ਜੀ ਨੇ ਬੜੇ ਹੀ ਸਰਲ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜਾ ਕੰਮ ਸਾਡੇ ਲਈ ਚੰਗਾ ਹੈ ਤੇ ਕਿਹੜਾ ਕੰਮ ਮਾੜਾ ਹੈ। ਜਿਹੜਾ ਵੀਰ ਜੀ ਨੇ ਫਰਮਾਨ ਬੋਲਿਆ ਨਾ ਲਾਸਟ ਤੇ, ਮੈਂ ਉਹਦੀ ਫੋਟੋ ਸ਼ੇਅਰ ਕਰਨ ਲੱਗੀ ਹਾਂ। ਜਿਨ੍ਹਾਂ ਬੱਚਿਆਂ ਨੇ ਨੋਟ ਨਹੀਂ ਕਰ ਸਕੇ ਉਹ ਪਲੀਜ਼ ਜ਼ਰੂਰ ਨੋਟ ਕਰ ਲੈਣ। ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਹਰ ਕੀਰਤਨ ਮੈਂ ਇਹ ਮਨ ਜਾਗਿਆ। ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ, ਬਾਅਦ ਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਕਿ ਅਸੀਂ ਕਿਹੜੇ ਕੰਮ ਕਰਨੇ ਆ ਜਿਹਦੇ ਨਾਲ ਸਾਨੂੰ ਜਿਹੜੇ ਵਿਕਾਰਾਂ ਦੀ ਮੈਲ ਹੈ ਉਹ ਨਾ ਲੱਗੇ। ਸੋ ਮੈਂ ਬਹੁਤ 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 ਧੰਨਵਾਦ ਕਰਨਾ ਚਾਹੁੰਦੀ ਹਾਂ ਵੀਰ ਜਸਵਿੰਦਰ ਸਿੰਘ ਜੀ ਦਾ ਕਿ ਉਹਨਾਂ ਨੇ ਬੜੇ ਹੀ ਸਰਲ ਸ਼ਬਦਾਂ ਦੇ ਨਾਲ ਅੱਜ ਦੇ ਜੋ ਯੁੱਗ ਦੇ ਐਗਜ਼ਾਮਪਲਸ ਲੈ ਕੇ ਸਾਰੇ ਸਟੂਡੈਂਟਸ ਨੂੰ ਸਮਝਾਇਆ। ਸੋ ਹੁਣ ਜਿਹੜੇ ਕੁਐਸਚਨਸ ਹੋਣਗੇ ਸਟੂਡੈਂਟ ਦੇ, ਸਭ ਤੋਂ ਪਹਿਲਾਂ ਉਹ ਸਟੂਡੈਂਟਸ ਲੈ ਜਾਣਗੇ ਜਿਨ੍ਹਾਂ ਦੇ ਕੋਈ ਕੁਐਸਚਨਸ ਹੈਗੇ ਨੇ। ਤੇ ਮੈਂ ਸਟੂਡੈਂਟਸ ਨੂੰ ਬੇਨਤੀ ਕਰਾਂਗੀ ਕਿ ਕੋਈ ਵੀ ਤੁਹਾਡੇ ਸਵਾਲ ਨੇ ਤਾਂ ਜ਼ਰੂਰ ਤੁਸੀਂ ਵੀਰ ਨੂੰ ਪੁੱਛੋ। ਵੀਰ ਜੀ ਦਾ ਬਹੁਤ ਧੰਨਵਾਦ ਕਰ ਰਹੇ ਨੇ ਚੈਟ ਦੇ ਵਿੱਚ ਸਟੂਡੈਂਟਸ। ਸੋ ਸਭ ਤੋਂ ਪਹਿਲਾਂ ਸ਼ੇਰਪੁਰ ਤੋਂ ਜਸਮੀਤ ਕੌਰ, EPP ਨੰਬਰ 16117। ਹਾਂਜੀ ਜਸਮੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਜਸਵਿੰਦਰ ਸਿੰਘ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਫਿਰ ਮੇਰਾ ਕੁਐਸਚਨ ਇਹ ਹੈਗਾ, ਮੈਂ ਗਰੀਬ ਦੇ ਬਾਰੇ ਕੁਝ ਬੋਲਣਾ ਚਾਹੁੰਦੀ ਹਾਂ। ਹਾਂ ਬੱਚੇ, ਕੁਐਸਚਨਸ ਹੈ ਤਾਂ ਆਪਾਂ ਪਹਿਲਾਂ ਕੁਐਸਚਨਸ ਲੈ ਲਈਏ, ਫਿਰ ਤੁਹਾਡੇ ਵਿਚਾਰ ਆਪਾਂ ਬਾਅਦ ਵਿੱਚ ਲੈ ਲਾਂਗੇ। ਠੀਕ ਹੈ ਜੀ। ਆਪਾਂ ਕੁਝ ਬੱਚਿਆਂ ਦੇ ਕੁਐਸਚਨ ਉਹ ਲੈ ਲੈਣੇ ਆ, ਫਿਰ ਜਿਹੜੇ ਤਾਂ ਕਿ ਕਿਸੇ ਦਾ ਵੀ ਕੋਈ ਮਨ ਵਿੱਚ ਡਾਊਟ ਰਹਿ ਨਾ ਜਾਣ। ਸੋ ਮੈਂ ਬੇਨਤੀ ਕਰਾਂਗੀ ਸਿਰਫ ਕੋਈ ਬੱਚੇ ਹੈਂਡ ਰੇਜ਼ ਕਰਨ ਜਿਨ੍ਹਾਂ ਦੇ ਕੋਈ ਕੁਐਸਚਨਸ ਹੈਗੇ ਨੇ। ਹਾਂਜੀ ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਥੈਂਕ ਯੂ ਸੋ ਮਚ ਵੀਰ ਜੀ। ਤੇ ਮੈਂ ਮੇਰਾ ਕੁਐਸਚਨ ਇਹ ਸੀ, ਮੈਂ ਕੁਝ ਕਹਿਣਾ ਸੀ, ਬੋਲਣਾ ਸੀ ਕੁਝ। ਮੈਂ ਫਿਰ ਬੱਚਿਆਂ ਨੂੰ ਬੇਨਤੀ ਕਰਾਂਗੀ ਆਪਾਂ ਪਹਿਲਾਂ ਕੁਐਸਚਨਸ ਲੈ ਰਹੇ, ਉਸ ਤੋਂ ਬਾਅਦ ਤੁਹਾਡੇ ਵਿਚਾਰ ਲਵਾਂਗੇ ਜੀ। ਸੋ ਜਿਹੜੇ ਵੀ ਬੱਚੇ ਕੋਈ ਆਪਣੇ ਕੁਐਸਚਨ ਪੁੱਛਣਾ ਚਾਹੁੰਦੇ ਨੇ ਕੇਵਲ ਉਹੀ ਹੈਂਡ ਰੇਜ਼ ਕਰਨ ਜੀ ਪਹਿਲਾਂ, ਬਾਕੀ ਵਿਚਾਰ ਆਪਾਂ ਬਾਅਦ ਵਿੱਚ ਲਵਾਂਗੇ। ਸਾਡਾ ਮੇਨ ਮਕਸਦ ਹੈ ਕਿਸੇ ਬੱਚੇ ਦਾ ਕੋਈ ਜਿਹੜਾ ਡਾਊਟ ਹੈ ਉਹ ਰਹਿ ਨਾ ਜਾਵੇ, ਸਭ ਦੇ ਡਾਊਟਸ ਕਲੀਅਰ ਹੋਣ, ਕਿਸੇ ਦਾ ਕੋਈ ਕੁਐਸਚਨ ਰਹਿ ਨਾ ਜਾਵੇ। ਸੰਦੀਪ ਕੌਰ ਜੀ ਨੇ ਹੈਂਡ ਰੇਜ਼ ਕੀਤਾ, ਮੈਂ ਬੇਨਤੀ ਕਰਾਂਗੀ ਬੱਚੇ ਆਪਣੇ ਜਿਹੜੇ ਵੀਡੀਓਜ਼ ਨੇ ਔਨ ਕਰਨ। ਸੋ ਰਾਜਵਿੰਦਰ ਸਿੰਘ 16152 ਸੰਗਰੂਰ ਤੋਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਇਹ ਕੁਐਸਚਨ ਸੀ ਕਿ ਅਸੀਂ ਆਪਣੇ ਅੰਦਰੋਂ ਜੋ ਔਗੁਣ ਹੁੰਦੇ ਹਨ, ਅਸੀਂ ਔਗੁਣਾਂ ਨੂੰ ਗੁਣਾਂ ਵਿੱਚ ਕਿਵੇਂ ਬਦਲ ਸਕਦੇ ਹਾਂ? ਬਹੁਤ ਵਧੀਆ ਕੁਐਸਚਨ ਹੈ ਵੀਰ ਜੀ ਕਿ ਆਪਣੇ ਔਗਣਾਂ ਨੂੰ ਗੁਣਾਂ ਵਿੱਚ ਕਿੱਦਾਂ ਬਦਲੀਏ। ਵੀਰ ਜੀ ਦੇਖੋ, ਬਹੁਤ ਇੱਕ ਪਿਆਰੀ ਨਾ ਉਦਾਹਰਨ ਮਹਾਰਾਜ ਨੇ ਬਾਣੀ ਚ ਦਿੱਤੀ। ਤੁਸੀਂ ਸਾਰਿਆਂ ਨੇ ਹਾਥੀ ਨੂੰ ਦੇਖਿਆ ਹੋਵੇਗਾ, ਹਾਥੀ ਨੂੰ ਦੇਖਿਆ ਸਾਰਿਆਂ ਨੇ। ਉਸ ਹਾਥੀ ਦੀ
ਜਦੋਂ ਭੋਜਨ ਖਾਂਦਾ ਆ ਤੇ ਉਹ ਦੋ ਥਾਵਾਂ ਤੋਂ ਖਾਂਦਾ, ਜਾਂ ਤੇ ਉਹ ਆਪਣੇ ਮੂੰਹ ਚੋਂ ਖਾਂਦਾ ਜਾਂ ਆਪਣੀ ਸੁੰਡ ਚੋਂ, ਹੈ ਨਾ। ਜਦੋਂ ਅਸੀਂ ਜੀਵਨ ਨੂੰ ਦੇਖਣਾ, ਤੇ ਮਹਾਰਾਜ ਨੇ, ਕਬੀਰ ਸਾਹਿਬ ਨੇ ਇੱਕ ਉਦਾਹਰਨ ਦਿੱਤਾ। ਉਹਨਾਂ ਕਿਹਾ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਕੀਤੀ ਹੋਏ ਕਹਿ ਖਾਈ। ਤੇ ਉੱਥੇ ਉਹਨਾਂ ਨੇ ਇੱਕ ਉਦਾਹਰਨ ਦਿੱਤਾ, ਕਹਿੰਦੇ ਪਰਮਾਤਮਾ ਦੀ ਜਿਹੜੇ ਗੁਣ ਨੇ ਉਹ ਇਸ ਤਰ੍ਹਾਂ ਸੰਸਾਰ ਵਿੱਚ ਫੈਲੇ ਹੋਏ ਨੇ, ਜਿਵੇਂ ਰੇਤ ਵਿੱਚ ਤੁਸੀਂ ਚੀਨੀ ਪਾ ਦਿਓ, ਚੀਨੀ ਦੇ ਦਾਣੇ ਪਾ ਦਿਓ, ਤੇ ਉਹਦੇ ਵਿੱਚੋਂ ਹੁਣ ਤੁਸੀਂ ਹਾਥੀ ਬਣ ਕੇ, ਅਸੀਂ ਜਦੋਂ ਖਾਣ ਦਾ ਯਤਨ ਕਰਦੇ ਹਾਂ ਨਾ ਉਹਨੂੰ, ਤੇ ਅਸੀਂ ਕੀ ਰੇਤ ਵਿੱਚੋਂ ਚੀਨੀ ਹਾਥੀ ਬਣ ਕੇ ਵੱਖਰੀ ਕਰ ਸਕਦੇ ਹਾਂ? ਨਹੀਂ ਕਰ ਸਕਦੇ। ਸਾਨੂੰ ਕੀ ਕਰਨਾ ਪਵੇਗਾ? ਸਾਨੂੰ ਕੀੜੀ ਹੋਣਾ ਪਏਗਾ। ਇੱਕ ਨਿੱਕੀ ਜਿਹੀ ਕੀੜੀ ਦੇਖੋ, ਉਹ ਕੀ ਕਰਦੀ ਹੈ? ਉਹ ਰੇਤ ਦੇ ਪਹਾੜ ਹੋਣ ਵਿੱਚੋਂ ਜਾ ਕੇ ਉਹ ਨਿੱਕਾ ਜਿਹਾ ਚੀਨੀ ਦਾ ਦਾਣਾ ਚੁੱਕ ਕੇ ਲੈ ਆਉਂਦੀ ਹੈ, ਲਿਆਂਦੀ ਹੈ ਨਾ। ਤੇ ਜਦੋਂ ਲਿਆਂਦੀ ਹੈ, ਆਪਣੇ ਘਰ ਬਹਿ ਕੇ ਉਹ ਬੜੇ ਆਰਾਮ ਨਾਲ ਉਸ ਚੀਨੀ ਦਾ ਰਸ ਨੂੰ ਚੁੰਘਦੀ ਹੈ। ਅਸੀਂ ਕੀ ਕਰਦੇ ਹਾਂ? ਅਸੀਂ ਹੰਕਾਰ ਵਿੱਚ ਪਰਮਾਤਮਾ ਦੀ ਹੋਂਦ ਨੂੰ ਸਮਝਣ ਦਾ ਯਤਨ ਕਰਦੇ ਹਾਂ। ਅਸੀਂ ਕਹਿੰਦੇ ਹਾਂ, ਮੇਰੇ ਕੋਲ ਤੇ ਆਹ ਗੁਣ ਆ, ਮੇਰੇ ਕੋਲ ਆਹ ਚੀਜ਼ਾਂ ਨੇ, ਮੈਂ ਬੜਾ ਅਮੀਰ ਆ, ਮੇਰੇ ਬਾਹਾਂ 'ਚ ਬੜਾ ਜ਼ੋਰ ਆ, ਪੈਸਾ ਮੇਰੇ ਕੋਲ ਇੰਨਾ ਆ, ਹੈ ਨਾ, ਮੇਰੇ ਬੋਲਣ ਕਰਕੇ ਲੋਕੀ ਅੱਗੇ ਪਿੱਛੇ ਤੁਰਦੇ ਫਿਰਦੇ ਆ, ਮੇਰੇ ਕੋਲ ਗੁਣ ਹੀ ਬੜੇ ਨੇ। ਇਸ ਬਿਰਤੀ ਨੂੰ ਤਿਆਗ ਕਰਕੇ ਨਾ ਅਸੀਂ ਇੱਕ ਕੰਮ ਕਰੀਏ। ਸਤਿਗੁਰ ਨੇ ਕਿਹਾ, ਕਹਿੰਦੇ ਜੇ ਤੂੰ ਮੇਰੇ ਕੋਲ ਆਉਣਾ ਹੈ, ਜੇ ਤੂੰ ਗੁਣ ਧਾਰਨ ਕਰਨੀ, ਜੇ ਤੂੰ ਜੀਵਨ ਸਕਸੈਸਫੁਲ ਹੋਣਾ ਹੈ, ਤੇ ਕੰਮ ਕਰ, ਪਹਿਲਾਂ ਇਹ ਕਰ, ਸਭਨਾ ਕੀ ਰੇਣੂਕਾ ਹੋ ਜਾ, ਸਾਰਿਆਂ ਦੀ ਚਰਨ ਧੂੜੀ ਬਣ ਜਾ, ਸਾਰਿਆਂ ਦੇ ਨਿਮਾਣਾ ਹੋ ਕੇ ਚੱਲ, ਨਿਮਰਤਾ ਦਾ ਗੁਣ ਧਾਰਨ ਕਰ। ਜਦੋਂ ਨਿਮਰਤਾ ਦੇ ਵਿੱਚ ਰਵੇਂਗਾ ਨਾ, ਫਿਰ ਗੁਰੂ ਤੇਰੇ ਕੋਲ ਆਵੇਗਾ। ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਗੀ, ਤੈਨੂੰ ਕੁਝ ਕਰਨ ਦੀ ਸਪੈਸ਼ਲੀ ਲੋੜ ਨਹੀਂ ਗੀ, ਗੁਰੂ ਤੇਰੇ ਕੋਲ ਆਪੇ ਆਵੇਗਾ। ਤੂੰ ਸਾਰਿਆਂ ਦੀ ਨਿਮਰਤਾ ਦੇ ਵਿੱਚ ਆਪਣੇ ਆਪ ਨੂੰ ਬਣਾ ਲੈ। ਤੋ ਸਹਿਜੇ ਸਹਿਜੇ ਜਦੋਂ ਇਹ ਗੁਣ ਸਾਡੇ ਜੀਵਨ 'ਚ ਆ ਜਾਣਗੇ ਨਾ, ਫਿਰ ਮਹਾਰਾਜ ਨੇ ਆਪੇ ਹੀ ਉਹ ਵਿਧ ਬਣਾ ਦੇਣੀ ਕਿ ਤੈਨੂੰ ਕਿਸੇ ਦੇ ਅੱਗੇ ਚੋਰੀ ਅੱਡਣ ਦੀ ਲੋੜ ਹੀ ਨਹੀਂ ਪੈਣੀ। ਏਦਾਂ ਜੀ ਬਹੁਤ ਧੰਨਵਾਦ ਜੀ। ਔਰ ਇਹਦੇ ਨਾਲ ਰਿਲੇਟਡ ਇੱਕ ਬੱਚੇ ਨੇ ਚੈਟ ਦੇ ਵਿੱਚ ਲਿਖਿਆ, ਰਮਨਪ੍ਰੀਤ ਕੌਰ ਜੀ ਚੱਜੀ ਤੋਂ, ਕਹਿੰਦੇ ਵੀ ਅਸੀਂ ਇੱਕ ਰਾਜੇ ਹਾਂ ਤੇ ਸਾਡੀ ਜੰਗ ਹੈਗੀ ਹੈ ਜਿਹੜੀ ਉਹ ਪੋਜ਼ਿਟਿਵ ਤੇ ਨੈਗੇਟਿਵ ਥਾਟਸ ਦੇ ਵਿੱਚ ਹੈ, ਲੇਕਿਨ ਅਸੀਂ ਹਮੇਸ਼ਾ ਪੋਜ਼ਿਟਿਵ ਨੂੰ ਹੀ ਸਪੋਰਟ ਕਰਨਾ ਤੇ ਨੈਗੇਟਿਵ ਦੇ ਨਾਲ ਲੜਨਾ। ਬਹੁਤ ਧੰਨਵਾਦ ਜੀ, ਉਹਨਾਂ ਨੇ ਮੈਸੇਜ ਲਿਖਿਆ। ਸੋ ਨੈਕਸਟ ਜਸਦੀਪ, ਇਹਨਾਂ ਨੇ ਲਿਖਿਆ ਨਹੀਂ ਜੀ ਇਹ ਸਿੰਘ ਨੇ ਕਿ ਕੌਰ ਨੇ ਜੀ? ਹਾਂਜੀ, ਤੁਸੀਂ ਕੁਝ ਪੁੱਛਣਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆ ਪੁੱਛਣਾ ਸੀ ਕਿ ਤੁਹਾਡਾ ਕੋਈ ਗਰੁੱਪ ਵੀ ਹੈਗਾ? ਹਾਂਜੀ ਜਸਦੀਪ ਸਿੰਘ ਜੀ, ਸਾਡਾ ਗਰੁੱਪ ਹੈ। ਤੁਸੀਂ ਅਗਰ ਗਰੁੱਪ ਵਿੱਚ ਐਡ ਹੋਣਾ, ਤੁਸੀਂ ਆਪਣਾ ਨੰਬਰ ਜਿਹੜਾ ਉਹ ਚੈਟ ਦੇ ਵਿੱਚ ਲਿਖ ਸਕਦੇ ਹੋ ਜੀ, ਤੇ ਤੁਹਾਨੂੰ ਅਸੀਂ ਐਡ ਕਰ ਮੈਂ ਹੁਣੇ ਲਿਖ ਦੇਣਾ। ਹਾਂਜੀ, ਹੁਣੇ ਲਿਖ ਦਿਓ। ਨੈਕਸਟ ਨੰਬਰ 10306 ਮੋਗਾ ਤੋਂ। ਹਾਂਜੀ, ਅਨਮਿਊਟ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਐਸਚਨ ਸਰ ਨੂੰ ਹੈਗਾ ਏ, ਸਰ ਨੇ ਸਾਨੂੰ 3 ਚੀਜ਼ਾਂ ਦੱਸੀਆਂ ਸੀ, ਨਾ ਲੋੜ ਹੈ, ਨਾ ਮੋੜੇ, ਨਾ ਜੋੜੇ। ਉਹਦੇ ਵਿੱਚੋਂ ਨਾ ਲੋੜੇ ਦਾ ਅਰਥ ਕੀ ਸੀ? ਕਿ ਬਹੁਤੇ ਦੀ ਇੱਛਾ ਨਹੀਂ ਕਰਨੀ। ਕਿ ਜੇ ਅਸੀਂ ਇਹ ਗੱਲ ਕਹੀਏ ਕਿ ਮੈਨੂੰ, ਕਈ ਵਾਰੀ ਨਾ ਸਾਡੀ ਇਹ ਬਿਰਤੀ ਬਣ ਜਾਂਦੀ ਹੈ ਕਿ ਮੈਨੂੰ ਭੁੱਖ ਤੇ 2 ਪ੍ਰਸ਼ਾਦਿਆਂ ਦੀ ਹੈ, ਤੇ ਮੈਂ ਕਹਾਂ ਮੇਰੇ ਕੋਲ ਹੁਣੇ 5 ਚਾਹੀਦੇ ਨੇ, ਜਾਂ ਮੈਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾਣਾ ਹੈ ਤੇ ਮੈਨੂੰ ਗੱਡੀ ਚਾਹੀਦੀ ਹੈ। ਹੁਣ ਗੱਡੀ ਮਾਰੂਤੀ 800 ਵੀ ਹੋ ਸਕਦੀ ਹੈ, ਗੱਡੀ ਮੋਟਰਸਾਈਕਲ ਵੀ ਹੋ ਸਕਦੀ ਹੈ, ਪਰ ਮੈਨੂੰ ਰੋਲਸ ਰॉयस ਚਾਹੀਦੀ ਹੈ, ਮੈਨੂੰ ਮਹਿੰਗੀ ਗੱਡੀ ਚਾਹੀਦੀ ਹੈ, ਮੈਨੂੰ ਉਹ ਗੱਡੀ ਚਾਹੀਦੀ ਹੈ ਜਿਹੜੇ ਦਰਵਾਜ਼ੇ ਏਦਾਂ ਉੱਪਰ ਨੂੰ ਖੁੱਲਦੇ ਹੋਣ। ਸੋ ਕਿਉਂ ਉਹ ਜਿਹੜੀ ਲੋਭੀ ਦੀ ਬਿਰਤੀ ਆ ਮੇਰੇ ਅੰਦਰ, ਕਿ ਬਹੁਤ ਸਾਰਾ ਕੁਝ ਚਾਹੀਦਾ ਹੈ, ਲਗਜ਼ਰੀਜ਼ ਚਾਹੀਦੀਆਂ ਨੇ, ਨੈਸੈਸਿਟੀਜ਼ ਦੀ ਮੰਗ ਨਹੀਂ ਹੈ, ਮੈਨੂੰ ਲਗਜ਼ਰੀ ਚਾਹੀਦੀ ਹੈ। ਮੈਨੂੰ ਜੀਵਨ ਦੇ ਵਿੱਚ ਉਹ ਸਾਰਾ ਕੁਝ ਚਾਹੀਦਾ, ਮੇਰਾ ਘਰ ਵੀ ਵੱਡਾ ਹੋਵੇ, ਮੇਰੇ ਅੱਗੇ ਪਿੱਛੇ ਨੌਕਰ ਚਾਕਰ ਵੀ ਹੋਣ। ਇਹ ਜਿਹੜੀ ਬਿਰਤੀ ਆ, ਇਹਨੂੰ ਛੱਡਣਾ ਹੈ। ਵੀ ਜੀ ਚੈਟ ਦੇ ਵਿੱਚ ਆਇਆ ਕਿ ਤਿੰਨਾਂ ਗੱਲਾਂ ਨੂੰ ਦੁਬਾਰਾ ਇੱਕ ਵਾਰੀ ਉਹਦੇ ਮੀਨਿੰਗ ਦੱਸ ਦਿੱਤੇ ਜਾਣ ਜੀ। ਪਹਿਲੀ ਬਿਰਤੀ ਹੈ ਨਾ ਲੋੜ ਹੈ, ਜਿੱਦਾਂ ਆਪਾਂ ਹੁਣੇ ਗੱਲ ਕੀਤੀ, ਬਹੁਤੀ ਦੀ ਇੱਛਾ ਨਹੀਂ ਕਰਨੀ। ਦੂਸਰਾ ਹੈ ਨਾ ਮੋੜ ਹੈ। ਨਾ ਮੋੜ ਹੈ ਭਾਵ ਕਿ ਜਿੰਨਾ ਕੁ ਮੈਨੂੰ ਮਿਲ ਗਿਆ ਉਸ ਵਿੱਚ ਸੰਤੁਸ਼ਟ ਰਹਿਣਾ। ਇਹ ਨਹੀਂ ਕਹਿਣਾ ਕਿ ਨਹੀਂ ਮੈਨੂੰ 2 ਆਈਸਕ੍ਰੀਮ ਮੈਂ ਮੰਗੀਆਂ ਸੀ, ਮੈਨੂੰ 1 ਮਿਲੀ, ਹੁਣ ਮੈਨੂੰ 1 ਵੀ ਨਹੀਂ ਚਾਹੀਦੀ, ਆਈ ਡੋਂਟ ਵਾਂਟ ਦਿਸ ਨਾਓ। ਜਿੰਨਾ ਕੁ ਪਰਮਾਤਮਾ ਨੇ ਦੇ ਦਿੱਤਾ, ਜੇ ਹੁਣ ਤੁਸੀਂ ਘਰ ਮੰਗਿਆ ਸੀ
परमात्मा ने ਤੁਹਾਨੂੰ 1 BHK ਦਿੱਤਾ है ना, ਤੇ ਮੈਂ ਕਹਾਂ ਨਹੀਂ ਮੈਨੂੰ ਤੇ 3 BHK ਘਰ ਚਾਹੀਦਾ ਸੀ, ਮੈਂ 1 BHK ਵੀ ਨਹੀਂ ਲੈਣਾ है ना। ਜੇ परमात्मा ਨੇ ਤੁਹਾਨੂੰ ਕਿਹਾ ਨਹੀਂ ਤੁਹਾਨੂੰ ਇਸ ਕੰਪਨੀ 'ਚ ਪ੍ਰਮੋਸ਼ਨ ਚਾਹੀਦੀ ਸੀ ਜਾਂ ਇਸ ਕੰਪਨੀ 'ਚ ਜੌਬ ਚਾਹੀਦੀ ਸੀ ਜਾਂ ਇਸ ਕਾਲਜ 'ਚ ਐਡਮਿਸ਼ਨ ਚਾਹੀਦਾ ਸੀ, परमात्मा ਨੇ ਤੁਹਾਨੂੰ ਕਿਸੇ ਹੋਰ ਕਾਲਜ ਵਿੱਚ ਦੇ ਦਿੱਤਾ, ਤੇ ਅਸੀਂ ਉਹਦਾ ਸ਼ੁਕਰ ਨਹੀਂ ਕਰਦੇ ਇਸ ਕਰਕੇ ਕਿ ਚੱਲ ਇੰਨਾ ਕਿਤੇ ਦਿੱਤਾ ਨਾ, ਸ਼ੁਕਰ ਹੈ ਸ਼ਾਇਦ ਮੇਰੇ ਕਰਮਾਂ 'ਚ ਨਾ ਹੋਵੇ, ਇੰਨਾ ਵੀ ਸ਼ਾਇਦ ਨਾ ਹੋਵੇ, ਉਹਨੇ ਇੰਨੀ ਕਿਰਪਾ ਕਰਕੇ ਮੈਨੂੰ ਇੰਨਾ ਕੁ ਦੇ ਦਿੱਤਾ। ਪਰ ਅਸੀਂ ਜੋ ਮੰਗਿਆ ਉਸ ਤੋਂ ਬਿਲਕੁਲ ਥੱਲੇ ਆਉਣ ਦਾ ਯਤਨ ਹੀ ਨਹੀਂ ਕਰਦੇ ਹਾਂ। ਫਿਰ ਅਸੀਂ परमात्मा ਨੂੰ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਕਿ ਤੁਸੀਂ ਮੈਨੂੰ ਦਿੱਤਾ ਹੀ ਕੁਛ ਨਹੀਂ, ਤੁਸੀਂ ਮੈਨੂੰ ਦਿੱਤਾ ਹੀ ਕੁਛ ਨਹੀਂ। ਅਸਲ 'ਚ ਗੱਲ ਇਹ ਆ ਕਿ ਜੋ 10 ਚੀਜ਼ਾਂ परमात्मा ਨੇ ਦਿੱਤੀਆਂ, ਮੈਂ ਉਹਦਾ ਸ਼ੁਕਰ ਨਹੀਂ ਕਰਦਾ। ਜਿਹੜੀ ਇੱਕ ਉਹਨੇ ਨਹੀਂ ਦਿੱਤੀ, ਮੈਂ ਉਹਦੇ ਕਰਕੇ ਲਾਨਤਾਂ ਪਾਉਣਾ ਕਿ ਤੂੰ ਆ ਮੇਰੇ ਨਾਲ ਮਾੜਾ ਕੀਤਾ ਹੈ। ਤੇ ਉਹਦਾ ਸ਼ੁਕਰ ਕਰਨਾ ਸ਼ੁਰੂ ਕਰੀਏ। ਕੋਈ ਚੀਜ਼ ਇਹ ਨਾ ਕਹੀਏ ਕਿ ਮੈਨੂੰ ਨਹੀਂ ਚਾਹੀਦੀ, ਹੁਣ ਇਹ ਵੀ ਨਹੀਂ ਚਾਹੀਦੀ, ਮੋੜੀਏ ਨਾ, ਉਹਦੀ ਦਾਤ ਜਾਣ ਕੇ ਰੱਖ ਲਿਆ ਕਰੀ। ਤੇ ਤੀਸਰਾ ਨਾ ਜੋੜੈ ਕਿ ਹੁਣ ਬੜਾ ਕੁਛ ਉਹਨੇ ਦੇ ਦਿੱਤਾ, ਤੇ ਜੇ ਮੈਨੂੰ ਬੜਾ ਕੁਛ ਦੇ ਦਿੱਤਾ ਭਾਵ ਉਹਨੇ ਮੈਨੂੰ ਅਮੀਰ ਬਣਾ ਦਿੱਤਾ, ਉਹਨੇ ਮੈਨੂੰ ਇੰਨਾ ਕੁਛ ਜੀਵਨ ਦੇ ਵਿੱਚ ਦੇ ਦਿੱਤਾ, ਤੇ ਮੈਂ ਇਹ ਨਾ ਕਹਾਂ ਹੁਣ ਕਿ ਆ ਸਾਰਾ ਕੁਛ ਮੇਰਾ ਹੀ ਆ, ਨਾ ਲਾਲਚੀ ਨਾ ਬਣ ਜਾਵਾਂ ਕਿ ਨਹੀਂ ਮੈਨੂੰ ਹੀ ਦਿੱਤਾ। ਹੁਣ ਜੇ ਫॉर एग्जांपल ਬਾਪੂ ਘਰ ਆ ਕੇ ਉਹਨੇ 5 ਚੋਕਲੇਟਾਂ ਤੁਹਾਨੂੰ ਦਿੱਤੀਆਂ ਕਿਉਂਕਿ ਤੁਸੀਂ ਵੱਡੇ ਸੀ, ਤੇ ਮੈਂ ਇਹ ਕਹੀ ਜਾਵਾਂ ਹੁਣ 5 ਮੈਨੂੰ ਦਿੱਤੀਆਂ, ਹੁਣ ਮੈਂ ਹਫਤੇ 'ਚ 5 ਮੇਰੀਆਂ ਹੀ ਨੇ। ਹੁਣ ਨਾ ਤੇ ਮੈਂ ਆਪਣੇ ਬਾਪੂ ਨੂੰ ਦੇਣੀ ਵਾਪਸ, ਨਾ ਮਾਤਾ ਜੀ ਨੂੰ ਦੇਣੀ, ਨਾ ਆਪਣੇ ਛੋਟੇ ਭਰਾਵਾਂ ਨੂੰ ਦੇਣੀ, ਕਿਸੇ ਨੂੰ ਵੀ ਨਹੀਂ ਦੇਣੀ, ਕਹਿ ਕਰਕੇ ਕਿ ਮੇਰੀ ਹੈ, ਮੈਂ ਜੋੜ ਕੇ ਰੱਖ ਲਈ, ਮੈਂ ਹੀ ਖਾਣੀ ਹੈ ਉਹ, ਹੈ ਨਾ। ਇਹ ਨਹੀਂ ਕਰਨਾ। ਪਰਉਪਕਾਰੀ ਸੁਭਾਅ ਰੱਖੀਏ, ਵੰਡ ਦਈਏ, ਹੈ ਨਾ। ਹਾਂ ਤੁਸੀਂ 2 ਰੱਖ ਲਓ ਆਪਣੇ ਵਾਸਤੇ, ਬਾਕੀ ਵੰਡ ਦਿਓ ਸਾਰਿਆਂ ਨੂੰ, ਤਾਂ ਕਿ ਹੋਰ ਵੀ ਖੁਸ਼ ਹੋਣ, ਤੁਹਾਨੂੰ ਅਸੀਸਾਂ ਵੀ ਦੇਣ, ਤੇ ਇਸੇ ਅਸੀਸਾਂ ਸਦਕਾ ਸ਼ਾਇਦ ਸਾਡਾ ਕੋਈ ਭਲਾ ਹੋ ਜਾਵੇ, ਹੈ ਨਾ। ਤੇ 3 ਚੀਜ਼ਾਂ ਜ਼ਰੂਰੀ ਲਾਜ਼ਮੀ ਕਰਨੀ ਜੀ। ਬਹੁਤ ਧੰਨਵਾਦ ਵੀਰ ਜੀ ਦਾ। ਸੋ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਜੀ। EPP ਨੰਬਰ 1418114180। ਹਾਂਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ ਤੁਹਾਡੀ। ਮੇਰਾ ਮਨ ਕਰ ਹੈ EP ਨੰਬਰ 84 ਜੀ ਜ਼ਰੂਰ। ਆਫਟਰ ਮੈਂ ਬਹੁਤ ਜੀਵਨ ਕਿਵੇਂ ਆਪ ਜੀਵਨ के प्लस से जी आज जी जिंदगी कृष्णा ਦਾ ਸਫਾਈ ਦਾ ਦੌਰਾਨ ਕਿਵੇਂ ਕੁਰਾਨ ਸਿੱਖੇ ਜੀ। ਤੁਹਾਡੀ ਆਵਾਜ਼ ਨਾ ਕਲੀਅਰ ਨਹੀਂ ਆ ਰਹੀ ਕਿ ਤੁਸੀਂ ਕੀ ਪੁੱਛ ਰਹੇ ਹੋ। ਮੇਰੀ ਕੁਐਸਚਨ ਹੈ ਅਸੀਂ ਬਾਬਾ ਜੀ ਦਾ ਨਾਮ ਸਕਦੇ ਕਿਵੇਂ ਕੁਰਾਨ ਨਾਲ ਸਿੱਖੇ ਜੀ, ਵੀ ਜੋ ਸਾਨੂੰ ਵਾਹਿਗੁਰੂ ਦੇ ਦਿੱਤਾ ਉਸ ਦਾ ਕਿਵੇਂ ਸਿੱਖੇ। ਤੁਹਾਡਾ ਨਾ ਕੁਐਸਚਨ ਜਿਹੜਾ ਉਹ ਸਮਝ ਨਹੀਂ ਆ ਰਿਹਾ, ਆਪਾਂ ਤੁਹਾਨੂੰ ਬਾਅਦ ਦੇ ਵਿੱਚ ਲੈਣੀ, ਮੇਬੀ ਕੋਈ ਤੁਹਾਡੇ ਉੱਥੇ ਨੈਟਵਰਕ ਇਸ਼ੂਜ਼ ਆ ਰਹੇ। ਸੋ ਲਾਸਟ ਤੇ EPP ਨੰਬਰ 11440 11441। ਹਾਂਜੀ ਕਿਰਨਦੀਪ ਕੌਰ ਜੀ। ਮੈਮ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ। ਮੈਮ ਆ ਜਾਈਏ ਜੀ। ਮੈਮ ਮੇਰਾ ਕੁਐਸਚਨ ਸੀ ਕਿ ਮਨੁੱਖ ਦਾ ਅਜਿਹਾ ਸੁਭਾਅ ਹੋਏਗਾ ਕਿ ਉਹਦੇ ਵਿੱਚ ਔਗਣ ਬਹੁਤ ਆ ਜਾਂਦੇ ਆ ਤੇ ਉਹਦੇ ਵਿੱਚ ਗੁਣ ਬੜੀ ਛੇਤੀ ਚੱਲ ਜਾਂਦਾ। ਜੀ ਜੀ ਦੇਖੋ ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿਉਂਕਿ ਅਸੀਂ ਨਾ ਬਹੁਤ ਜ਼ਿਆਦਾ ਚਿਲਕਣੇ ਭਾਂਡੇ ਰੱਖੇ ਹੈ। ਠੀਕ ਹੈ, ਚਿਲਕਣੇ ਭਾਂਡੇ। ਹੁਣ ਮੈਂ ਆਪ ਜੀ ਨੂੰ ਬਾਣੀ ਦੇ ਵਿੱਚੋਂ ਇੱਕ ਉਦਾਹਰਨ ਦਿੰਦਾ। ਤੁਸੀਂ ਦੇਖੋ ਮਹਾਰਾਜ ਨੇ ਕਿਹਾ, ਕਹਿੰਦੇ ਕਾਂਸੀ ਦਾ ਬਰਤਨ ਹੋਵੇ ਨਾ, ਬ੍ਰੋਂਜ, ਕਹਿੰਦੇ ਕਾਂਸੀ ਦਾ ਬਰਤਨ, ਉਸ ਕਾਂਸੀ ਦੇ ਬਰਤਨ ਵਿੱਚ ਜਦੋਂ ਤੁਸੀਂ ਉਹਨੂੰ ਸਾਫ਼ ਕਰਦੇ ਹੋ ਨਾ, ਤੇ ਪੁਰਾਣੇ ਵੇਲੇ ਉਹਨੂੰ ਲੱਸੀ ਨਾਲ ਸਾਫ਼ ਕੀਤਾ ਜਾਂਦਾ, ਤੇ ਜਦੋਂ ਲੱਸੀ ਨਾਲ ਸਾਫ਼ ਕਰਦੇ ਹੋ ਨਾ, ਤੁਹਾਡੇ ਹੱਥ ਕਾਲਖ ਨਾਲ ਭਰ ਜਾਂਦੇ ਨੇ, ਉਸ ਕਾਂਸੀ ਦੇ ਬਰਤਨ ਤੋਂ ਕਾਲਖ ਨਿਕਲਦੀ ਹੈ। ਹੁਣ ਦੇਖਣ ਵਿੱਚ ਤੁਸੀਂ ਉਹਨੂੰ ਕਹੋਗੇ ਬੜਾ ਚਮਕੀਲਾ ਆ, ਬੜਾ ਚਮਕਦਾ ਆ, ਬੜਾ ਲਿਸ਼ਕਦਾ ਪਿਆ, ਪਰ ਉਸੇ ਭਾਂਡੇ ਵਿੱਚ, ਉਸ ਕਾਂਸੀ ਦੇ ਬਰਤਨ ਦੇ ਵਿੱਚ ਜੋ ਗੰਦਲਾ ਹੈ, ਉਸ ਵਿੱਚ ਤੁਸੀਂ ਦੁੱਧ ਪਾਓ ਤੇ ਦੁੱਧ ਖਰਾਬ ਹੋ ਜਾਂਦਾ ਹੈ ਨਾ।
ਅਸਲ ਦੇ ਵਿੱਚ ਗੁਣ ਤੇ ਔਗਣ ਕੀ ਨੇ, ਇਹਨੂੰ ਆਪਾਂ ਸਮਝ ਲਈਏ ਪਹਿਲਾਂ। ਔਗਣ ਕੋਈ ਵੱਖਰੀ ਚੀਜ਼ ਨਹੀਂ ਹਨ, ਗੁਣ ਹੀ ਖਰਾਬ ਹੋ ਕੇ ਔਗਣ ਬਣ ਜਾਂਦੇ ਨੇ। ਗੁਣਾਂ ਨੂੰ ਤੁਸੀਂ ਦੇਖੋ, ਭੋਜਨ ਹੈ, ਆਪਾਂ ਸਾਹਮਣੇ ਆਪਣੇ ਬਣਾਉਂਦੇ ਹਾਂ ਭੋਜਨ, ਰੋਟੀ ਬਣਾਈ, ਦਾਲ ਬਣਾਈ, ਸਬਜ਼ੀ ਬਣਾਈ, ਉਹਨੂੰ ਬਣਾਇਆ, ਬਣਾ ਕੇ ਉਹਨੂੰ ਖਾਇਆ, ਅਸੀਂ ਬੜਾ ਅੱਛਾ ਲੱਗਿਆ। ਉਸੇ ਭੋਜਨ ਨੂੰ ਤੁਸੀਂ ਬਾਹਰ ਪਏ ਰਹਿਣ ਦਿਓ, ਸ਼ਾਮੀ ਰਾਤੀ ਅਗਲੇ ਦਿਨ ਖਾਓ ਤੇ ਉਹੀ ਭੋਜਨ ਤੁਹਾਨੂੰ ਖਰਾਬ ਕਰਦਾ ਹੈ। ਭੋਜਨ ਤੇ ਉਹੀ ਹੈ ਜਿਹੜਾ ਤੁਸੀਂ ਆਪਣੇ ਹੱਥਾਂ ਨਾਲ ਬਣਾਇਆ, ਸਾਫ਼ ਸੁਥਰੇ ਢੰਗ ਨਾਲ ਬਣਾਇਆ, ਪਰ ਖਰਾਬ ਹੋ ਗਿਆ। ਹੁਣ ਜੇ ਤੁਸੀਂ ਉਸੇ ਭੋਜਨ ਨੂੰ ਚੁੱਕ ਕੇ ਫਰਿੱਜ ਵਿੱਚ ਰੱਖ ਦਿਓ ਤੇ ਭਾਵੇਂ ਉਹਨੂੰ ਅਗਲੇ ਦਿਨ ਵੀ ਖਾਓ ਤੇ ਫਿਰ ਖਰਾਬ ਨਹੀਂ ਹੁੰਦਾ। ਤੇ ਇਹਦਾ ਜਿਹੜਾ ਸਭ ਤੋਂ ਮੁੱਢਲਾ ਕਾਰਨ ਹੈ, ਬੜਾ ਪਿਆਰਾ ਸਵਾਲ ਹੈ ਕਿ ਗੁਣ ਸਾਡੇ ਅੰਦਰ ਕਿਵੇਂ ਰਹਿ ਜਾਂਦੇ ਨੇ ਤੇ ਔਗਣ ਕਿਵੇਂ ਰਹਿ ਜਾਂਦੇ ਤੇ ਗੁਣ ਕਿਵੇਂ ਚਲੇ ਜਾਂਦੇ। ਸਾਡੇ ਅੰਦਰ ਗੁਣ ਹੀ ਜਾਂਦੇ ਨੇ, ਪਰ ਜਦੋਂ ਅਸੀਂ ਗੁਣਾਂ ਨੂੰ ਪਾਣੀ ਨਹੀਂ ਦਿੰਦੇ, ਤੁਸੀਂ ਦੇਖੋ ਇੱਕ ਬੀਜ ਪਾਇਆ, ਇੱਕ ਛੋਟਾ ਜਿਹਾ ਪੌਦਾ ਬਣਿਆ ਤੇ ਉਸ ਪੌਦੇ ਨੂੰ ਤੁਸੀਂ ਪਾਣੀ ਨਹੀਂ ਦਿੱਤਾ ਤੇ ਉਹ ਪੌਦਾ ਸੁੱਕ ਜਾਂਦਾ ਹੈ, ਸੁੱਕਦਾ ਹੈ ਨਾ। ਹੁਣ ਇਸੇ ਪੱਖ ਨੂੰ ਆਪਾਂ ਸਮਝੀਏ, ਅਸੀਂ ਗੁਣ ਧਾਰਨ ਕੀਤੇ ਤੇ ਜਦੋਂ ਗੁਣ ਅੰਦਰ ਗਏ, ਅਸੀਂ ਉਹਨਾਂ ਨੂੰ ਨਾਮ ਦਾ, ਬਾਣੀ ਦਾ, ਸ਼ੁਭ ਗੁਣਾਂ ਦਾ ਅੰਮ੍ਰਿਤ ਨਹੀਂ ਦਿੱਤਾ ਤੇ ਫਿਰ ਉਹ ਜਿਹੜੇ ਗੁਣ ਸਨ ਉਹ ਬਦਲ ਕੇ ਕਰੂਪ ਹੋ ਗਏ, ਔਗਣ ਬਣ ਗਏ। ਜਿਹੜਾ ਉਹ ਕਾਂਸੀ ਦਾ ਬਰਤਨ ਹੈ, ਤੁਸੀਂ ਸਾਫ਼ ਕਰਦੇ ਹੋ, ਉਹਦੇ ਵਿੱਚ ਕਾਲਕ ਕਿਤੇ ਬਾਹਰੋਂ ਨਹੀਂ ਆਈ। ਉਹ ਕਾਂਸੀ ਦੇ ਬਰਤਨ ਦੀ ਕੰਸਿਸਟੈਂਸੀ ਏਦਾਂ ਦੀ ਹੈ ਕਿ ਉਹਦੇ ਵਿੱਚੋਂ ਹੱਥ ਲਾਇਆ ਕਾਲਕ ਨਿਕਲਦੀ ਹੈ। ਤੇ ਸਾਡੀ ਕੰਸਿਸਟੈਂਸੀ, ਸਤਿਗੁਰੂ ਕਹਿੰਦੇ ਇੰਨੇ ਸਾਲਾਂ ਦੇ ਗੁਣ ਇਕੱਠੇ ਕੀਤੇ ਸੀ, ਉਹ ਗੁਣ ਹੁਣ ਔਗਣ ਬਦਲ ਗਏ। ਕਿਵੇਂ? ਮਨ ਕਿਹਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਕਹਿੰਦੇ ਕਾਲਾ ਜਿਵੇਂ ਸ਼ਾਹੀ ਹੁੰਦੀ ਹੈ ਨਾ, ਕਾਲੀ, ਕਹਿੰਦੇ ਏਦਾਂ ਹੁਣ ਮਨ ਹੋ ਗਿਆ। ਕਿਉਂ? ਕਿਉਂਕਿ ਅਸੀਂ ਕੀ ਕੀਤਾ, ਮਨ ਨੂੰ ਡੰਪ ਯਾਰਡ ਬਣਾ ਦਿੱਤਾ। ਡੰਪ ਯਾਰਡ ਆਪ ਜੀ ਸਮਝਦੇ, ਕੂੜਾਦਾਨ, ਜੋ ਆਇਆ ਵਿੱਚ ਪਾ ਦਿੱਤਾ, ਜੋ ਆਇਆ ਵਿੱਚ ਪਾ ਦਿੱਤਾ, ਜੋ ਆਇਆ ਵਿੱਚ ਪਾ ਦਿੱਤਾ। ਹੁਣ ਤੁਸੀਂ ਫਰਜ਼ ਕਰੋ ਸਫਾਈ ਅਸੀਂ ਕਰਨੀ ਕੋਈ ਨਹੀਂ, ਤੇ ਜੇ ਕਿਸੇ ਥਾਂ ਦੀ ਸਫਾਈ ਨਾ ਹੋਵੇ, ਉਹ ਤੋਂ ਬਦਬੂ ਆਉਂਦੀ ਹੈ ਨਾ। ਭਾਵੇਂ ਚੰਗੀ ਚੀਜ਼ ਵੀ, ਚੰਗਾ ਭੋਜਨ ਵੀ ਜੇ ਜ਼ਿਆਦਾ ਦਿਨ ਪਿਆ ਰਹੇ, ਉਹਦੇ ਵਿੱਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ। ਮੇਰੇ ਅੰਦਰ ਵੀ ਸ਼ੁਭ ਗੁਣ ਸਨ, ਪਰ ਉਹਨਾਂ ਦੀ ਮੈਂ ਸਫਾਈ ਨਹੀਂ ਕੀਤੀ ਵਕਤੀ ਤੌਰ ਤੇ ਉਹ ਗੁਣ ਜਿਹੜੇ ਬਦਲ ਕੇ ਉਹਨਾਂ ਵਿੱਚੋਂ ਹੁਣ ਬਦਬੂ ਆਉਣ ਲੱਗ ਪਈ। ਗੱਲ ਇਹ ਹੈ। ਬਹੁਤ ਧੰਨਵਾਦ ਜੀ। ਅਸੀਂ ਲਾਸਟ ਕੁਐਸਚਨ ਲਵਾਂਗੇ ਜੀ, ਬੱਚਾ ਈਪੀਪੀ ਨੰਬਰ 16018 ਮੋਗਾ ਤੋਂ। ਹਾਂਜੀ, ਅਨਮੋਲਦੀਪ ਕੌਰ ਜੀ। ਮੈਂ ਮੇਰਾ ਕੁਐਸਚਨ ਸੀ ਕਿ ਵੀਰ ਜੀ ਨੇ ਜੋ ਸਭ ਤੋਂ ਪਹਿਲਾਂ ਰੋਕਿਆ ਸੀ, ਉਹ ਕਿਹੜਾ ਰੁੱਖ ਸੀ ਜੀ? ਸਿਮਲ ਦਾ ਰੁੱਖ, ਸਿਮਲ ਦਾ ਰੁੱਖ। ਆਸਾ ਕੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ, ਸਿਮਲ ਰੁੱਖ ਸਰਾਇਰਾ, ਜਿਹੜਾ ਵੀ ਜੀ ਨੇ ਫਰਮਾਨ ਬੋਲਿਆ ਸੀ, ਆਦੀ ਰਗਤ ਮੁਝ, ਸੋ ਸਿਮਲ ਦੇ ਰੁੱਖ ਦੀ ਗੱਲ ਕੀਤੀ ਗਈ ਸੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਹੁਣ ਦੋ ਬੱਚੇ ਜਿਨ੍ਹਾਂ ਨੇ ਪਹਿਲਾਂ ਐਡਰੈਸ ਕੀਤਾ ਸੀ ਕਿ ਉਹ ਕੁਝ ਕਹਿਣਾ ਚਾਹੁੰਦੇ ਨੇ, ਸੋ ਮੈਂ ਬੜੀ ਬੇਨਤੀ ਕਰਾਂਗੀ ਬੜੇ ਸੰਖੇਪ ਦੇ ਵਿੱਚ, ਕਿਉਂਕਿ ਸਮਾਂ ਬਹੁਤ ਘੱਟ ਹੈ। ਹਾਂਜੀ, ਜਸਮੀਤ ਕੌਰ ਜੀ, ਬੜੇ ਸੰਖੇਪ ਦੇ ਵਿੱਚ। ਮੈਂ ਗਰੀਬ ਦੇ ਮੂੰਹ ਬੋਲਣਾ ਚਾਹੁੰਦੀ ਹਾਂ। ਗਰੀਬ ਦਾ ਮੂੰਹ ਦਾ ਲਾਈਨ ਦਾ ਅਸਲੀ ਮਤਲਬ ਇਹ ਹੈ ਕਿ ਦਾਨ ਕਿਸੇ ਗਰੀਬ ਦੀ ਸਹਾਇਤਾ ਕਰਨੀ ਹੈ। ਜਿਵੇਂ ਕਿ ਅੱਜ ਕੱਲ੍ਹ ਕਰੋਨਾ ਮਹਾਮਾਰੀ ਕਰਕੇ ਬਹੁਤ ਸਾਰੇ ਗਰੀਬ ਲੋਕਾਂ ਦਾ ਕੰਮ ਠੱਪ ਹੋ ਗਿਆ ਹੈ, ਜਿਵੇਂ ਕਿ ਰਿਕਸ਼ਾ ਚਾਲਕ, ਚਪੜਾਸੀ, ਜਿਵੇਂ ਕਿ ਕੋਈ ਲੋਕ ਫੈਕਟਰੀਆਂ ਵਿੱਚ ਕੰਮ ਕਰਦੇ ਸਨ। ਅੱਜ ਕੱਲ੍ਹ ਫੈਕਟਰੀਆਂ ਬੰਦ ਹੋਣ ਕਰਕੇ ਉਹਨਾਂ ਕੋਲ ਕੋਈ ਆਮਦਨ ਦਾ ਕੋਈ ਸਾਧਨ ਨਹੀਂ ਰਿਹਾ, ਇਸ ਕਰਕੇ ਉਹ ਆਪਣੇ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੇ। ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੂੰ ਜ਼ਰੂਰੀ ਰਾਸ਼ਨ ਦੇ ਦੇਣਾ ਚਾਹੀਦਾ ਹੈ। ਕਈਆਂ ਕੋਲ ਪੈਰਾਂ 'ਚ ਪਾਉਣ ਨੂੰ ਚੱਪਲ ਵੀ ਨਹੀਂ ਹਨ, ਉਹਨਾਂ ਨੂੰ ਚੱਪਲਾਂ ਦੇ ਦੇਣੀਆਂ ਚਾਹੀਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਦਇਆ ਦਾ ਗੁਣ ਸਾਨੂੰ ਵਾਹਿਗੁਰੂ ਜੀ ਨੇ ਦਿੱਤਾ ਤੇ ਸਾਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ ਜਿਹਦੇ ਨਾਲ ਲੋਕਾਂ ਦੀ ਭਲਾਈ ਹੋ ਸਕੇ ਤੇ ਅਸੀਂ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚੱਲ ਸਕੀਏ। ਸੋ ਹੁਣ ਨੈਕਸਟ 10160 ਮੈਂ ਬੇਨਤੀ ਕਰਾਂਗੀ ਜੀ, ਬੜੀ ਹੀ ਸੰਖੇਪ ਦੇ ਵਿੱਚ, ਮਨਦੀਪ ਕੌਰ ਜੀ। ਹਾਂਜੀ, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮਨਮੀਤ ਜੀ ਨੇ ਅੱਖ ਕੰਨ ਤੇ ਮੂੰਹ ਦੀ ਗੱਲ ਕੀਤੀ ਸੀ। ਮੈਂ ਪਹਿਲਾਂ ਤੇ ਗੁਰਬਾਣੀ ਨੂੰ ਦੱਸਣਾ ਚਾਹਾਂਗੀ। ਲੋਭੀ ਤਾਂ ਨਸਾਓ,
ਕੀਜੈ ਜੇ ਕਾ ਪਾਰ ਵਸਾਈ। ਵੀ ਜਿਹੜਾ ਲੋਭੀ ਬੰਦਾ ਹੈਗਾ ਨਾ ਉਸਨੇ ਜਿਹੜੇ ਚੀਜ਼ਾਂ ਦੀ ਮੰਗ ਹੈ ਨਾ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ। ਉਸ ਤੋਂ ਬਾਅਦ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਸਾਡੀ ਜਿਹੜੀ ਰਸਮ ਹੈ ਨਾ ਰਸਮਾਂ ਦੇ ਨਾਲ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ। ਤੇ ਇੱਥੇ ਜਿਵੇਂ ਅੱਜ ਵਿੱਚ ਵੀ ਵੀਡੀਓ ਆਈ ਸੀ ਵੀ ਅਸੀਂ ਨਿੰਦਿਆ ਚੁਗਲੀ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਅਸੀਂ ਨਿੰਦਿਆ ਚੁਗਲੀ ਕਰਨਾ ਨਹੀਂ ਹਟਦੇ। ਤੇ ਇਹ ਸਿਰਫ ਇਸਦਾ ਐਡਾ ਵੱਡਾ ਪਾਪ ਲੱਗਦਾ ਕਿ ਅਸੀਂ ਉਹ ਰਸਮਾਂ ਤੋਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਉਸ ਰਸਮਾਂ ਤੋਂ ਅਸੀਂ ਗੁਰਬਾਣੀ ਪੜ੍ਹਨੀ ਹੁੰਦੀ ਹੈ, ਸਿਮਰਨ ਕਰਨਾ ਹੁੰਦਾ, ਪਰ ਉਸ ਸਮੇਂ ਵੀ ਅਸੀਂ ਨਿੰਦਿਆ ਚੁਗਲੀ ਕਰਦੇ ਰਹਿੰਦੇ ਹਾਂ। ਤੇ ਸਾਡੀ ਜਿਹੜੀ ਉਮਰ ਹੈ ਉਹ ਘੱਟਦੀ ਜਾ ਰਹੀ ਹੈ। ਤੇ ਇਸ ਲਈ ਅਸੀਂ ਗੁਰਬਾਣੀ ਪੜ੍ਹੀਏ, ਗੁਰਬਾਣੀ ਨੂੰ ਸੁਣੀਏ, ਗੁਰਬਾਣੀ ਨੂੰ ਸਮਝੀਏ ਤੇ ਗੁਰੂ ਦੇ ਦਰਸ਼ਨ ਕਰ ਸਕਦੇ ਹਾਂ ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ, ਸੁਣ ਕੇ। ਤੇ ਜਿੰਨੀ ਉਸ ਤੋਂ ਬਾਅਦ ਕੰਟੈਂਟਮੈਂਟ ਦੀ ਗੱਲ ਆਈ ਸੀ ਕਿ ਜਿੰਨੀ ਸਾਨੂੰ ਲੋੜ ਹੈ ਅਸੀਂ ਓਨੀ ਹੀ ਚੀਜ਼ ਲਈਏ, ਅਸੀਂ ਜ਼ਿਆਦਾ ਮੰਗ ਨਾ ਰੱਖੀਏ। ਤੇ ਜਿੰਨਾ ਸਾਨੂੰ ਫਿਰ ਉਸ ਤੋਂ ਬਾਅਦ ਮਿਲ ਗਿਆ ਉਹਨੇ ਵਿੱਚ ਹੀ ਸੈਟਿਸਫਾਈਡ ਰਹੀਏ। ਤੇ ਵਾਹਿਗੁਰੂ ਜੀ ਕਾ ਖਾਲਸਾ। ਮੈਮ ਮੈਂ ਇੱਕ ਕੁਐਸਚਨ ਪੁੱਛਣਾ ਸੀ ਕਿ ਮੈਮ ਜਿਹੜਾ ਤੁਸੀਂ ਕੱਲ੍ਹ ਕੀਰਤਨ ਔਰ ਤਬਲਾ ਸਿੱਖਣ ਦੇ ਬਾਰੇ ਦੱਸਿਆ ਸੀ, ਮੈਮ ਮੈਂ ਹਾਰਮੋਨੀਅਮ ਰੋਜ਼ਾਨਾ ਸਿੱਖਣਾ ਹੈ, ਉਹ ਕਿਹੜਾ ਨੰਬਰ ਸੀ ਤੁਸੀਂ ਜਿਹੜਾ ਦੱਸ ਰਹੇ ਸੀ? ਜਿਹੜਾ ਨੰਬਰ ਹੈ ਹੁਣੇ ਅਸੀਂ ਸ਼ੇਅਰ ਕਰ ਦਿੰਦੇ ਹਾਂ ਜੀ ਦੁਬਾਰਾ ਤੋਂ। ਸੋ ਸਭ ਤੋਂ ਪਹਿਲਾਂ ਆਪਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਨੂੰ ਸਾਰਿਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਕਿਹੜੇ ਕੰਮ ਕਰਨੇ ਨੇ ਕਿ ਜਿਹਦੇ ਨਾਲ ਸਾਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਸ਼ਰਮਿੰਦੇ ਨਾ ਹੋਣਾ ਪਵੇ। ਫਰੀਦਾ ਮੈਂ ਦੁਬਾਰਾ ਤੋਂ ਵਾਲਾ ਜਿਹੜਾ ਫਰਮਾਨ ਹੈ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੜ੍ਹਨਾ ਜੀ ਆਪਣੇ ਘਰਾਂ ਵਿੱਚ ਜਿੱਥੇ ਵੀ ਬੈਠੇ ਆ ਨਾ। ਇਹ ਵਾਲਾ ਫਰਮਾਨ ਪੜ੍ਹੀਏ ਜੀ ਜਿਹੜਾ ਅੱਜ ਵਿਸ਼ਾ ਲਿਆ ਗਿਆ ਹੈ। ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ, ਬੇਸ਼ੱਕ ਤੁਹਾਡੇ ਮਾਈਕਸ ਆਫ ਨੇ ਪਰ ਤੁਹਾਨੂੰ ਆਵਾਜ਼ ਸੁਣੇ। ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਮਤ ਸ਼ਰਮਿੰਦਾ ਥੀਵੀ ਸਾਈਂ ਦੇ ਦਰਬਾਰ। ਬਹੁਤ ਧੰਨਵਾਦ ਕਰਦੇ ਹਾਂ ਜੀ ਵੀਰ ਜੀ ਦਾ ਜਿਨ੍ਹਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਬੜੇ ਹੀ ਸਾਰੇ ਹੀ ਸਟੂਡੈਂਟਸ ਨੂੰ ਉਤਸ਼ਾਹਿਤ ਕੀਤਾ ਤੇ ਬੱਚਿਆਂ ਨੇ ਵੀ ਬੜੇ ਵਧੀਆ ਢੰਗ ਦੇ ਨਾਲ ਸਵਾਲ ਪੁੱਛੇ ਨੇ। ਕੁਝ ਬੱਚਿਆਂ ਦੇ ਸਵਾਲ ਰਹਿ ਵੀ ਗਏ ਨੇ। ਆਸ ਕਰਦੇ ਹਾਂ ਜੋ ਬੱਚੇ ਸਿੱਖ ਰਹੇ ਨੇ, ਕੁਝ ਬੱਚਿਆਂ ਨੇ ਚੈਟ ਦੇ ਵਿੱਚ ਵੀ ਲਿਖਿਆ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਬੁਲਾਰਿਆਂ ਦਾ ਜੋ ਸਮੇਂ-ਸਮੇਂ ਤੇ ਆ ਕੇ ਸਾਡੀ ਲਾਈਫ ਨੂੰ ਚੇਂਜ ਕਰ ਰਹੇ ਨੇ। ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਰਾਹੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਕੇ ਸੁਚੱਜੀ ਸ਼ਖਸੀਅਤ ਦੀ ਜਿਹੜੀ ਆਪਣੀ ਉਸਾਰੀ ਹੈ ਉਸ ਲਾਕਡਾਊਨ ਪੀਰੀਅਡ ਦੇ ਵਿੱਚ ਕਰ ਰਹੇ ਨੇ। ਸੋ ਬੱਚਿਆਂ ਦੇ ਵੱਲੋਂ ਡਿਮਾਂਡ ਆ ਰਹੀ ਹੈ ਕਿ ਵੀਰ ਜੀ ਪਲੀਜ਼ ਸੈਸ਼ਨ ਇੱਕ ਵਾਰੀ ਦੁਬਾਰਾ ਲਿਆ ਜਾਵੇ। ਅਸੀਂ ਵੀ ਵੀਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਵੀਰ ਜੀ ਜ਼ਰੂਰ ਕਿਸੇ ਦਿਨ ਵੀ ਆਪ ਜੀ ਕੋਲ ਸਮਾਂ ਹੋਵੇ, ਆਪ ਜੀ ਜਦੋਂ ਮਰਜੀ ਜਿਸ ਵੇਲੇ ਵੀ ਆਪ ਜੀ ਕੋਲ ਸਮਾਂ ਹੋਵੇ ਤਾਂ ਜ਼ਰੂਰ ਆਪ ਜੀ ਵੀ ਜਸਵੀਰ ਸਿੰਘ ਜੀ ਨਾਲ ਸੰਪਰਕ ਕਰਨਾ ਜੀ ਤਾਂ ਕਿ ਆਪ ਜੀ ਦਾ ਸੈਸ਼ਨ ਫਿਰ ਲਿਆ ਜਾ ਸਕੇ ਤੇ ਬੱਚਿਆਂ ਨੂੰ ਚੰਗੀ ਗਾਈਡੈਂਸ ਦਿੱਤੀ ਜਾ ਸਕੇ। ਸੋ ਦੁਬਾਰਾ ਤੋਂ ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਦਾ। ਤੇ ਮੈਂ ਇੱਕ ਮੈਸੇਜ ਕਰਨ ਲੱਗੀ ਹਾਂ ਜੀ। ਮੈਂ ਇੱਕ ਵਾਰੀ ਸਾਰਿਆਂ ਦਾ ਮੈਸੇਜ ਜਿਹੜਾ ਉਹ ਸਟਾਪ ਕਰ ਰਹੀ ਹਾਂ ਤੇ ਇੱਕ ਮੈਸੇਜ ਤੁਹਾਨੂੰ ਸਾਰਿਆਂ ਨੂੰ ਕਰਨ ਲੱਗੀ ਹਾਂ। ਕੁਝ ਬੱਚੇ ਬਾਰ-ਬਾਰ ਪੁੱਛ ਰਹੇ ਸਨ ਜੋ ਕੰਪੀਟੀਸ਼ਨ ਹੋ ਰਿਹਾ ਉਹਦੇ ਰਿਗਾਰਡਿੰਗ। ਸੋ ਕੰਪੀਟੀਸ਼ਨ ਦਾ ਜੋ ਭਾਗ ਲੈਣ ਦੇ ਲਈ ਰਜਿਸਟਰ ਕਰਨ ਦੇ ਲਈ ਲਿੰਕ ਹੈ ਉਹ ਮੈਂ ਭੇਜਿਆ ਜੀ। ਤੁਸੀਂ ਸਾਰੇ ਬੱਚੇ ਉੱਥੋਂ ਕਾਪੀ ਕਰ ਲਓ ਜੀ ਤਾਂ ਕਿ ਬਾਰ-ਬਾਰ ਤੁਹਾਡਾ ਇਹ ਕੁਐਸਚਨ ਨਾ ਆਵੇ। ਸਭ ਨੂੰ ਬੇਨਤੀ ਹੈ ਚੈਟ ਖੋਲ ਕੇ ਉਹਦੇ ਵਿੱਚ ਜੋ ਲਿੰਕ ਆ ਰਿਹਾ ਤੁਸੀਂ ਉਹਨੂੰ ਕਾਪੀ ਕਰ ਲਓ ਜੀ। ਔਰ ਮੂਵੀ ਦਾ ਜੋ ਲਿੰਕ ਹੈ ਉਹ ਚੇਂਜ ਹੋਇਆ ਜੀ। ਮੈਂ ਫਿਰ ਬੇਨਤੀ ਕਰ ਰਹੀ ਹਾਂ ਜੋ ਮੂਵੀ ਦਾ ਲਿੰਕ ਹੈ ਉਹ ਚੇਂਜ ਹੋਇਆ ਹੈ। ਮੂਵੀ ਦਾ ਲਿੰਕ ਸਿੱਖ ਵਿਲੇ ਤੋਂ ਹੁਣ ਦੁਬਾਰਾ ਤੁਹਾਨੂੰ ਸੈਂਡ ਕਰ ਰਹੇ ਹਾਂ ਮੂਵੀ ਦਾ ਲਿੰਕ। ਪਲੀਜ਼ ਸਾਰੇ ਬੱਚਿਆਂ ਨੂੰ ਬੇਨਤੀ ਕਰ ਰਹੀ ਹਾਂ ਕਿ ਜ਼ਰੂਰ ਤੁਸੀਂ ਇਹ ਲਿੰਕਸ ਜਿਹੜੇ ਨੇ ਸੇਵ ਕਰ ਲਓ। ਇਹਨਾਂ ਨੂੰ ਕਾਪੀ ਕਰਕੇ ਆਪਣੇ ਕਿਤੇ WhatsApp ਤੇ ਕਿਤੇ ਵੀ ਆਪਣਾ ਸ਼ੇਅਰ ਕਰਕੇ ਸੇਵ ਕਰਕੇ ਰੱਖ ਲਓ। ਔਰ ਜਿਹੜਾ ਨੰਬਰ ਤੁਹਾਨੂੰ ਦਿੱਤਾ ਜਾ ਰਿਹਾ ਹੈ ਵਧੇਰੇ ਜਾਣਕਾਰੀ ਲਈ ਵੈਸੇ ਤਾਂ ਤੁਸੀਂ ਆਪਣੇ ਜ਼ੋਨ ਇੰਚਾਰਜ ਆਪਣੇ ਵਾਈਸੀ ਨੂੰ ਕੰਟੈਕਟ ਕਰ ਸਕਦੇ ਹੋ। ਇਹ ਇੱਕ ਨੰਬਰ ਦਿੱਤਾ ਗਿਆ 7888491761 ਤੁਸੀਂ ਇਹਦੇ ਤੇ ਵੀ ਸੰਪਰਕ ਕਰ ਸਕਦੇ ਹੋ। ਔਰ ਜਿਹੜਾ ਕੁਐਸਚਨ ਆਇਆ ਸੀ ਕਿ ਹਾਰਮੋਨੀਅਮ ਤੇ ਤਬਲਾ ਸਿੱਖਣ ਦੇ ਲਈ ਜਿਹੜਾ ਕੱਲ ਤੁਸੀਂ ਰਜਿਸਟ੍ਰੇਸ਼ਨ ਕਰ ਰਹੇ ਸੀ ਆਨਲਾਈਨ ਕਲਾਸਿਸ ਦੇ ਲਈ ਉਹਦੇ ਲਈ ਵੀ ਸੇਮ ਨੰਬਰ ਇਹੀ ਹੈ ਜੀ 7888 ਵਾਲਾ। ਸੋ ਸਾਰੇ ਬੱਚੇ ਨੋਟ ਕਰ ਲਓ ਜੀ ਮੂਵੀ ਦਾ ਲਿੰਕ। ਸਾਰੇ ਬੱਚੇ ਫਾਰਮਸ ਦਾ ਲਿੰਕ ਵੀ ਨੋਟ ਕਰ ਲਓ। ਜਿੱਥੇ ਤੁਸੀਂ ਆਪ ਰਜਿਸਟਰ ਕਰਨਾ ਹੈ ਇਹ ਵਾਲੇ ਲਿੰਕਸ ਤੁਸੀਂ ਆਪ ਯੂਜ਼ ਕਰਨੇ ਨੇ। ਇਹ ਤੁਸੀਂ ਜਿੰਨੇ ਵੱਧ ਤੋਂ ਵੱਧ ਹੋ ਸਕੇ ਅੱਗੇ ਬੱਚਿਆਂ ਨੂੰ ਕਹੋ, ਸਭ ਨੂੰ ਆਪਣੇ ਵੱਡਿਆਂ ਨੂੰ ਕਿ ਪਾਰਟਿਸਿਪੇਟ ਕਰਨ ਮੂਵੀ ਨੂੰ ਦੇਖਣ ਕਿਉਂਕਿ ਭਾਈ ਤਾਰੂ ਸਿੰਘ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਆਪਣੇ ਕੇਸਾਂ ਦੀ ਬੇਦਬੀ ਨਹੀਂ ਕੀਤੀ ਪਰ ਰੰਬੀ ਨਾਲ ਖੋਪਰ ਉਤਰਵਾ ਲਏ ਉਹਨਾਂ ਦਾ 300 ਸਾਲਾ ਜਨਮ ਦਿਹਾੜਾ ਜੋ ਕਿ 9 ਅਕਤੂਬਰ ਨੂੰ ਆ ਰਿਹਾ ਹੈ
ਤੇ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਅਸੀਂ ਘੱਟੋ ਘੱਟ ਉਹਨਾਂ ਦੇ ਜੀਵਨ ਤੋਂ ਸੇਧ ਲਈਏ ਕਿ ਉਹਨਾਂ ਦਾ ਜੀਵਨ ਕੀ ਸੀ, ਉਹਨਾਂ ਦੇ ਜੀਵਨ ਨੂੰ ਸਿੱਖੀਏ। ਇਸ ਮੂਵੀ ਦੇ ਵਿੱਚ ਉਹਨਾਂ ਦਾ ਪੂਰਾ ਜੀਵਨ ਦਿੱਤਾ ਹੋਇਆ ਕਿ ਉਹ ਕਿੰਨੀ ਸੇਵਾ ਕਰਦੇ ਸਨ। ਔਰ ਜਿਹੜੀ ਅੱਜ ਵੀਰ ਜੀ ਨੇ ਗੱਲ ਕੀਤੀ ਸੇਵਾ ਦਿਖਾ ਕੇ ਨਹੀਂ, ਉਹ ਸੇਵਾ ਜਿਹੜੀ ਬਿਨਾਂ ਦੱਸੇ ਕੀਤੀ ਜਾਵੇ, ਸਿਰਫ ਇਸ ਕਰਕੇ ਕਿ ਪਰਮਾਤਮਾ ਦੇਖ ਰਿਹਾ ਹੈ, ਬਾਣੀ ਇਸ ਕਰਕੇ ਕਿ ਪਰਮਾਤਮਾ ਦੇਖ ਰਿਹਾ, ਨਾ ਕਿ ਮੈਂ ਕਿਸੇ ਹੋਰ ਨੂੰ ਦਿਖਾਉਣ ਦੇ ਲਈ ਕਰਨੀ ਹੈ। ਸੋ ਉਹਨਾਂ ਦੇ ਜੀਵਨ ਨੂੰ ਅਸੀਂ ਜ਼ਰੂਰ ਸਾਰਿਆਂ ਨੇ ਦੇਖਣਾ ਹੈ। ਉਹਦੇ ਵਿੱਚੋਂ ਜੀਵਨ ਦੇ ਵਿੱਚੋਂ ਸਵਾਲ ਪੁੱਛੇ ਜਾਣਗੇ। ਔਰ 9 ਅਕਤੂਬਰ ਨੂੰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਹਾਨੂੰ ਫਾਰਮ ਦਾ ਲਿੰਕ ਭੇਜਿਆ ਗਿਆ, ਇਸੇ ਤਰ੍ਹਾਂ ਲਿੰਕ ਭੇਜਿਆ ਜਾਏਗਾ। ਉਹਦੇ ਵਿੱਚ ਟਿਕ ਦਾ ਕਰੈਕਟ ਕੁਐਸਚਨ, ਜਿਹੜੇ ਟਿਕ ਦਾ ਕਰੈਕਟ ਆਨਸਰ MCQs ਹੋਣਗੇ, ਜਿਨ੍ਹਾਂ ਨੂੰ ਤੁਸੀਂ ਟਿਕ ਕਰਕੇ ਪੇਪਰ ਤੁਸੀਂ ਦੋਗੇ, ਟੈਸਟ ਦੋਗੇ। ਉਹਨਾਂ ਵਿੱਚੋਂ ਜਿਹੜੇ ਬੱਚੇ ਟੌਪ ਕਰਨਗੇ ਉਹਨਾਂ ਨੂੰ ਕੈਸ਼ ਪ੍ਰਾਈਜ਼ਸ ਦਿੱਤੇ ਜਾਣਗੇ। ਸੋ ਜ਼ਰੂਰ ਤੁਸੀਂ ਵੱਧ ਤੋਂ ਵੱਧ ਬੱਚਿਆਂ ਤੱਕ ਇਹ ਕਰਨਾ ਹੈ, ਕਿਉਂਕਿ ਜਿਹੜੇ ਭਾਈ ਤਾਰੂ ਸਿੰਘ ਜੀ ਦੀ ਜੋ ਉਹਨਾਂ ਦੀ ਸ਼ਹਾਦਤ ਹੈ, ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਅਸੀਂ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਣਾ ਹੈ ਕਿ ਉਹਨਾਂ ਦਾ ਜੀਵਨ ਹਰ ਘਰ ਦੇ ਵਿੱਚ, ਹਰ ਬੱਚੇ ਤੱਕ, ਹਰ ਸਿੱਖ ਤੱਕ ਪਹੁੰਚ ਸਕੇ। ਸੋ ਹੋਪਫੁਲੀ ਸਾਰਿਆਂ ਨੇ ਲਿੰਕ ਜਿਹੜੇ ਆ ਕਾਪੀ ਕਰ ਲਏ ਹੋਣਗੇ ਚੈਟ ਦੇ ਵਿੱਚੋਂ। ਸੋ ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ। ਫਿਰ ਤੋਂ ਵੀਰ ਜਸਵਿੰਦਰ ਸਿੰਘ ਜੀ ਦਾ, ਇਹਨਾਂ ਦੀ ਪੂਰੀ ਟੀਮ ਦਾ, ਮੌਲੇ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਨੂੰ ਫਿਰ ਸਾਰਿਆਂ ਨੇ 4 ਵਜੇ ਮਿਲਣਾ ਹੈ। ਸੋ ਤਦ ਤੱਕ ਅਸੀਂ ਸਾਰੇ ਜੋ ਵੀ ਗਰੁੱਪ ਬਣਿਆ ਹੋਇਆ WhatsApp ਦਾ, ਅਗਰ ਕੋਈ ਵੀ ਬੱਚਾ ਹਜੇ ਵੀ ਉਸ ਗਰੁੱਪ ਦੇ ਵਿੱਚ ਐਡ ਨਹੀਂ ਹੈ, ਮੈਂ ਦੁਬਾਰਾ ਤੁਹਾਨੂੰ ਔਨ ਕਰ ਰਹੀ ਹਾਂ ਜੀ ਚੈਟ ਨੂੰ, ਕਿ ਅਗਰ ਕੋਈ ਵੀ ਬੱਚਾ ਗਰੁੱਪ ਦੇ ਵਿੱਚ ਐਡ ਨਹੀਂ ਹੈ ਤਾਂ ਤੁਸੀਂ ਉਸ ਗਰੁੱਪ ਦੇ ਵਿੱਚ ਐਡ ਹੋਣ ਦੇ ਲਈ ਆਪਣਾ WhatsApp ਨੰਬਰ ਇਸ ਚੈਟ ਦੇ ਵਿੱਚ ਲਿਖ ਸਕਦੇ ਹੋ, ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਏਗਾ। ਔਰ ਗਰੁੱਪ ਦੇ ਵਿੱਚ ਜੋ ਵੀ ਉਹਦੇ ਵਿੱਚ ਵੀਡੀਓਜ਼ ਜਾਂ ਜੋ ਵੀ ਉਹਦੇ ਵਿੱਚ ਸ਼ੇਅਰ ਕੀਤਾ ਜਾਂਦਾ, ਜ਼ਰੂਰ ਅਸੀਂ ਉਹਨੂੰ ਦੇਖੀਏ ਔਰ ਉਹਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰੀਏ, ਆਪਣੀ ਲਾਈਫ ਦੇ ਵਿੱਚ ਵੀ ਲੈ ਕੇ ਆਈਏ। ਸੋ ਸਾਰਿਆਂ ਦਾ, ਸਾਰੇ ਵਿਦਿਆਰਥੀਆਂ ਦਾ, ਸਾਰੇ ਵਾਈਸਿਸ ਦਾ, ਸਾਰੇ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।